रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। 20 ਅਪ੍ਰੈਲ 2022 ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮਸ KRPA 1110 AM ਤੇ ਸੁਣੇ ਜਾ ਸਕਦੇ ਨੇ। ਸਟੂਡੀਓ ਦਾ ਨੰਬਰ ਹੈ 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਅੱਜ ਆਪਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ। ਇੱਕ ਖਬਰ ਆ ਰਹੀ ਹੈਗੀ ਆ ਕਿ ਰੂਪਨਗਰ 'ਚ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਖਿਲਾਫ ਕੇਸ ਦਰਜ ਕੀਤਾ ਗਿਆ। ਪੂਰਾ ਮਸਲਾ ਹੈ ਕੀ? ਦੇਖੋ, ਕੁਮਾਰ ਵਿਸ਼ਵਾਸ ਨੇ ਤੇ ਇਲੈਕਸ਼ਨ ਦੌਰਾਨ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਰਵਿੰਦ ਕੇਜਰੀਵਾਲ ਦੇ ਖਾਲਿਸਤਾਨੀ ਸਮਰਥਕਾਂ ਨਾਲ ਰਿਲੇਸ਼ਨ ਹੈ, ਇਸ ਕਰਕੇ ਇਹ ਤੋਂ ਖਤਰਾ ਹੈ ਪੰਜਾਬ ਨੂੰ। ਤੇ ਉਹਦੇ ਮਾਮਲੇ ਵਿੱਚ ਇੱਕ ਕੇਸ ਦਰਜ ਕਰਵਾਇਆ ਕਿਸੇ ਨੇ, ਆਮ ਆਦਮੀ ਵਾਲੀਆਂ ਪਾਰਟੀ ਵਾਲਿਆਂ ਨੇ ਕਰਾਇਆ ਹੋਣਾ, ਕਿਉਂਕਿ ਦਿੱਲੀ ਦੇ ਵਿੱਚ ਤਾਂ ਪੁਲਿਸ ਕੰਟਰੋਲ ਜਿਹੜੀ ਆ ਉਹ ਸੈਂਟਰ ਦਾ ਹੈ। ਸੋ ਅਰਵਿੰਦ ਕੇਜਰੀਵਾਲ ਹੁਣ ਕੁਛ ਨਹੀਂ ਕਰ ਸਕਦੇ ਜੀ। ਪੰਜਾਬ ਦੇ ਵਿੱਚ ਉਹ ਕੰਟਰੋਲ ਕਰਦੇ ਆ ਕਿ ਹੋਮ ਮਿਨਿਸਟਰੀ ਉਹਨਾਂ ਦੇ ਕੋਲ ਹੈ। ਹਾਂਜੀ, ਮਤਲਬ ਹੈਗੀ ਤਾਂ ਟੈਕਨੀਕਲੀ ਤਾਂ ਭਗਵੰਤ ਮਾਨ ਦੇ ਅੰਦਰ ਹੈ, ਪਰ ਅਸਲੀ ਤੌਰ ਤੇ ਤਾਂ ਸਾਨੂੰ ਪਤਾ ਨਾ ਅਰਵਿੰਦ ਕੇਜਰੀਵਾਲ ਚਲਾਉਂਦੇ ਇਹ ਗੱਲ। ਹਾਂਜੀ। ਤੇ ਉਹਨਾਂ ਨੇ ਕੇਸ ਦਰਜ ਕਰਤਾ ਕਿ ਇਹਨਾਂ ਸਾਡਾ ਅਕਸ ਖਰਾਬ ਹੋਇਆ। ਹੁਣ ਉਹਦੇ ਤੇ ਇੱਕ ਮੁਕੱਦਮਾ ਕੀਤਾ ਗਿਆ ਕਿ ਇਹਨਾਂ ਨੇ ਸਾਬਤ ਕਰੋ ਕਿ ਇਹਨਾਂ ਦੇ ਰਿਲੇਸ਼ਨ ਹੈ। 2017 ਦੇ ਵਿੱਚ ਵੀ ਵੈਸੇ ਇਹ ਗੱਲ ਚੱਲੀ ਸੀ। ਉਸ ਵਕਤ ਮੋਗੇ ਦੇ ਨਜ਼ਦੀਕ ਖਾਲਿਸਤਾਨੀ ਸੀ ਪਾਕਿਸਤਾਨ ਇੰਗਲੈਂਡ ਤੋਂ, ਉਹਦੀ ਵੱਡੀ ਸਾਰੀ ਕੋਠੀ ਦੇ ਵਿੱਚ ਅਰਵਿੰਦ ਕੇਜਰੀਵਾਲ ਰਹੇ। ਤੇ ਉਸ ਕਰਕੇ ਉਹਦਾ ਪਬਲਿਸਿਟੀ ਬਹੁਤ ਜ਼ਿਆਦਾ ਹੋਈ। ਇਸ ਕਰਕੇ ਕਹਿੰਦੇ ਕਿ ਉਹਦਾ ਇੰਪੈਕਟ ਪਿਆ, ਉਹਦਾ ਅਸਰ ਪਿਆ। ਹੁਣ ਕੁਮਾਰ ਵਿਸ਼ਵਾਸ ਹੋਣੀ ਉਹਨਾਂ ਲੀਡਰਾਂ ਦੇ ਵਿੱਚੋਂ ਆ ਜਿਹੜੇ ਅਰਵਿੰਦ ਕੇਜਰੀਵਾਲ ਦੇ ਸੋਸ਼ਲ ਸਰਕਲ ਦੇ ਵਿੱਚ ਸਨ। ਹਾਂਜੀ। ਜਿਨ੍ਹਾਂ ਦੇ ਨਾਲ ਫਿਲਮਾਂ ਦੇਖਦੇ ਸੀ, ਜਿਨ੍ਹਾਂ ਨਾਲ ਮੂੰਗਫਲੀ ਖਾਣ ਜਾਂਦੇ ਹੁੰਦੇ ਸੀ। ਤੇ ਉਸ ਤੋਂ ਬਾਅਦ ਜਦੋਂ ਰਾਜ ਸਭਾ ਦੀ ਸੀਟਾਂ ਦੀ ਵਾਰੀ ਆਈ ਆ, ਉਸ ਵੇਲੇ ਮੰਨਿਆ ਜਾਂਦਾ ਸੀ ਕਿ ਕੁਮਾਰ ਵਿਸ਼ਵਾਸ ਜਿਹੜੇ ਆ ਉਹ ਮਸ਼ਹੂਰ ਕਵੀ ਨੇ, ਹਾਸ ਰਸ ਦੇ ਕਵੀ ਆ ਵੈਸੇ। ਹਾਂਜੀ। ਤੇ ਉਹਨਾਂ ਨੂੰ ਸੁਣਨ ਵਾਲੇ ਹਜ਼ਾਰਾਂ ਲੱਖਾਂ ਨੇ। ਤੇ ਉਹ ਸਮਝਦੇ ਕਿ ਮੈਨੂੰ ਉਹਨਾਂ ਨੂੰ ਬਣਾਇਆ ਜਾਊਗਾ। ਇਹਨਾਂ ਨੇ ਯੂਪੀ ਦੇ ਵਿੱਚੋਂ ਸੰਜੇ ਸਿੰਘ ਨੂੰ ਪਹਿਲ ਦਿੱਤੀ ਪਹਿਲਾਂ। ਹੁਣ ਸੰਜੇ ਸਿੰਘ ਕੌਣ ਹੈ ਇਹਦੇ ਬਾਰੇ ਜਾਣਨਾ ਜ਼ਰੂਰੀ ਆ, ਕਿਉਂਕਿ ਯੂਪੀ ਦੀ ਪੋਲੀਟਿਕਸ ਜੇ ਤੁਸੀਂ ਸਮਝਦੇ ਆ ਨਾ, ਉੱਥੇ ਸਭ ਤੋਂ ਬੇਈਮਾਨ ਬੰਦੇ ਜਿਹੜੇ ਆ ਉਹਨਾਂ ਚੋਂ ਪਹਿਲਾ ਨੰਬਰ ਆਉਂਦਾ ਅਮਰ ਸਿੰਘ ਦਾ। ਅਮਰ ਸਿੰਘ ਆਪ ਪੋਲੀਟੀਸ਼ੀਅਨ ਨਹੀਂ ਸੀ। ਅਮਰ ਸਿੰਘ ਇੱਕ ਦਲਾਲ, ਜਿਹਨੂੰ ਪੰਜਾਬੀ ਅਸੀਂ ਸ਼ਬਦ ਯੂਜ਼ ਕਰਦੇ ਨਾ, ਦਲਾਲ ਸੀ। ਦਲਾਲ ਦਾ ਕੰਮ ਕੀ ਸੀ ਕਿ ਇੱਧਰੋਂ ਗੱਲ ਇਹਦੀ ਸੁਣਨੀ, ਉੱਧਰੋਂ ਉਹਦੀ ਸੁਣਨੀ, ਕਿਸੇ ਦੀ ਗੰਢ ਤਾਂ ਪਕੜਾਉਣੀ, ਕਿਸੇ ਦੀ ਲੜਾਈ ਪਾਉਣੀ। ਤੇ ਉਹਨਾਂ ਦਾ ਮਹਾਰਤਾ ਇਸ ਸੀ ਕਿ ਹਰ ਇੱਕ ਬੰਦੇ ਦੀ ਉਹ ਕਮਜ਼ੋਰੀ ਜਾਣਦੇ ਸੀ। ਤੇ ਉਹਨਾਂ ਨੇ ਬਿਜ਼ਨਸ ਇਸੇ ਕਰਕੇ ਕੀਤਾ, ਦਲਾਲੀ ਕਰਕੇ। ਮੁਲਾਇਮ ਸਿੰਘ ਯਾਦਵ ਦੇ ਨਾਲ ਕਾਫੀ ਦੇਰ ਕੱਟੀ ਉਹਨਾਂ ਨੇ। ਜੈ ਪ੍ਰਦਾ ਨੂੰ ਲਿਆਉਣ ਵਾਲੇ ਉਹੋ ਹੀ ਆ ਸਿਆਸਤ ਦੇ ਵਿੱਚ। ਤਾਂ ਉਹਨਾਂ ਦਾ ਇੱਕ ਇਹ ਸੰਜੇ ਸਿੰਘ ਜਿਹੜਾ ਹੁਣ MP ਹੈ, ਇਹ ਅਮਰ ਸਿੰਘ ਦੇ ਇੱਕ ਪੈਟਰੋਲ ਪੰਪ ਸਾਂਭਦਾ ਹੁੰਦਾ ਸੀ। ਬਿਲਕੁਲ ਲੋ ਲੈਵਲ ਤੇ ਸੀ ਇਹ ਜੀ। ਤੇ ਦਾ ਭੇਜੇ ਨੇ ਉਹਦੇ ਨਾਲ ਅਮਰ ਸਿੰਘ ਵਾਲੇ ਸਿੱਖੇ ਆ। ਤਾਂ ਉਸ ਤੋਂ ਬਾਅਦ ਇਹ ਆ ਗਏ ਇਹਨਾਂ ਦੇ ਕੋਲ, ਅਰਵਿੰਦ ਕੇਜਰੀਵਾਲ ਉਹਨਾਂ ਦੇ ਕੋਲ, ਅਮਰ ਸਿੰਘ ਨੂੰ ਛੱਡ ਕੇ। ਪਰ ਦਾ ਪੇਚ ਤਾਂ ਆਉਂਦੇ ਸੀ ਨਾ। ਹਾਂਜੀ। ਅਰਵਿੰਦ ਕੇਜਰੀਵਾਲ ਉਹਨਾਂ ਨੇ ਇਹਨੂੰ ਸੰਜੇ ਸਿੰਘ ਨੂੰ ਤੇ ਪਾਠਕ ਨੂੰ ਪੰਜਾਬ ਦੇ ਇੰਚਾਰਜ ਲਾਤਾ ਪਿਛਲੀ ਵਾਰ। ਉਹਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਗੁਲਾਬ ਸਿੰਘ ਨੇ ਚੋਰੀ ਕੀਤੀ ਸੀ, 19 ਗੱਡੇ ਲੱਦ ਕੇ ਲੈ ਗਿਆ ਸੀ। ਇਦਾਂ ਹੀ ਇਹ ਕਿਤੇ 19 ਗੱਡੇ ਲੱਦ ਕੇ ਲੈ ਕੇ ਆਏ ਦਿੱਲੀ ਨੂੰ।
ਪੰਜਾਬ ਤੋਂ। ਹੁਣ ਉਹਦੇ ਚੋਂ ਕਿੰਨਾ ਇਹਨਾਂ ਨੇ ਆਮ ਪਾਰਟੀ ਨੂੰ ਦਿੱਤਾ, ਕਿੰਨਾ ਆਪ ਰੱਖਿਆ, ਇਹਦੇ ਬਾਰੇ ਤਾਂ ਕਿਆਸ ਰਾਹੀਂ ਇਲਾਜ ਜਾ ਸਕਦੀ। ਹਾਂਜੀ। ਪਰ ਅਰਵਿੰਦ ਕੇਜਰੀਵਾਲ ਨੇ ਇੱਕ ਗੱਲ ਸਮਝ ਲਈ ਕਿ ਪੈਸੇ ਤੋਂ ਬਿਨਾਂ ਸਿਆਸਤ ਨਹੀਂ ਕੀਤੀ ਜਾ ਸਕਦੀ। ਸੋ ਹਮੇਸ਼ਾ ਹੀ ਜੇ ਸਭ ਤੋਂ ਅਮੀਰ ਬੰਦਾ, ਡਿਕਲੇਅਰਡ ਅਮੀਰ ਬੰਦਾ ਪਿਛਲੀ ਵਾਰ ਇਲੈਕਸ਼ਨ ਦੇ ਵਿੱਚ ਸੀ, ਆਮ ਆਦਮੀ ਦਾ ਪਾਰਟੀ ਦਾ ਮੋਹਾਲੀ ਵਾਲਾ ਉਮੀਦਵਾਰ ਸੀ। ਸੋ ਉਹ ਇਹ ਗੱਲਾਂ ਸਮਝ ਗਏ ਕਿ ਪੈਸੇ ਦੀ ਬਹੁਤ ਲੋੜ ਹੈ। ਹਮੇਸ਼ਾ ਹੀ ਜਿੱਦਾਂ ਲਵਲੀ ਯੂਨੀਵਰਸਿਟੀ ਦੇ ਉਹਨਾਂ ਨੇ ਬੰਦਾ ਬਣਾਇਆ ਫਾਊਂਡਰ, ਜਿਹੜਾ ਉਹ ਯੂਨੀਵਰਸਿਟੀ ਨਾਂ ਦੀ ਆ ਵੈਸੇ, ਤੇ ਉਹ ਪੈਸੇ ਦੇ ਕੇ ਬਣਿਆ, ਸਿੱਧਾ ਹੀ ਪੈਸੇ ਦੇ ਕੇ ਬਣਿਆ। ਤੇ ਕੁਮਾਰ ਵਿਸ਼ਵਾਸ ਹੋਣਾ ਦਾ ਸਮਝ ਲਓ ਤੁਸੀਂ, ਵਿਸ਼ਵਾਸ ਟੁੱਟ ਗਿਆ। ਹਾਂਜੀ, ਬਿਲਕੁਲ ਚਕਨਾਚੂਰ ਹੋ ਗਿਆ। ਫਿਰ ਉਹਨਾਂ ਦੇ ਇਹਨਾਂ ਤੇ ਇਲਜ਼ਾਮ ਵੀ ਲਾਏ ਕਿ ਪੈਸੇ ਲੈਂਦੇ ਆ, ਆਹ ਕਰਦੇ ਆ। ਤੇ ਪਿਛਲੀ ਇਲੈਕਸ਼ਨ ਦੇ ਵਿੱਚ ਫਿਰ ਉਹਨਾਂ ਨੇ ਰੌਲਾ ਪਾਇਆ ਕਿ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਪਹਿਲਾਂ ਇਹਨਾਂ ਦੀ ਕੀ ਸਕੀਮ ਸੀ। ਇੱਕ ਵਾਰ ਉਹਨਾਂ ਨੇ ਹੋਰ ਗੱਲ ਦੱਸੀ ਆ, ਅਰਵਿੰਦ ਕੇਜਰੀਵਾਲ ਹੋਰ ਕਹਿੰਦੇ ਆ। ਹਾਂਜੀ। ਉਹ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਤੇ ਫੂਲਕਾ ਸਾਹਿਬ ਦੀ ਲੜਾਈ ਕਰਾ ਦਿਆਂਗੇ, ਤਾਂ ਫਿਰ ਸਾਰੇ ਇਹ ਕਹਿਣਗੇ ਕਿ ਅਰਵਿੰਦ ਕੇਜਰੀਵਾਲ ਨੂੰ ਚੀਫ ਮਿਨਿਸਟਰ ਬਣਾ ਦਿਓ। ਇਹ ਵੀ ਗੱਲ ਸਾਹਮਣੇ ਆਈ ਸੀ। ਇਹ ਇੱਕ ਸਕੀਮ ਸੀ ਜਾਂ ਨਹੀਂ ਸਕੀਮ ਜੀ, ਕੁਮਾਰ ਵਿਸ਼ਵਾਸ ਨੇ ਕਿਹਾ ਜੀ। ਤੇ ਹੁਣ ਕੁਮਾਰ ਵਿਸ਼ਵਾਸ ਤੋਂ ਤੰਗ ਆ ਵੈਸੇ। ਤੇ ਪੰਜਾਬ ਪੁਲਿਸ ਜਿਹੜੀ ਕਿ ਹੁਣ ਅਰਵਿੰਦ ਕੇਜਰੀਵਾਲ ਕੋਈ ਪੁਲਿਸ ਨਹੀਂ ਸੀ, ਹੁਣ ਉਹਨਾਂ ਦੇ ਹੱਥ 'ਚ ਇੱਕ ਸਟੇਟ ਦੀ ਪੁਲਿਸ ਆ ਗਈ। ਤਾਂ ਉਹ ਸਟੇਟ ਦੀ ਪੁਲਿਸ ਜਾ ਕੇ ਯੂਪੀ ਦੇ ਵਿੱਚ ਛਾਪੇ ਮਾਰ ਰਹੀ ਆ। ਇਹਦੇ ਵਿੱਚ ਜਿਹੜਾ ਨਾ ਤਾਂ ਮੂਹਰੇ ਆਉਣਾ ਚਾਹੀਦਾ, ਭਗਵੰਤ ਮਾਨ ਦੇ ਕੰਟਰੋਲ ਹੈਗੇ ਕਿ ਉਹ ਸਿੱਧਾ ਦਿੱਲੀ ਚੋਂ ਆਪਣੇ ਆਪ ਹੀ ਕਰਦਾ, ਸਾਰੀ ਅਫਸਰਸ਼ਾਹੀ ਉਹਨੇ ਸਿੱਧੀ ਕੰਟਰੋਲ ਕੀਤੀ ਹੈ ਜੀ। ਇਹ ਪੰਜਾਬ ਪੁਲਿਸ ਨੂੰ ਉੱਥੇ ਵਰਤਦੇ ਆ, ਕੀ ਉਹਨਾਂ ਦੇ ਕੋਲ ਅਧਿਕਾਰ ਖੇਤਰ ਹੈ ਜਾਂ ਨਹੀਂ, ਇਹ ਵੱਖਰੀ ਗੱਲ ਹੈ। ਪਹਿਲੀ ਗੱਲ ਤਾਂ ਉਹਨਾਂ ਨੂੰ ਯੂਪੀ ਦੀ ਪੁਲਿਸ ਨੂੰ ਦੱਸਣਾ ਚਾਹੀਦਾ ਸੀ। ਹਾਂਜੀ। ਦੂਸਰੀ ਗੱਲ, ਉਹਨਾਂ ਦੇ ਜੇ ਚਾਰਜਸ ਲਾਉਣੇ ਆ, ਪਹਿਲਾਂ ਚਾਰਜ ਤਾਂ ਲਾਓ ਨਾ ਜੀ। ਫਿਰ ਕੋਰਟ ਆਰਡਰ ਕਰ ਦੇਵੇ ਉਹਨਾਂ ਦੀ ਕੁਛ, ਫਿਰ ਤੁਸੀਂ ਪੁਲਿਸ ਫੋਰਸਸ ਨੂੰ ਕਹਿ ਸਕਦੇ ਕਿ ਤੁਸੀਂ ਇਨਫੋਰਸਮੈਂਟ ਕਰੋ। ਤੇ ਇਹ ਮਾਮਲਾ ਹੋਰ ਵੀ ਗੰਭੀਰ ਹੋਣਾ, ਤੁਸੀਂ ਦੇਖਿਓ ਅੱਗੇ ਜਾ ਕੇ ਜੀ। ਜੇ ਤਾਂ ਇਹਨਾਂ ਦੇ ਕੋਲ ਕੁਛ ਹੈਗਾ ਤਾਂ ਉਹਨਾਂ ਦੇ ਨਾਲ ਉਹਨਾਂ ਨੂੰ ਅਰੈਸਟ ਵੀ ਕਰਾਉਣਗੇ। ਹਾਂਜੀ। ਤੇ ਜੇ ਇਹਨਾਂ ਦੇ ਕੋਲ ਕੁਛ ਹੈ ਨਹੀਂਗਾ ਤਾਂ ਫਿਰ ਬਖਲਾਹਟ ਹੈ ਇਹਨਾਂ ਦੀ ਜੀ। ਬਿਲਕੁਲ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਡਾਕਟਰ ਸਾਹਿਬ, SYS ਦੇ ਮੁੱਦੇ ਤੇ ਆਮ ਆਦਮੀ ਪਾਰਟੀ ਤੋਂ ਬਾਕੀ ਪਾਰਟੀਆਂ ਵੱਲੋਂ ਸਪਸ਼ਟੀਕਰਨ ਮੰਗਿਆ ਜਾ ਰਿਹਾ, ਇਹ ਪੂਰੀ ਖਬਰ ਕੀ ਹੈ? ਦੇਖੋ, ਹੁਣ ਹਰਿਆਣੇ ਦੀ ਇਲੈਕਸ਼ਨ ਆਉਣੀ ਅੱਗੇ। ਹਾਂਜੀ। ਤੇ ਜੋ ਕੁਝ ਵੀ ਹੋ ਰਿਹਾ ਪੰਜਾਬ ਤੇ ਹਰਿਆਣੇ ਦਾ, ਉਹ ਸਿਰਫ ਇਲੈਕਸ਼ਨ ਕਰਕੇ ਹੋ ਰਿਹਾ। ਅਮਿਤ ਸ਼ਾਹ ਹੋਣਾ ਨੇ ਆ ਕੇ ਚੰਡੀਗੜ੍ਹ ਇੱਕ ਕੁੰਡੀ ਸਿੱਟ ਦਿੱਤੀ, ਜਿਹਨਾਂ ਮੱਛੀ ਫੜੀ ਦੀ, ਉਹਨੂੰ ਸਭ ਤੋਂ ਪਹਿਲਾਂ ਮੂੰਹ ਮਾਰਿਆ ਭਗਵੰਤ ਮਾਨ ਨੇ। ਇੰਨੀ ਵੀ ਸੁਰਤ ਨਹੀਂ ਸੀ ਇਹਨਾਂ ਨੂੰ ਕਿ ਇਹ ਕਿਉਂ ਕੁੰਡੀ ਸਿੱਟੀ ਉਹਨਾਂ ਨੇ ਇਸ ਵੇਲੇ। ਕੁਛ ਨਹੀਂ ਸੀ ਉਹਦੇ ਵਿੱਚ, ਕੋਈ ਗੱਲ ਨਹੀਂ। ਸਿਰਫ ਉਹਨਾਂ ਨੇ ਇਹੀ ਕਿਹਾ ਕਿ ਸੈਂਟਰਲ EMPLOYEES ਨੂੰ ਜੋ ਸਹੂਲਤਾਂ ਆ ਉਹ ਯੂਨੀਅਨ ਟੈਰੀਟਰੀ ਚੰਡੀਗੜ੍ਹ ਦੇ EMPLOYEES ਨੂੰ ਦਿੱਤੀਆਂ ਜਾਣਗੀਆਂ, ਜਿਹੜੀ ਉਹਨਾਂ ਦੀ ਮੰਗ ਸੀ ਸਾਰਿਆਂ ਦੀ। ਤੇ ਇਹਨਾਂ ਨੇ ਚੰਡੀਗੜ੍ਹ ਬਾਰੇ ਮਤਾ ਪਾਸ ਕਰਤਾ। ਤੇ ਹੁਣ ਗੱਲ ਆ ਗਈ ਸੀ, ਫਿਰ ਹਰਿਆਣੇ ਵਾਲਿਆਂ ਨੇ ਵੀ ਰੌਲਾ ਪਾਉਣਾ। ਤੇ ਉੱਥੇ ਫਿਰ ਆਮ ਆਦਮੀ ਪਾਰਟੀ ਦਾ ਜਿਹੜਾ ਉਹਨਾਂ ਦਾ ਚੀਫ ਹੈ, ਉਹਨੂੰ ਪੁੱਛਿਆ ਗਿਆ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਏਦਾਂ ਕਰੋ, ਚੰਡੀਗੜ੍ਹ ਵੰਡ ਦਿਓ ਅੱਧਾ ਤੇ 20 ਕਰੋੜ ਰੁਪਈਆ ਹਰਿਆਣੇ ਨੂੰ ਦੇ ਦਿਓ, 20 ਕਰੋੜ ਦੇ ਦਿਓ ਪੰਜਾਬ ਨੂੰ, ਆਪਣੀ ਰਾਜਧਾਨੀ ਬਣਾ ਦਿਓ। ਹੁਣ 20 ਕਰੋੜ ਤਾਂ ਅੱਜ ਕੱਲ੍ਹ ਕੋਠੀ ਬਣ ਸਕਦੀ ਹੈ ਜੀ, ਰਾਜਧਾਨੀ ਨਹੀਂ ਬਣ ਸਕਦੀ ਜੀ। ਦੂਸਰਾ ਕੀ, ਇਹ ਚੰਡੀਗੜ੍ਹ ਨੂੰ ਹਮੇਸ਼ਾ ਕਿਹਾ ਜਾਂਦਾ ਕਿ ਪੰਜਾਬ ਦੇ ਪਿੰਡ ਦਾ ਉਜਾੜ ਕੇ ਚੰਡੀਗੜ੍ਹ ਬਣਾਇਆ ਸੀ। ਹਾਂਜੀ। ਤੇ ਉਹ ਤੇ ਜੇ ਚੰਡੀਗੜ੍ਹ ਰਹਿੰਦੇ ਬੰਦਿਆਂ ਨੂੰ ਪੁੱਛਿਆ ਜਾਵੇ, ਉਹ ਨਾ ਤਾਂ ਹਰਿਆਣੇ ਜਾਣਾ ਚਾਹੁੰਦੇ ਤੇ ਨਾ ਹੀ ਪੰਜਾਬ ਚ ਆਉਣਾ ਚਾਹੁੰਦੇ। ਉਹਨਾਂ ਨੂੰ ਜਿਹੜੀਆਂ ਯੂਨੀਅਨ ਟੈਰੀਟਰੀ ਦੀਆਂ ਸਹੂਲਤਾਂ ਉਹ ਚੰਗੀਆਂ ਲੱਗਦੀਆਂ। ਸਤਲੁਜ ਜਮਨਾ ਲਿੰਕ ਜਿਹੜੀ ਨਹਿਰ, ਜਿਹੜੀ ਬਰਨਾਲਾ ਸਾਹਿਬ ਦੇ ਨਾਲ ਇਹਨਾਂ ਨੇ ਐਗਰੀਮੈਂਟ ਕੀਤਾ ਸੀ, ਲੌਂਗੋਵਾਲ ਜੀ ਐਗਰੀਮੈਂਟ ਸਮਝੌਤਾ ਕੀਤਾ ਸੀ। ਬਾਕੀ ਮੰਗਾਂ ਤਾਂ ਉਹਦੀਆਂ ਪੂਰੀਆਂ ਹੋਈਆਂ ਨਹੀਂ।
ਚੰਡੀਗੜ੍ਹ ਪੰਜਾਬ ਨੂੰ ਦੇਣਾ ਸੀ ਉਹ ਪੂਰੀ ਨਹੀਂ ਹੋਈ, ਤੇ ਸਤਲੁਜ ਜਮਨਾ ਲਿੰਕ ਹੀ ਕਿਉਂ ਪੂਰੀ ਹੋਣੀ ਸੀ? ਇਹ ਇੱਕ ਪਾਸਿਓਂ ਹਰਿਆਣਾ ਨੇ ਖੋਦ ਵੀ ਦਿੱਤੀ ਸੀ, ਪੰਜਾਬ ਵਾਲਿਆਂ ਨੇ ਜ਼ਮੀਨ ਅਕਵਾਇਰ ਕਰ ਲਈ ਸੀ ਜਿਹੜੀ ਕਿ ਉਹਨਾਂ ਨੂੰ ਵਾਪਸ ਦੇ ਦਿੱਤੀ ਫਿਰ ਬਾਅਦ ਦੇ ਵਿੱਚ ਕਿਸਾਨਾਂ ਨੂੰ। ਇਹ ਜਿਹੜੀ SYL ਨਾ ਤਾਂ ਬਣੀ ਆ ਤੇ ਨਾ ਹੀ ਬਣਨੀ ਹੈ, ਪਰ ਰੋਟੀਆਂ ਸੇਕਣ ਲਈ ਪੰਜਾਬ 'ਚ ਵੀ ਠੀਕ ਗੱਲ ਹੈ ਤੇ ਹਰਿਆਣੇ 'ਚ ਵੀ ਠੀਕ ਹੈ। ਲੋਕਾਂ ਨੂੰ ਦੇ ਸਿਰ ਪੜਾਉਣ ਲਈ ਠੀਕ ਹੈ। ਸਿਆਸਤ ਕੀਤੀ ਜਾ ਸਕਦੀ ਹੈ, ਸਿਆਸਤ ਕਰ ਰਹੇ ਆ ਬੜੀ ਸੋਹਣੀ। ਆਹ ਦੇਖ ਲਓ, ਤੁਹਾਨੂੰ ਕੋਈ ਵੀ ਪਾਰਟੀ ਦਾ ਸਪੋਕਸਮੈਨ, ਕੋਈ ਚਾਹੇ ਉਹ ਕੇਂਦਰ ਨੇ ਕੰਟਰੋਲ ਕੀਤੀਆਂ ਚਾਹੇ ਪੰਜਾਬ ਦੇ ਆ, ਜਿਹੜਾ ਪਾਣੀ ਹਰ ਰੋਜ਼ ਜਾ ਰਿਹਾ ਤੁਸੀਂ ਦੇਖ ਸਕਦੇ, ਜਾ ਕੇ ਫਿਲਮ ਬਣਾ ਸਕਦੇ ਆ। ਉਹ ਜਿਹੜੀਆਂ ਪੰਜਾਬ ਤੋਂ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਨਾ, ਉਹਨਾਂ 'ਚ ਅੰਤਾਂ ਦਾ ਪਾਣੀ ਜਾਂਦਾ, ਪੱਕੀਆਂ ਨਹਿਰਾਂ ਆ। ਉਹਨਾਂ ਬਾਰੇ ਇਹਨਾਂ ਨੇ ਚੁੱਪ ਧਾਰੀ, ਸਾਰੀਆਂ ਪਾਰਟੀਆਂ ਨੇ, ਕੁਛ ਨਹੀਂ ਕਹਿੰਦੇ। ਜਿਹੜੀ ਚੀਜ਼ ਨਾ ਹੀ ਬਣੀ ਆ ਅਜੇ ਤੇ ਨਾ ਹੀ ਬਣਨੀ ਆ, ਉਹਦੇ ਬਾਰੇ ਜ਼ਰੂਰ ਇਹ ਬੋਲ ਰਹੇ। ਸੋ ਜਿਹੜੀ ਇਸ਼ੂ ਐਕਚੁਅਲੀ ਸਾਡੇ ਸਾਹਮਣੇ ਦਿਸਦੀ ਹੈ ਨਾ, ਉਹਦੇ ਬਾਰੇ ਚੁੱਪ ਹੈ ਜੀ। ਹੁਣ ਇਸ਼ੂ ਤਾਂ ਹੈਗੀ ਆ ਵੀ ਜਿਹੜੀ ਚੀਜ਼ ਬਣੀ ਨਹੀਂ ਹੈ ਉਹਦੇ ਬਾਰੇ ਤੁਸੀਂ ਕਿਉਂ ਗੱਲ ਕਰਦੇ ਆ? ਪਰ ਉਹਦੇ ਬਾਰੇ ਹੁਣ ਉਹ ਗੱਲ ਕਰਨਗੇ, ਹਰਿਆਣੇ ਦੇ ਸਾਰੇ ਪੋਲੀਟੀਸ਼ੀਅਨ ਗੱਲ ਕਰਨਗੇ, ਕਿਉਂਕਿ ਇਸ ਵੇਲੇ ਹਰਿਆਣੇ ਨੇ, ਉਹਨਾਂ ਨੂੰ ਵੀ ਯਾਦ ਆ ਗਿਆ ਨਾ, ਇਲੈਕਸ਼ਨ ਆ ਗਈ ਜੀ, ਵੋਟ ਬੈਂਕ, ਤੇ ਉਹਨਾਂ ਨੇ ਇੱਕ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਉਠਾਤਾ। ਸੁਪਰੀਮ ਕੋਰਟ ਨੇ ਇਹ ਕਹਿਣਾ ਕਿ ਐਗਰੀਮੈਂਟ ਤੁਹਾਡਾ ਹੋਇਆ ਹੈ, ਪਰ ਉਸ ਤੋਂ ਪਹਿਲਾਂ ਇੱਕ ਪੰਜਾਬ ਸਰਕਾਰ ਵੀ ਕਰ ਸਕਦੀ ਹੈ ਕਿ ਰਿਪੇਰੀਅਨ ਲਾਜ਼ ਦੇ ਅਧੀਨ ਸੁਪਰੀਮ ਕੋਰਟ ਡਿਸਾਈਡ ਕਰੇ, ਕਿਉਂਕਿ ਜਿਹੜਾ ਮਾਮਲਾ ਸਰਦਾਰ ਦਰਬਾਰਾ ਸਿੰਘ ਨੇ ਚੀਫ ਮਿਨਿਸਟਰ ਦੇ ਤੌਰ ਤੇ ਪਹਿਲਾਂ ਇਹ ਸੁਪਰੀਮ ਕੋਰਟ ਦੇ ਵਿੱਚ ਦਰਜ ਸੀ, ਉਹਨਾਂ ਨੇ ਮਿਸਿਸ ਗਾਂਧੀ ਦੇ ਕਹੇ ਤੇ ਕੇਸ ਵਾਪਸ ਲੈ ਲਿਆ। ਹੁਣ ਭਗਵੰਤ ਮਾਨ ਹੁਣੀ ਚੀਫ ਮਿਨਿਸਟਰ ਹੈ, ਇਹ ਕਰ ਦੇਣ ਉੱਥੇ ਦਾਵਾ ਜੀ ਰਿਪੇਰੀਅਨ ਲਾਜ਼ ਦੇ ਹਿਸਾਬ ਨਾਲ ਸਾਨੂੰ ਸਾਡਾ ਪਾਣੀ ਦਿਓ। ਇੱਕ ਤਾਂ ਸਭ ਤੋਂ ਪਹਿਲਾਂ ਉਹ ਰਾਜਸਥਾਨ ਵਾਲਾ ਉਹਨਾਂ ਨੇ ਬੰਦ ਕਰਾਉਣਾ ਜੇ ਰਿਪੇਰੀਅਨ ਲਾਅ ਦੇਖੇ ਜਾਣ। ਇਹ ਤਾਂ ਬਣੀ ਨਹੀਂ, ਸਤਲੁਜ ਜਮਨਾ ਲਿੰਕ ਤਾਂ ਬਣੀ ਨਹੀਂ ਜੀ। ਤੇ ਜੇ ਇੱਕ ਪ੍ਰਿੰਸੀਪਲ ਕਈ ਵਾਰੀ ਉਠਾਉਂਦੇ ਹੁੰਦੇ ਰਿਪੇਰੀਅਨ ਲਾਅ ਦੇ ਵਿੱਚ, ਉਹ ਹੈਗਾ ਸਕਸੈਸਰ ਸਟੇਟ, ਕਿਉਂਕਿ ਹਰਿਆਣਾ ਕਿਸੇ ਜ਼ਮਾਨੇ ਦੇ ਵਿੱਚ ਪੰਜਾਬ ਦਾ ਹਿੱਸਾ ਹੁੰਦਾ ਸੀ। ਹਾਂਜੀ, ਹੁਣ ਆਪਣੇ ਜਦੋਂ ਬਜ਼ੁਰਗ ਵੰਡਦੇ ਹੁੰਦੇ ਸੀ ਜ਼ਮੀਨ, ਇਹ ਟ੍ਰੈਡੀਸ਼ਨਲ ਲਾਅ ਆ ਜੀ, ਉਹਦੇ ਵਿੱਚ ਇੱਕ ਜਗ੍ਹਾ ਤੇ ਹਲਟ ਹੁੰਦਾ ਸੀ। ਹੁਣ ਰਿਪੇਰੀਅਨ ਲਾਅ ਤਾਂ ਇਹੀ ਕਹਿੰਦਾ ਵੀ ਜਿਹਦੀ ਜ਼ਮੀਨ ਉਸ ਪਾਣੀ ਨਾਲ ਲੱਗਦੀ ਆ ਉਹਨੂੰ ਦਿੱਤਾ ਜਾਵੇ, ਉਹਦਾ ਹੱਕ ਹੈ। ਪਰ ਜੇ ਉਹਦੇ 3 ਭਰਾ ਹੋਰ ਹੈ, ਉਹਨਾਂ ਨੇ ਜ਼ਮੀਨ ਪਰੇ ਲੈ ਲਈ, ਪਰ ਇਤਿਹਾਸਕ ਤੌਰ ਤੇ ਉਹਨਾਂ ਦੇ ਬਜ਼ੁਰਗ ਉਹ ਖੂਹ ਦਾ ਪਾਣੀ ਲਾਉਂਦੇ ਰਹੇ ਆ ਹਾਂਜੀ ਪਹਿਲਾਂ ਰਵਾਇਤੀ ਤੌਰ ਤੇ ਜੀ, ਤਾਂ ਫਿਰ ਕੋਈ ਵੀ ਕੋਰਟ ਉਹਨਾਂ ਨੂੰ ਕਹੂਗੀ ਵੀ ਇਹਨਾਂ ਦਾ ਹੱਕ ਬਣਦਾ ਹੈ ਉੱਥੇ। ਸੋ ਹਰਿਆਣੇ ਵਾਲਿਆਂ ਦਾ ਹੱਕ ਜੇ ਉਹ ਸਕਸੈਸਰ ਸਟੇਟ ਦੇ ਤੌਰ ਤੇ ਕਹਿਣ ਤੇ ਉਹ ਇਸ ਗੱਲ ਤੇ ਲੜ ਸਕਦੇ ਜੀ, ਪਰ ਇਸ ਗੱਲ ਤੇ ਪੰਜਾਬ ਵਾਲੇ ਵੀ ਲੜ ਸਕਦੇ। ਅਸੀਂ ਵੀ ਜਮਨਾ ਸਾਨੂੰ ਲੱਗਦੀ ਹੁੰਦੀ ਸੀ, ਜਮਨਾ ਸਾਡੀ ਈਸਟਰਨ ਬਾਰਡਰ ਹੁੰਦੀ ਸੀ ਹਾਂਜੀ, ਤੇ ਜੇ ਹਰਿਆਣੇ ਨੂੰ ਸਤਲੁਜ ਚੋਂ ਪਾਣੀ ਮਿਲ ਸਕਦਾ ਤੇ ਸਾਨੂੰ ਜਮਨਾ ਚੋਂ ਵੀ ਮਿਲਣਾ ਚਾਹੀਦਾ ਜੀ। ਸੋ ਇਹ ਪਾਣੀਆਂ ਦਾ ਮੁੱਦਾ ਵੈਸੇ ਕੋਈ ਮੁੱਦਾ ਨਹੀਂ, ਜਿਹੜਾ ਮੁੱਦਾ ਉਹਨੂੰ ਕੋਈ ਉਠਾ ਨਹੀਂ ਰਿਹਾ, ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਹੈ। ਤੇ ਜਿਹੜਾ ਮੁੱਦਾ ਨਹੀਂ ਆ ਇਹਦੇ ਤੇ ਇੱਕ ਇਲੈਕਸ਼ਨ ਨਹੀਂ, ਤੁਸੀਂ ਦੇਖੀ ਜਾਓ, ਅਸੀਂ ਮਰ ਜਾਣਾ, ਸਾਡੇ ਬੱਚਿਆਂ ਨੇ ਮਰ ਜਾਣਾ, ਬਾਅਦ ਦੇ ਵਿੱਚ ਦੇਖਣਾ ਇਹ ਮਸਲਾ ਇੱਥੇ ਹੀ ਰਹਿਣਾ ਜੀ। ਬਿਲਕੁਲ ਡਾਕਟਰ ਸਾਹਿਬ, ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਆ ਸੁਸ਼ੀਲ ਕੁਮਾਰ, ਉਹਨਾਂ ਨੇ ਵੀ ਆਹ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਹਰਿਆਣੇ ਦੇ ਪੱਖ 'ਚ ਸਟੈਂਡ ਲੈ ਲਿਆ। ਉਹਦੇ ਤੋਂ ਬਾਅਦ ਫਿਰ ਪੰਜਾਬ ਦੀ ਸਿਆਸਤ ਦੇ ਵਿੱਚ ਫਿਰ ਗਰਮਾ ਗਰਮੀ ਹੋ ਗਈ ਤੇ ਜਿਹੜੇ ਪ੍ਰਮੁੱਖ ਵਿਰੋਧੀ ਸਿਆਸੀ ਧਿਰਾਂ ਨੇ ਇਸ ਮੁੱਦੇ ਤੇ ਪੰਜਾਬ ਦੀ ਆਪ ਸਰਕਾਰ ਦੀ ਘੇਰਾਬੰਦੀ ਉਹਨਾਂ ਨੇ ਸ਼ੁਰੂ ਕੀਤੀ ਤੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਨੇ ਤਾਂ ਕਹਿ ਦਿੱਤਾ ਕਿ ਜਿਹੜਾ SYL ਨਹਿਰ ਦਾ ਪਾਣੀ ਹੈ ਹਰਿਆਣਾ ਦੇ ਪਿੰਡ-ਪਿੰਡ ਵਿੱਚ ਪੁੱਜ ਕੇ ਰਹੇਗਾ। ਦੇਖੋ, ਉਹਨਾਂ ਨੂੰ ਦੱਸਿਆ ਹੋਣਾ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿ ਹੁਣ ਇਲੈਕਸ਼ਨ ਆਉਣ ਲੱਗੀ ਹੈ ਹਰਿਆਣੇ 'ਚ ਹਾਂਜੀ। ਪਹਿਲਾਂ ਆਪਾਂ ਗੱਲ ਕਰਦੇ ਸੀ ਪੰਜਾਬ ਦੀ, ਹੁਣ ਇਹਨਾਂ ਨੂੰ ਛੱਡੋ। 5 ਸਾਲਾਂ ਬਾਅਦ ਪੰਜਾਬ ਦੇ ਲੋਕਾਂ ਨੇ ਭੁੱਲ ਜਾਣਾ ਜੀ। 5 ਸਾਲਾਂ ਬਾਅਦ ਜਾਂ ਤਾਂ ਗੰਦ ਹੀ ਇੰਨਾ ਪਾਉਣਗੇ ਇਹ ਕਿ ਇਮਰਾਨ ਖਾਨ ਵਾਲੀ ਹੋਣੀ ਇਹਨਾਂ ਦੇ ਨਾਲ, ਤੇ ਜਾਂ ਫਿਰ 5 ਸਾਲਾਂ ਨੂੰ ਲੱਗਦਾ ਕਿ 5 ਸਾਲਾਂ ਦੀ ਗੱਲ ਹੈ, ਇਹ ਭੁੱਲ ਜਾਣੀ ਹੈ। ਹੁਣ ਪਹਿਲਾਂ ਇਲੈਕਸ਼ਨ ਆ ਰਹੀ ਹੈ ਹਰਿਆਣੇ ਦੀ,
ਉਹਨਾਂ ਦੇ ਹੱਕ 'ਚ ਬੋਲੋ। ਜੀ, ਹੁਣ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਇਸ ਚੀਜ਼ ਤੇ ਸਪਸ਼ਟੀਕਰਨ ਚਾਹੀਦਾ ਜੋ ਉਹਨਾਂ ਨੇ ਹੁਣ ਕਿਹਾ। ਦੇਖੋ, ਜਿਹੜੇ ਬੰਦੇ ਚੀਫ ਮਿਨਿਸਟਰ ਨੇ ਚੁਣ ਕੇ ਭੇਜੇ ਆ ਉਹਨਾਂ ਨੂੰ ਬਾਅਦ 'ਚ ਪਤਾ ਲੱਗੇ ਹਾਂਜੀ ਤਾਂ ਫਿਰ ਸਪਸ਼ਟੀਕਰਨ ਮੰਗਣ। ਹਾਂਜੀ, ਇਹ ਤਾਂ ਡਰਾਮਾ ਹੈ ਨਾ, ਜੀ, ਇਹ ਬਿਲਕੁਲ। ਕੁਲਫੀ ਗਰਮਾ ਗਰਮ ਹੀ ਹੈ। ਜੀ ਬਿਲਕੁਲ। ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਜੀਤ ਕੌਰ ਦੇ ਘਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਸ ਵੱਲੋਂ ਧਰਨਾ ਦਿੱਤਾ ਗਿਆ, ਇਸ ਬਾਰੇ ਤੁਸੀਂ ਦੱਸੋ। ਦੇਖੋ, ਇਹ ਵੀ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਵਾਲੇ ਧਰਨਾ ਦੇਣ ਜਾਂ ਕਾਂਗਰਸ ਵਾਲੇ ਦੇਣ, ਉਹ ਤਾਂ ਮੰਨਿਆ ਗਿਆ ਸਮਝ ਆਉਂਦਾ, ਤੇ ਆਮ ਆਦਮੀ ਪਾਰਟੀ ਵਾਲਿਆਂ ਦੇ ਇੱਕੋ ਹੀ ਔਰਤ ਵਜ਼ਾਰਤ ਦੇ ਵਿੱਚ ਆ, 2 ਸਟੇਟਸ ਦੇ ਵਿੱਚ। ਹਾਂਜੀ, ਤਾਂ ਉਹਦੇ ਘਰ ਦੇ ਅੱਗੇ ਧਰਨਾ ਦੇ ਰਹੇ ਜੀ। ਤੇ ਇਸ਼ੂ ਉਹਨਾਂ ਨੇ ਇਹ ਉਠਾਈ ਹੈ ਕਿ ਮੁਕਤਸਰ ਜ਼ਿਲ੍ਹੇ ਦੇ ਵਿੱਚ ਅਜੇ ਵੀ ਜੇ ਅਫਸਰ ਸੁਣਦੇ ਆ ਤਾਂ ਅਕਾਲੀ ਦਲ ਦੇ ਬੰਦਿਆਂ ਦੀ ਸੁਣਦੇ ਆ ਜਾਂ ਕਾਂਗਰਸ ਦੇ ਬੰਦਿਆਂ ਦੀ ਸੁਣਦੇ ਆ। ਇਹ ਗੱਲ ਕੋਈ ਨਵੀਂ ਨਹੀਂ ਹੈ। ਅਫਸਰਸ਼ਾਹੀ ਜਿਹੜੀ ਚੱਲਦੀ ਹੈ ਨਾ, ਉਹ ਦੇਖਦੀ ਹੈ ਕਿ ਅੱਜ ਦੀ ਗੱਲ ਨਹੀਂ ਹੈ, 5 ਸਾਲਾਂ ਬਾਅਦ ਸਰਕਾਰ ਬਦਲ ਜਾਣੀ ਹੈ। ਹਾਂਜੀ, ਸੋ ਇਹਨਾਂ ਨੂੰ ਨਾਰਾਜ਼ ਨਾ ਕਰੀਏ, ਕੱਲ ਨੂੰ ਇਹਨਾਂ ਨੇ ਸਾਨੂੰ ਰੋਪੜ ਚੱਕ ਕੇ ਮਾਰਨਾ ਜੀ। ਜਾਂ ਇਹ ਐਸੇ ਖੁੱਡੇ ਲਾਈਨ ਲਾਉਣਗੇ ਨਾ, ਉਹ ਆਪਣਾ ਲੌਂਗ ਰਨ ਦਾ ਸੋਚ ਕੇ ਚੱਲਦੇ, ਉਹ ਲੌਂਗ ਰਨ ਦਾ ਸੋਚ ਕੇ। ਤੇ ਉਹਨਾਂ ਨੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਕਾਂਗਰਸੀ ਵਰਕਰ ਕਹਿੰਦੇ ਹੁੰਦੇ ਸੀ ਕਿ ਅਜੇ ਵੀ ਸੁਖਬੀਰ ਬਾਦਲ ਦੇ ਬੰਦਿਆਂ ਦੀ ਚੱਲਦੀ ਆ। ਹੁਣ ਸੁਖਬੀਰ ਬਾਦਲ ਰਹੇ ਆ 10 ਸਾਲ ਹੋਮ ਮਿਨਿਸਟਰ। ਹਾਂਜੀ, ਉਹ 10 ਸਾਲਾਂ ਦਾ ਕੋਈ ਤਾਂ ਅਸਰ ਹੁੰਦਾ, ਉਸ ਤੋਂ ਪਹਿਲਾਂ ਅਕਾਲੀ ਦਲ ਪਾਵਰ ਦੇ ਵਿੱਚ ਰਿਹਾ ਜੀ। ਤਾਂ ਉਹਨਾਂ ਦੇ ਤਾਂ ਅਫਸਰ ਬੱਚੇ ਨੇ, ਉਹਨਾਂ ਨੂੰ ਪੈਸੇ ਖਿਲਾਏ ਆ, ਖਾਦੇ ਆ ਉਹਨਾਂ ਨੇ ਜੀ, ਤਾਂ ਖਾਣ ਦੀ ਗਾਹਾਂ ਵੀ ਆਸ ਹੈ ਉਹਨਾਂ ਦੇ। ਤੇ ਇਸ ਗੱਲ ਤੇ ਆਮ ਆਦਮੀ ਪਾਰਟੀ ਨੂੰ ਹੁਣ ਸਮਝਣ ਦੀ ਲੋੜ ਹੈ ਕਿ ਉਹ ਹੁਣ ਤੁਹਾਡੀ ਇਜਾਰੇਦਾਰੀ ਨਹੀਂ ਬਣ ਗਈ। ਤੁਸੀਂ ਪਾਵਰ ਦੇ ਵਿੱਚ ਆ ਗਏ ਆ, ਠੀਕ ਹੈ, ਪਰ ਸੁਣਨੀ ਉਹਨਾਂ ਨੇ ਦੂਸਰਿਆਂ ਦੀ ਵੀ ਆ। ਇਹਨਾਂ ਨੇ ਹੁਣ ਇਹ ਲਾਇਆ, ਆਮ ਆਦਮੀ ਪਾਰਟੀ ਵਾਲੇ ਥੋੜੇ ਜਿਹੇ ਦੁਖੀ ਵੀ ਹੋਣੇ ਆ ਜੀ, ਕਹਿੰਦੇ ਹੋਣੇ ਮੇਰੇ ਕਹੇ ਤੇ ਇਹਨੂੰ ਫੜ ਲਾ। ਹਾਂਜੀ, ਹੁਣ ਅੱਗੇ ਤਾਂ ਅਕਾਲੀ ਦਲ ਵਾਲੇ ਕਰਾਉਂਦੇ ਹੁੰਦੇ ਸੀ ਜਾਂ ਕਾਂਗਰਸ ਵਾਲੇ ਕਰਾਉਂਦੇ ਸੀ, ਤਾਂ ਹੁਣ ਇਹ ਕਹਿੰਦੇ ਹੋਣੇ ਮੇਰੇ ਕਹੇ ਤੇ ਇਹਨੂੰ ਫੜ ਕੇ ਅੰਦਰ ਦੇ। ਇਹ ਕਿਹੜੀ ਚੇਂਜ ਦੀਆਂ ਗੱਲਾਂ ਕਰਦੇ ਸੀ? ਵੈਸੇ ਪਹਿਲਾਂ ਵੀ ਅਸੀਂ ਚੇਂਜ ਲੈ ਕੇ ਆਵਾਂਗੇ। ਚੇਂਜ ਆਹ ਹੀ ਸੀ ਵੀ ਹੁਣ ਸਾਡੀ ਚੱਲੂਗੀ, ਮਤਲਬ ਫੋਲੋ ਉਹਨਾਂ ਦੇ ਫੁੱਟ ਸਟੈਪਸ ਨੂੰ ਵੀ ਕਰਨਾ। ਉਹੀ ਗੱਲਾਂ ਆ, ਪੁਰਾਣੀ ਜੁੱਤੀ ਆ, ਪੈਰ ਨਵੇਂ ਆ। ਜੀ, ਤੁਸੀਂ ਬਿਲਕੁਲ ਸਹੀ ਕਿਹਾ। ਡਾਕਟਰ ਸਾਹਿਬ, ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਜੇ ਰਾਜਾ ਵੜਿੰਗ ਉਹਨਾਂ ਦੇ ਘਰ ਆਉਂਦੇ ਤਾਂ ਉਹਨਾਂ ਦਾ ਸਵਾਗਤ ਕਰਨਗੇ। ਮਤਲਬ ਇਹ ਜਿਹੜੀ ਮੈਂ ਸੋਚਦਾ ਹੁੰਦਾ ਸੀ, ਸੁਣਦਾ ਵੀ ਹੁੰਦਾ ਸੀ, ਆਦਮੀ ਇਨਸਾਨ ਜਿਹੜਾ ਨਾ ਏਜ ਦੇ ਨਾਲ ਜਦੋਂ ਉਮਰ ਜ਼ਿਆਦਾ ਵੱਧਦੀ ਜਾਂਦੀ ਉਦੋਂ ਥੋੜਾ ਜਿਹਾ ਨਰਮ ਹੋ ਜਾਂਦਾ। ਹਾਂਜੀ, ਜਿਹੜੀਆਂ ਗੱਲਾਂ ਤੁਸੀਂ 25 ਸਾਲਾਂ ਦੇ ਕਰਦੇ ਆ ਉਹ 60 ਸਾਲਾਂ ਦੇ ਹੋ ਕੇ ਨਹੀਂ ਕਰਦੇ। ਜਦੋਂ ਸਜ਼ਾ ਵੀ ਦਿੰਦੇ ਨਾ ਜੱਜ, ਉਹ ਪਹਿਲਾਂ ਦੇਖਦੇ ਵੀ ਤੁਸੀਂ 60 ਸਾਲਾਂ ਦੇ ਨੇ ਆਹ ਕੰਮ ਕੀਤਾ, ਇਹ ਤਾਂ ਸੋਚ ਸਮਝ ਕੇ ਕੀਤਾ ਹੋਣਾ। 18 ਸਾਲਾਂ ਦੇ ਨੇ ਉਦਾਂ ਹੀ ਕੀਤਾ ਹੋਣਾ, ਉਹਨੂੰ ਪਤਾ ਨਹੀਂ ਹੋਣਾ। ਤੇ ਇਹਨਾਂ ਦੀ ਐਰੋਗੈਂਸ ਜਿਹੜੀ ਆਕੜ ਇੰਨੀ ਆ। ਰਾਜਾ ਵੜਿੰਗ ਉੱਥੇ ਅੰਮ੍ਰਿਤਸਰ ਗਏ ਕਿਸੇ ਦੇ ਘਰ, ਉੱਥੇ ਇੱਕ ਬੰਦਾ ਨਹੀਂ ਉਹਨਾਂ ਲੀਡਰਾਂ ਦੇ ਵਿੱਚ ਅੰਮ੍ਰਿਤਸਰ ਦੇ ਸੀ, ਉਹ ਸੀ ਨਵਜੋਤ ਸਿੱਧੂ। ਤੇ ਉਹਦੇ ਬਾਰੇ ਚਰਚਾ ਚੱਲੀ ਵੀ ਪਾਰਟੀ ਦਾ ਪ੍ਰਧਾਨ ਤੁਹਾਡੇ ਸ਼ਹਿਰ ਆਇਆ ਹੋਵੇ, ਸ਼ਹਿਰ ਦੇ ਸਾਰੇ ਜਿਹੜੇ ਤੁਹਾਡੇ ਪੁਰਾਣੇ ਉਮੀਦਵਾਰ ਸੀ ਉਹਨਾਂ ਦੇ ਘਰ ਬੈਠੇ ਆ, ਤੇ ਤੁਸੀਂ ਕਿਉਂ ਨਹੀਂ ਗਏ? ਉਹ ਕਹਿੰਦੇ ਮੇਰੇ ਘਰ ਆਵੇ। ਹਾਂਜੀ, ਮੈਂ ਸਮੋਸੇ ਗਰਮ ਕਰਕੇ ਖਿਲਾ ਦੂੰਗਾ ਉਹਨੂੰ। ਮਤਲਬ ਜਿੰਨਾ ਚਿਰ ਮੇਰੇ ਆ ਕੇ ਨਹੀਂ ਬੈਠਦੇ ਨਾ, ਹੁਣ ਤੁਹਾਡੇ ਘਰ ਆਵੇ, ਤੁਹਾਡਾ ਦੁਸ਼ਮਣ ਵੀ ਹੋਵੇ, ਤੁਸੀਂ ਦਰਵਾਜ਼ਾ ਤਾਂ ਖੋਲੋਗੇ ਜੀ। ਬਿਲਕੁਲ, ਇੰਨਾ ਤਾਂ ਕੋਈ ਕਰਦਾ ਨਹੀਂ ਕਦੇ ਮਨ ਦੇ ਵਿੱਚ ਕਿ ਇਹਨੂੰ ਦਰਵਾਜ਼ਾ ਹੀ ਨਹੀਂ ਖੋਲਣਾ। ਹਾਂਜੀ, ਸੋ ਇਹ ਐਰੋਗੈਂਸ ਦਿਖਾਉਂਦੇ ਕਿ ਮੈਂ ਅਜੇ ਵੀ ਪਾਵਰਫੁਲ ਹਾਂ। ਹਾਂਜੀ, ਤਾਂ ਮੇਰੇ ਘਰ ਆਊਗਾ ਤੇ ਫਿਰ ਅਸੀਂ ਸਵਾਗਤ ਕਰਾਂਗੇ, ਉਦਾਂ ਨਹੀਂ ਸਵਾਗਤ ਜੀ। ਵੈਸੇ ਥੋੜੇ ਦਿਨ ਪਹਿਲਾਂ ਰਾਜਾ ਵੜਿੰਗ ਨੇ ਜਦੋਂ ਫੋਨ ਤੇ ਵੀ ਗੱਲ ਕਰਨੀ ਚਾਹੀ ਸੀ, ਇਹਨਾਂ ਨੇ ਆਨਸਰ ਨਹੀਂ ਸੀ ਕੀਤਾ। ਉਦੋਂ ਉਹਨਾਂ ਦੀ ਨੁਕਤਾਚੀਨੀ ਕਰਕੇ ਕਹਿੰਦੇ ਵੀ ਜੇ ਉੱਥੇ ਗਏ ਆ ਫੋਨ ਕਰਦੇ ਆ, ਪਰ ਉਹ ਕਹਿੰਦੇ ਮੇਰੇ ਘਰ ਆਵੇ ਪਹਿਲਾਂ। ਹਾਂਜੀ ਹਾਂਜੀ, ਉਸ ਤੋਂ ਬਾਅਦ ਗੱਲ ਕਰਾਂਗੇ ਜੀ। ਡਾਕਟਰ ਸਾਹਿਬ, ਰੁਕ ਕਰਦੇ ਅਗਲੀ ਖਬਰ ਵੱਲ। ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇੱਕ ਕਮੇਟੀ ਬਣਾਉਣਗੇ, ਜਿਹੜੀ ਕਮੇਟੀ ਇਹ ਇਨਵੈਸਟੀਗੇਟ ਕਰੂਗੀ ਕਿ ਪੰਜਾਬ ਦੇ ਸਿਰ ਇੰਨਾ ਕਰਜ਼ਾ ਕਿਉਂ ਆ। ਇਹ ਗੱਲ ਜਿਹੜੀ ਹੈ ਬਿਲਕੁਲ ਸਮਝ ਆਉਣੀ ਚਾਹੀਦੀ ਹੈ। ਜਿਹੜੀਆਂ ਪ੍ਰੋਮਿਸਸ ਕਰਦੇ ਆ
ਉਹਦਾ ਕਰਕੇ ਕਰਜ਼ਾ ਆ, ਮੁਫਤ ਦੀਆਂ ਚੀਜ਼ਾਂ ਦੇਈ ਜਾਂਦੇ ਤੁਸੀਂ ਸਭ ਨੂੰ, ਤਾਂ ਉਹ ਕਿਸੇ ਨਾ ਕਿਸੇ ਨੇ ਤਾਂ ਪੈਸੇ ਦੇਣੇ ਹੀ ਆ ਉਹਦੇ। ਹਾਂਜੀ। ਇੱਥੇ ਮੈਨੂੰ ਇਹ ਇਦਾਂ ਦੀ ਸਟੱਡੀ ਦੀ ਗੱਲ ਯਾਦ ਆਈ ਹੈ। ਕਰੀ ਅਮਰੀਕਾ ਦੇ ਵਿੱਚ ਇੱਕ ਸਟੱਡੀ ਕਰਾਈ ਗਈ ਕਾਂਗਰਸ ਵੱਲੋਂ ਕਿ ਜੇਲੀ ਜੇਲ੍ਹ ਛੱਡ ਕੇ ਕਿਉਂ ਭੱਜਦੇ ਆ। ਕਈ ਵਾਰੀ ਉਹਨਾਂ ਨੂੰ ਖਤਰਾ ਹੁੰਦਾ, ਗੋਲੀ ਵੀ ਮਾਰ ਦਿੰਦਾ, ਤੇ ਉਹ ਜੇਲ੍ਹ ਅਜੇ ਵੀ ਅਟੈਂਪਟ ਬਹੁਤ ਕਰਦੇ, ਕੋਸ਼ਿਸ਼ ਬਹੁਤ ਕਰਦੇ। ਤੁਸੀਂ ਰਿਪੋਰਟ ਸੁਣਦੇ ਰਹਿੰਦੇ ਹੋਣੇ ਆ। ਹਾਂਜੀ। ਕਿ ਅਮਰੀਕਾ ਦੇ ਵਿੱਚ ਫਲਾਨੀ ਜੇਲ੍ਹ ਚੋਂ ਕਿਸੇ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਫਿਰ ਸਟੱਡੀ ਕਰਾਈ $5 ਮਿਲੀਅਨ ਦੀ, ਬਹੁਤ 80s ਦੀ ਗੱਲ ਹੈ। $5 ਮਿਲੀਅਨ ਬਹੁਤ ਸੀ। ਤਾਂ ਉਹਨਾਂ ਦਾ ਜਿਹੜਾ ਸਿੱਟਾ ਸੀ ਨਾ, ਉਹ ਇੰਨਾ ਹੀ ਸੀ। ਉਹ ਕਹਿੰਦੇ ਵੀ ਜੇਲ੍ਹ ਨੂੰ ਲਾਈਕ ਨਹੀਂ ਕਰਦੇ। ਜਦੋਂ ਇਸ ਗੱਲ ਨੂੰ ਦਾ ਸਿੱਟਾ ਕੱਢਣ ਲਈ 5 ਸਾਲ, ਤੁਸੀਂ ਕਦੇ ਸੁਣਿਆ ਲੋਕੀ ਜਿੱਦਾਂ ਡਿਜ਼ਨੀਲੈਂਡ ਵੀ ਗਏ ਹੁਣ ਕਹਿਣ ਵੀ ਹੁਣ ਮੈਨੂੰ ਜੇਲ੍ਹ 'ਚ ਵੀ ਭੇਜੋ, ਮੈਂ 2 ਸਾਲ ਉੱਥੇ ਲਾਉਣਾ ਚਾਹੁੰਦਾ। ਨਹੀਂ। ਇਹ ਇਸ ਗੱਲ ਲਈ ਤੁਸੀਂ $5 ਮਿਲੀਅਨ ਖਰਚਿਆ, ਤੇ ਕਨਕਲੂਜਨ ਇਹ ਆ ਕਿ ਜੇਲ੍ਹ ਲਾਈਕ ਨਹੀਂ ਕਰਦੇ, ਪਸੰਦ ਨਹੀਂ ਕਰਦੇ। ਇਦਾਂ ਦੀ ਗੱਲ ਭਗਵੰਤ ਮਾਨ ਨੂੰ ਆਪਣੇ ਪੀੜੇ ਦੇ ਥੱਲੇ ਸੋਟਾ ਫੇਰ ਕੇ ਦਿਖਣਾ ਚਾਹੀਦਾ ਕਿ ਬਿਜਲੀ ਮੁਫਤ ਕਰਤੀ, ਉਹ ਕਿਸੇ ਨਾ ਕਿਸੇ ਨੇ ਤਾਂ ਪੈਸੇ ਦੇਣੇ ਨੇ। ਹਾਂਜੀ। ਫਿਰ 1000 ਔਰਤਾਂ ਨੂੰ ਦੇਣਾ ਹੈ ਜੀ। ਇਹ ਕਿਹਾ ਹੈ SC ਨੂੰ ਸਾਰੀ ਬਿਜਲੀ ਮੁਫਤ ਦੇਣੀ ਅਸੀਂ। ਅੱਛਾ, ਹੋਰ ਵਾਅਦੇ ਵੀ ਇਹਨਾਂ ਨੇ ਕੀਤੇ ਆ ਜੀ। ਉਹਨਾਂ ਵਾਅਦਿਆਂ ਦਾ ਕਰਕੇ ਇਹਨਾਂ ਦੇ ਜਿਹੜੇ ਡੈਟ ਜਿਹੜਾ ਚੜ੍ਹਦਾ ਆ ਤੁਹਾਨੂੰ, ਅੱਛਾ ਉਹਦੇ ਵਿੱਚੋਂ ਫਿਰ ਖਾਣ ਦਾ ਵੀ ਮੌਕਾ ਮਿਲਦਾ ਆ, ਇਹਨਾਂ ਨੂੰ ਵੀ ਮਿਲਦਾ, ਅਫਸਰਾਂ ਨੂੰ ਵੀ ਮਿਲਦਾ। ਫਿਰ ਕੋਈ ਨਾ ਕੋਈ ਪ੍ਰੋਜੈਕਟ ਲੈ ਕੇ ਆਉਂਦੇ ਜਿਹੜੇ ਬਿਲਕੁਲ ਬੇਕਾਰ ਹੁੰਦੇ, ਜਿੱਦਾਂ ਹੁਣ ਪੰਜਾਬ ਦੇ ਥਰਮਲ ਪਲਾਂਟ ਲਾਤੇ ਇਹਨਾਂ ਨੇ ਜੀ। ਸ਼੍ਰੋਮਣੀ ਅਕਾਲੀ ਦਲ ਦੀ ਗੌਰਮੈਂਟ ਸੀ, ਉਹ ਧੜਾ ਧੜ ਉਹਨਾਂ ਨੇ ਥਰਮਲ ਪਲਾਂਟ ਲਾਏ। ਕੋਈ ਬੇਵਕੂਫ ਬੰਦਾ ਹੋ ਸਕਦਾ ਜਿਹੜਾ ਸੋਚੇ ਵੀ ਇਹ ਥਰਮਲ ਪਲਾਂਟ ਸਾਰੇ ਕੋਲੇ ਤੇ ਚੱਲਣੇ। ਦੂਰ ਅੰਦੇਸ਼ ਬੰਦਾ ਇਹ ਸੋਚੂਗਾ ਕਿ ਸੋਲਰ ਲਾ ਦਿਓ ਇੱਥੇ ਜੀ, ਕੋਈ ਹੋਰ ਸੋਰਸਸ ਲਾਉਣੇ ਚਾਹੀਦੇ ਆ, ਜਿਹਦਾ ਕਰਕੇ ਪਹਿਲਾਂ ਤਾਂ ਕੋਲਾ ਵੈਸੇ ਹੀ ਦੁਨੀਆ ਦੇ ਵਿੱਚ ਉਹ ਬੰਦ ਕਰਨਾ ਚਾਹੁੰਦੇ ਆ। ਦੂਸਰਾ, ਤੁਸੀਂ ਡਿਪੈਂਡੈਂਟ ਹੈ ਕੋਲਾ, ਪੰਜਾਬ ਦੇ ਵਿੱਚ ਕੋਲਾ ਹੈ ਨਹੀਂ। ਹਾਂਜੀ। ਪੰਜਾਬ ਨੂੰ ਕੋਲਾ ਲੈਣਾ ਪੈਂਦਾ ਬਿਹਾਰ ਤੋਂ, ਛੱਤੀਸਗੜ੍ਹ ਤੋਂ, ਝਾਰਖੰਡ ਤੋਂ, ਤੇ ਉੱਥੇ ਕੋਲਾ ਨਾ ਦੇਣ ਤਾਂ ਫਿਰ ਕੀ ਕਰੋਗੇ ਤੁਸੀਂ? ਤੇ ਭਗਵੰਤ ਮਾਨ ਨੂੰ ਉਹ ਸਟੱਡੀ ਕਰਨ ਦੀ ਲੋੜ ਨਹੀਂ, ਆਪਣੇ ਸਰਕਾਰ ਵਾਲੇ ਦਿਖਦੇ ਬਸ, ਆਪਣੇ ਸੈਲਫ ਐਨਾਲਿਸਿਸ ਕਰ ਲੈਣ ਤਾਂ ਇਹਦੇ ਦੇ ਸੱਲੇ ਛੋਟਾ ਫਿਰ ਕੇ ਦੇਖਣਾ। ਡਾਕਟਰ ਸਾਹਿਬ, ਹੁਣ ਆਪਾਂ ਗੱਲਬਾਤ ਦਾ ਸਿਲਸਿਲਾ ਜੋ ਹੈ ਇਹ ਆਪਣੇ ਸ਼ਹਿਰ ਤੋਂ ਸ਼ੁਰੂ ਕਰਦੇ, ਜਿਹੜਾ ਸੈਕਿੰਡ ਪਾਰਟ ਆਪਾਂ ਡਿਸਕਸ ਕਰਨਾ ਚਾਹੁੰਦੇ ਹਾਂ। ਗੱਲ ਕਰਦੇ ਹਾਂ ਆਪਾਂ ਸਿਟੀ ਆਫ ਸਰੀ ਦੀ ਜੀ। ਐਕਚੁਅਲੀ ਇਲੈਕਸ਼ਨ BC ਦੇ ਨਾਲ ਇੱਕ ਨਵੀਂ ਸਲੇਟ ਰਜਿਸਟਰ ਹੋਈ ਆ ਜਿਹਦਾ ਨਾਂ ਹੈਗਾ ਸਰੀ ਫਾਰਵਰਡ। ਕੈਂਡੀਡੇਟ ਦੇ ਨਾਂ ਦਾ ਖੁਲਾਸਾ ਨਹੀਂ ਹਜੇ ਕੀਤਾ ਗਿਆ, ਸਿਰਫ ਇੰਨਾ ਹੀ ਪਤਾ ਲੱਗਿਆ ਕਿ ਇਹ ਸਲੇਟ ਨੇ ਰਜਿਸਟਰ ਕੀਤਾ। ਤੇ ਹੁਣ ਤੁਸੀਂ ਦੱਸੋ ਵੀ ਇਹ ਜਿਹੜੀ ਨਵੀਂ ਸਲੇਟ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ, ਤੁਹਾਨੂੰ ਕੀ ਲੱਗਦਾ? ਦੇਖੋ, 15 ਅਕਤੂਬਰ ਨੂੰ ਇਲੈਕਸ਼ਨ ਹੋਣੀ ਹੈ। ਇਸ ਵੇਲੇ ਕੁਝ ਸੰਭਾਵੀ ਕੈਂਡੀਡੇਟਸ ਜਿਹੜੇ ਆ ਉਹਨਾਂ ਦੇ ਨਾਂ ਆ ਰਹੇ। ਪਹਿਲਾਂ ਜਿਹੜੇ ਛੋਟੇ ਸ਼ਹਿਰ ਆ ਅਜੇ ਵੀ, ਉੱਥੇ ਕਦੇ ਸਲੇਟਸ ਨਹੀਂ ਬਣਦੀਆਂ ਹੁੰਦੀਆਂ, ਆਪਣੇ ਨਾਂ ਦੇ ਥੱਲੇ ਰਨ ਕਰਦੇ ਸੀ ਲੋਕੀ ਜਾਣਦੇ ਹੁੰਦੇ, ਛੋਟੇ ਜਿਹੇ ਸ਼ਹਿਰ ਦੇ ਵਿੱਚ ਲੋਕੀ ਜਾਣਦੇ ਹੁੰਦੇ ਇੱਕ ਦੂਜੇ। ਹਾਂਜੀ। ਹੁਣ ਵੱਡਾ ਸ਼ਹਿਰ ਆ, 6 ਲੱਖ ਦੀ ਆਬਾਦੀ ਤਕਰੀਬਨ, ਤੇ ਉੱਥੇ ਇੱਥੇ ਸਲੇਟ ਬਣਾਉਂਦੇ ਆ। ਜਿੱਦਾਂ ਪਾਰਟੀਆਂ ਬਣੀਆਂ NDP, ਲਿਬਰਲਸ, ਉਹ ਬੰਦੇ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਹੁੰਦਾ, ਉਹ ਤਾਂ ਇਸੇ ਬੰਦੇ ਨੂੰ ਕਰਦੇ ਆ ਵੀ ਮੈਂ BC ਲਿਬਰਲ ਨੂੰ ਸਪੋਰਟ ਕਰ ਰਿਹਾ, ਮੈਂ BC NDP ਨੂੰ ਸਪੋਰਟ ਕਰ ਰਿਹਾ, BC ਗ੍ਰੀਨ ਨੂੰ ਕਰ ਰਿਹਾ। ਤੇ ਇਸੇ ਤਰ੍ਹਾਂ ਸਲੇਟ ਦੀ ਕਰਦੇ ਆ। ਇੱਕ ਤਾਂ ਉਹ ਰਿਸੋਰਸਿਸ ਇਕੱਠੇ ਹੋ ਜਾਂਦੇ ਉਹਨਾਂ ਦੇ, 9 ਤਾਂ ਕਾਉਂਸਲਰ ਹੈ, ਇੱਕ ਮੇਅਰ ਹੈ, 10 ਬੰਦਿਆਂ ਨੇ ਆਪਣੇ ਰਿਸੋਰਸਿਸ ਇਕੱਠੇ ਕਰ ਲੈਣੇ। ਫਿਰ ਅੱਜ ਕੱਲ੍ਹ ਇਹ ਵੀ ਰਿਵਾਜ ਚੱਲ ਪਿਆ ਵੀ ਸਕੂਲ ਬੋਰਡ ਦੇ ਬੰਦੇ ਵੀ ਤੁਹਾਡੇ ਨਾਲ ਰਹਿਣਗੇ, ਟਰਸਟੀਜ਼ ਜਿਹੜੇ ਉਹ ਵੀ ਨਾਲ ਹੁੰਦੇ ਆ। ਸੋ ਵੱਡੀ ਟੀਮ ਬਣ ਜਾਂਦੀ, ਉਹਨਾਂ ਦੀ ਸਲੇਟ ਬਣ ਜਾਂਦੀ ਇੱਕ ਪੂਰੀ। ਹਾਂਜੀ। ਤੇ ਉਹਨੂੰ ਸਲੇਟ ਪ੍ਰਮੋਟ ਕਰਨਾ ਸੌਖਾ ਆ। ਕੱਲੇ ਬੰਦੇ ਨੂੰ ਹੁਣ 70 ਬੰਦਿਆਂ ਦਾ ਨਾਂ ਹੋਣਾ ਬੈਲਟ ਤੇ, ਹੁਣ 70 ਬੰਦਿਆਂ ਚੋਂ ਕਿਹਨੂੰ ਚੁਣੋਗੇ ਤੁਸੀਂ? ਤੋ ਜਿਹੜੀ ਨਵੀਂ ਸਲੇਟ ਬਣੀ ਆ, ਨਾਂ ਤਾਂ ਨਹੀਂ ਦੱਸਿਆ ਇਹ ਜਿੰਨੀ ਸਹਿਮਤ ਦੀ ਵੈਸੇ ਸਲੇਟ ਆ। ਇੱਕ ਪੁਰਾਣਾ ਰਿਕਾਰਡ ਸਾਰੇ ਪੋਲੀਟੀਸ਼ੀਅਨ ਨੇ ਹੋਇਆ, ਮਤਲਬ ਕਦੇ ਕ੍ਰੀਏਟਿਵ ਥਿੰਕਿੰਗ ਹੈ ਹੀ ਨਹੀਂ ਬੰਦਿਆਂ ਦੀ। ਇਹ ਕਹਿਣਗੇ ਮੈਨੂੰ ਲੋਕਾਂ ਨੇ ਕਿਹਾ ਹੈ, ਮੈਨੂੰ ਨਾਲ ਦਿਆਂ ਨੇ ਦੱਸਿਆ ਆ। ਪਹਿਲਾਂ ਹੈਰੀ ਬੈਂਸ ਉਹਨਾਂ ਨੂੰ ਪਹਿਲਾਂ ਕਾਸਰਾਈ ਲਾ ਰਹੇ ਸੀ ਕਿ ਇਹਨਾਂ ਨੇ ਖੜਨਾ ਹੈ। ਉਹ ਕਹਿੰਦੇ ਕਿ ਮੈਨੂੰ ਲੋਕਾਂ ਨੇ ਅਪਰੋਚ ਕੀਤਾ ਖੜਨ ਨੂੰ,
ਲੋਕਾਂ ਨੇ ਕਿਹਾ ਸੀ ਪਰ ਮੈਂ ਨਹੀਂ ਖੜਨਾ। ਫਿਰ ਆਪਣੇ ਦੂਜੇ ਸੁੱਖ ਧਾਲੀਵਾਲ ਉਹ ਕਹਿੰਦੇ ਮੈਨੂੰ ਲੋਕਾਂ ਨੇ ਕਿਹਾ ਅਪਰੋਚ ਕੀਤਾ ਹੈ। ਤੇ ਫਿਰ ਜਿੰਨੀ ਸੈਮ ਨੇ ਵੀ ਇਹ ਕਿਹਾ ਕਿ ਲੋਕਾਂ ਨੇ ਅਪਰੋਚ ਕੀਤਾ। ਲੋਕ ਤਾਂ ਕਹਿਣਗੇ ਖੂਹ ਛਾਲ ਮਾਰ, ਫਿਰ ਮਾਰ ਦੋਗੇ। ਨਹੀਂ, ਕੋਈ ਰੀਜ਼ਨ ਹੋਣਾ ਚਾਹੀਦਾ ਤੁਹਾਡਾ। ਇਹ ਜਿਹੜਾ ਪੁਰਾਣਾ ਰਿਕਾਰਡ ਆ, ਜਿੱਦਾਂ ਤੁਹਾਡੇ ਤੋਂ ਆਉਣਗੇ ਨਾ ਇੱਥੇ ਕੈਂਡੀਡੇਟਸ, ਹਾਂਜੀ, ਉਹ ਕਹਿਣਗੇ ਮੈਂ ਲੋਕ ਸੇਵਾ ਕਰਨੀ ਹੈ। ਲੋਕ ਸੇਵਾ ਕਰਨੀ ਤਾਂ ਤੂੰ ਜਾ ਕੇ ਕੋਈ ਹੋਰ ਬਥੇਰੇ ਉਲਾਂਟੀਆ ਕੰਮ ਆ। ਜੀ ਬਿਲਕੁਲ ਹੈ, MLA ਜ਼ਰੂਰ ਬਣਨਾ। MLA ਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਪਿੱਛੇ ਬੈਠੇ ਹੁੰਦੇ ਤਾੜੀਆਂ ਮਾਰ ਲੈ। ਉਹਨਾਂ ਨੂੰ ਵੈਪ ਦੱਸ ਦਿੰਦਾ ਵੀ ਆਹ ਬਿੱਲ ਆਉਣ ਲੱਗਾ, ਇਹ ਤੇ ਤੁਸੀਂ ਜਾ ਕੇ ਤਾਂ ਜੈਸ ਵੋਟ ਕਰਨੀ ਆ, ਕਮੇਟੀ ਆ ਉਹਦੇ 'ਚ ਜਾ ਕੇ ਤੁਸੀਂ ਅਟੈਂਡੈਂਸ ਕਰਨੀ ਹੈ। ਉਹਦਾ ਨਾਂ ਹੀ ਨਹੀਂ ਕੋਈ ਜਾਣਦਾ ਹੁੰਦਾ। ਤੇ ਸੇਵਾ ਇਹ ਕਿਹੜੀ ਆ ਦੱਸੋ ਮੈਨੂੰ, ਦੱਸੋ। ਤੁਸੀਂ ਲੰਗਰ ਚਲਾ ਰਹੇ। ਸੋ ਕ੍ਰੀਏਟਿਵ ਥਿੰਕਿੰਗ ਹੋਣੀ ਚਾਹੀਦੀ ਹੈ ਸਾਰੇ ਜਿਹੜੇ ਕੈਂਡੀਡੇਟਸ ਖੜ ਰਹੇ ਆ। ਹਾਂਜੀ, ਫਿਰ ਤੁਸੀਂ ਦੱਸੋ ਵੀ ਸਰੀ ਦੇ ਵਿੱਚ ਕੀ ਕੁਝ ਹੋ ਰਿਹਾ। ਮੈਂ ਉਸ ਗੱਲ ਨੂੰ ਦੇਖ ਕੇ ਸੋਚ ਰਹੀ ਹਾਂ ਕਿ ਮੈਂ ਵਿਕਟੋਰੀਆ ਦੀ ਬਜਾਏ ਇੱਥੇ ਜ਼ਿਆਦਾ ਵਧੀਆ ਕੰਮ ਕਰ ਸਕਦੀ ਹਾਂ। ਜੀ, ਇੱਥੇ ਮੈਂ ਕੰਟਰੋਲ ਕਰੂੰਗੀ, ਇੱਥੇ ਮੈਂ ਕੰਟਰੋਲ ਕਰੂੰਗਾ ਜੀ, ਕਿਉਂਕਿ ਇੱਕ ਮੇਅਰ ਐਗਜ਼ੈਕਟਿਵ ਹੈਡ ਹੈ। ਜੀ ਬਿਲਕੁਲ। ਤੇ ਹੁਣ ਲੋਕੀ ਕਿੱਦਾਂ ਵੋਟ ਪਾਉਂਦੇ, ਕਿਉਂ ਵੋਟ ਪਾਉਂਦੇ, ਮੈਂ ਤੁਹਾਨੂੰ ਇੱਥੇ 4 ਸਲੇਟਾਂ ਸਾਹਮਣੇ ਆ ਗਈਆਂ ਵੈਸੇ। ਹਾਂਜੀ, ਇੱਕ ਤਾਂ ਸਾਡੇ ਕਰੰਟ ਮੇਅਰ ਜਿਹੜੇ ਆ ਉਹਨਾਂ ਨੇ ਕਿਹਾ ਰਨ ਕਰਨਾ। ਹਾਂਜੀ, ਅੱਛਾ, ਦੂਸਰਾ ਜਿਹੜੇ ਉਹਨਾਂ ਦੇ ਮੇਨ ਵਿਰੋਧੀ ਆ ਉੱਥੇ ਬ੍ਰਿੰਡਾ ਲੋਕ, ਉਹ ਕਹਿੰਦੇ ਮੈਂ ਰਨ ਕਰਨਾ। ਜੀ, ਉਹਨਾਂ ਦੀ ਵੀ ਆਪਣੀ ਸਲੇਟ ਹੋਣੀ ਆ। ਹਾਂਜੀ, ਫਿਰ ਤੀਸਰੇ ਕਾਉਂਸਲਰ NS ਹੈਗੇ ਆ, ਜੀ, ਉਹ ਕਹਿੰਦੇ ਕਿ ਮੈਂ ਵੀ ਰਨ ਕਰਨਾ। ਚੌਥੇ ਜਿੰਨੀ ਸਿਮਜ਼ ਰਨ ਕਰੂਗੀ। ਪਤਾ ਨਹੀਂ ਅਜੇ ਪੁਰਾਣੇ ਕੈਂਡੀਡੇਟਸ ਦੇ ਵਿੱਚੋਂ ਕੋਈ ਆ ਜਾਵੇ ਸ਼ਾਇਦ ਮੋਹਰੇ, ਜੀ, ਜਾਂ ਕੋਈ ਹੋਰ MP ਆ ਕਵੇ ਮੈਂ ਆਟਵਾ ਵਾਲਾ ਕੰਮ ਖਤਮ ਕਰਨਾ, ਇੱਥੇ ਵਾਲੇ ਮੇਅਰ ਬਣ ਕੇ ਦੇਖਦੇ ਆ। ਸੋ ਮੇਅਰ ਦੀਆਂ ਅਗਲੀ ਵਾਰ ਨੂੰ ਤੁਸੀਂ ਦੇਖੋਗੇ ਨਾ ਬੈਲਟ ਪੇਪਰ ਤੇ ਉਹ ਤੇ ਕੋਈ 70 ਨਾਂ ਹੋਣੇ। ਹੁਣ 70 ਨਾਂ ਹੋਣੇ, ਉਹਨਾਂ ਚੋਂ ਤੁਸੀਂ ਕਿਹਨੂੰ ਚੁਣੋਗੇ? ਸਭ ਤੋਂ ਪਹਿਲਾਂ ਤਾਂ ਲੋਕੀ ਕਿਹਦੇ ਖਿਲਾਫ ਆ। ਹਾਂਜੀ, ਇਹ ਵੋਟ ਜਦੋਂ ਵੋਟ ਪਾਉਣ ਜਾਂਦੇ ਨਾ, ਲੋਕੀ ਕਿਸੇ ਦੇ ਹੱਕ 'ਚ ਨਹੀਂ ਵੋਟ ਪਾਉਣ ਜਾਂਦੇ। ਦੇ ਹੇਟ ਸਮਬਡੀ। ਯੈਸ। ਅੱਛਾ, ਉਹਦਾ ਫਾਇਦਾ ਹੋ ਜਾਂਦਾ ਜੇ ਪ੍ਰੋਵਿੰਸ਼ੀਅਲ ਤਾਂ ਫੈਡਰਲ ਇਲੈਕਸ਼ਨ ਹੋ ਰਹੀ ਆ, ਕਿਉਂਕਿ ਉੱਥੇ ਪ੍ਰਮੁੱਖ ਪਾਰਟੀਆਂ 2 ਹੀ ਹੁੰਦੀਆਂ। ਸੋ ਤੁਸੀਂ ਰਿਪਬਲਿਕਨ ਨੂੰ ਹੇਟ ਕਰਦੇ ਆ, ਡੈਮੋਕ੍ਰੈਟ ਨੂੰ ਚੁਣ ਦਿੰਦੇ। ਇਹ ਨਹੀਂ ਕਿ ਜੋ ਬਾਈਡਨ ਦੇ ਬਹੁਤ ਪ੍ਰੇਮੀ ਸੀ ਲੋਕ, ਉਹਨਾਂ ਨੂੰ ਪਤਾ ਸੀ ਵੀ ਖੜਾ ਹੀ ਸੁੱਤਾ ਹੁੰਦਾ ਹੈ, ਪਰ ਟਰੰਪ ਦੇ ਖਿਲਾਫ ਸੀ। ਹਾਂਜੀ, ਇੱਥੇ ਵੀ ਜਿਹੜੇ ਜੇ NDP ਚੁਣੀ ਆ ਤੇ BC ਲਿਬਰਲ ਦਾ ਲੀਡਰ ਦੇ ਖਿਲਾਫ ਚੁਣੀ ਆ। ਜਸਟਿਨ ਟਰੂਡੋ ਨੂੰ ਵੋਟ ਪਈ ਆ ਹਾਰਪਰ ਦੇ ਖਿਲਾਫ। ਹੁਣ ਜਿਹੜੇ 70 ਬੰਦੇ ਹੋਣੇ ਆ, ਇਹਨਾਂ ਚੋਂ ਤੁਸੀਂ ਕਿਹਦੇ ਖਿਲਾਫ ਵੋਟ ਪਾਓਗੇ? ਸੋ ਖਿਲਾਫ ਹੋ ਸਕਦਾ ਕੋਈ ਬੰਦਾ ਇਹਦੇ ਖਿਲਾਫ ਹੋਵੇ, ਉਹਦੇ ਖਿਲਾਫ ਹੋਵੇ। ਦੂਸਰਾ ਫਿਰ ਆ ਜਾਂਦਾ ਕਿ ਨੇਮ ਰੈਕਗਨੀਸ਼ਨ। ਜੀ ਬਿਲਕੁਲ। ਉਹ ਚਾਹੇ ਚੰਗੀ ਹੋਵੇ ਚਾਹੇ ਮੰਦੀ ਹੋਵੇ। ਤੁਸੀਂ ਤਾਂ ਕਿਸੇ ਬੰਦੇ ਦਾ ਨਾਂ ਸੁਣਿਆ ਨਾ, ਕਹਿਣਾ ਆਹ ਸੁਣਿਆ ਮੇਰਾ ਨਾਂ ਲੱਗਦਾ, ਹਾਂਜੀ, ਉਹਨੂੰ ਵੋਟ ਪਾ ਦਿਓ। ਹੁਣ ਇੱਕ ਸਟੱਡੀ ਇੱਥੇ ਆਈ ਆ ਕਿ ਕੈਨੇਡਾ ਦੇ ਵਿੱਚ ਤਕਰੀਬਨ ਹਰ ਸਿਟੀ ਦੇ ਵਿੱਚ ਐਂਗਲੋ ਸੈਕਸਨਸ ਜਿਹੜੇ ਆ, ਯੂਰਪੀਅਨ ਦੇ ਮੂਲ ਦੇ ਬੰਦੇ ਆ, ਉਹਨਾਂ ਦੇ ਵਿੱਚੋਂ ਐਂਗਲੋ ਸੈਕਸਨ ਨੇਮ ਜਿਹੜੇ ਆ ਉਹ ਜ਼ਿਆਦਾ ਪਾਪੂਲਰ ਆ, ਕਿਉਂਕਿ ਜ਼ਿਆਦਾ ਮੈਜੋਰਟੀ ਉਹਨਾਂ ਦੀ ਆ। ਫਾਲਕਨ ਹੋਇਆ, ਹੌਰਗਨ ਹੋਇਆ, ਯੰਗ ਹੋਵੇ, ਸਮਿਥ ਹੋਵੇ, ਇੱਦਾਂ ਦੇ ਨਾਂ ਲੈ ਕੇ ਲੋਕੀ ਵੋਟ ਪਾਉਂਦੇ ਆ। ਹੁਣ ਸਰੀ ਦੇ ਵਿੱਚ ਸਾਡੀ ਵੀ ਪਾਪੂਲੇਸ਼ਨ ਕਾਫੀ ਆ, ਇਸ ਕਰਕੇ ਇੱਥੇ ਬਾਜਵਾ ਚੀਮਾ ਵੀ ਚੱਲ ਸਕਦਾ। ਜੀ ਬਿਲਕੁਲ। ਪਰ ਨੇਮ ਰੈਕਗਨੀਸ਼ਨ, ਅੱਛਾ ਤੁਸੀਂ ਤਾਂ ਨਾਂ ਹੀ ਸੁਣਿਆ ਹੁੰਦਾ ਨਾ ਕਿਸੇ ਦਾ, ਜਿੱਦਾਂ ਹਿੰਦੁਸਤਾਨ ਦੇ ਵਿੱਚ ਕੋਈ ਬੰਦਾ ਖੜਾ ਹੋਵੇ, ਉਹ ਬੰਦਾ ਜਿੱਦਾਂ ਕਾਲੀਆਂ ਦੇ ਹੁੰਦੇ ਸੀ ਵੀ ਇਸ ਬੰਦੇ ਨੇ ਜੇਲ੍ਹ ਕੱਟੀ ਆ, ਉਹ ਬਾਅਦ 'ਚ ਪਤਾ ਲੱਗਣਾ ਵੀ ਜੇਲ੍ਹ ਕੱਟੀ ਆ ਵੀ ਇਹ ਦੁੱਧ 'ਚ ਪਾਣੀ ਪਾਉਂਦਾ ਹੁੰਦਾ ਸੀ। ਉਹ ਬਾਹਰ ਆ ਕਹਿ ਦੇ ਕੋਈ ਗੱਲ ਨਹੀਂ, ਮੈਂ ਦੁੱਧ 'ਚ ਪਾਣੀ ਪਾਉਂਦਾ ਸੀ, ਦੁੱਧ ਜਿਹੜਾ ਹਰਿਆਣੇ ਵਾਲਿਆਂ ਨੂੰ ਵੇਚਦੇ ਸੀ, ਮੈਂ ਉਹਨਾਂ ਦੇ ਖਿਲਾਫ ਸੀ। ਜੀ, ਇਹ ਰੀਜ਼ਨ ਹੀ ਦੇਣਾ ਤੁਸੀਂ। ਹਾਂਜੀ, ਪਰ ਉਹਦਾ ਨਾਂ ਤਾਂ ਪਤਾ ਨਾ ਲੋਕਾਂ ਨੂੰ। ਹਾਂਜੀ, ਪਤਾ। ਸੋ ਨਾਂ ਦੇ ਤੌਰ ਤੇ ਇਸ ਵੇਲੇ ਸਰੀ ਦੇ ਮੇਅਰ ਨੂੰ ਪਸੰਦ ਕਰੋ ਚਾਹੇ ਨਾ ਕਰੋ, ਉਹਨਾਂ ਦੀ ਪਾਪੂਲਰਿਟੀ ਹੈ। ਜੀ, ਜਾਣਦੇ ਆ ਲੋਕੀ ਜਾਣਦੇ ਆ ਉਹਨਾਂ ਦਾ ਨਾਂ। ਜੀ, ਸੋ ਹੁਣ ਇਹਦੇ ਬਰਾਬਰ ਖੜਨਾ ਇਸ ਨਾਂ ਦੇ ਨੇਮ ਰੈਕਗਨੀਸ਼ਨ ਦੇ, ਹੋ ਸਕਦਾ ਉਹ ਮਾੜੀ ਹੋਵੇ ਨੇਮ ਰੈਕਗਨੀਸ਼ਨ,
ਹੋ ਸਕਦਾ ਚੰਗੀ ਹੋਵੇ। ਫਿਰ ਤੀਸਰੇ ਨੰਬਰ ਤੇ ਆਉਂਦੇ ਆ ਜਿਹੜੇ ਬੰਦੇ ਸੋਚ ਸਮਝ ਕੇ ਵੋਟ ਪਾਉਣ ਵਾਲੇ, ਇਹ ਬਹੁਤ ਹੀ ਘੱਟ ਗਿਣਤੀ ਵਾਲੇ ਹਾਂਜੀ, ਜਿਹੜੇ ਸੋਚਣਗੇ ਇਸ਼ੂ ਕੀ ਆ, ਜਿਹਦਾ ਅੱਜ ਕੱਲ੍ਹ ਅਫੋਰਡੇਬਲ ਹਾਊਸਿੰਗ ਦੀ ਇਸ਼ੂ ਮੇਨ। ਜੀ ਬਿਲਕੁਲ। ਹੁਣ ਦੇਖਣਗੇ ਵੀ ਇਹ ਕੀ ਪ੍ਰਪੋਜ਼ ਕਰ ਰਿਹਾ ਜਿਹਦੇ ਨਾਲ ਅਫੋਰਡੇਬਲ ਹਾਊਸਿੰਗ ਕ੍ਰੀਏਟ ਕੀਤੀ ਜਾ ਸਕਦੀ ਹੈ। ਸੋ ਉਸ ਇਸ਼ੂ ਦੇ ਬੇਸ ਤੇ ਬੰਦਾ ਸੋਚਦਾ ਕਿ ਆਹ ਕੈਂਡੀਡੇਟ ਹੈ ਜਿਹਨੂੰ ਮੈਂ ਸਪੋਰਟ ਕਰਨਾ। ਬਾਕੀ ਹੈਗੀ ਜਦੋਂ ਇਲੈਕਸ਼ਨ ਚੱਲ ਪਈ ਉਦੋਂ ਹਰ ਇੱਕ ਸਲੇਟ ਨੇ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਕੈਂਪੇਨ ਦੀ ਪਬਲਿਸਿਟੀ ਕੀਤੀ ਜਾਵੇ। ਹਾਂਜੀ, ਜਿਹੜਾ ਕੈਂਡੀਡੇਟ ਵੀ ਮਸ਼ਹੂਰ ਹੋ ਗਿਆ ਉਹਨਾਂ ਦਿਨਾਂ ਦੇ ਵਿੱਚ ਜੀ ਚੰਗੇ ਕੰਮ ਕਰਕੇ, ਮਤਲਬ ਇਹ ਨਾ ਹੋਵੇ ਲੋਕਾਂ ਦੇ ਆਂਡੇ ਮਾਰਦਾ ਫਿਰ ਸੋ ਉਹਨੇ ਉਹ ਮਸ਼ਹੂਰੀ ਵੀ ਹੋਵੇ ਪਰ ਚੰਗੇ ਕਰਕੇ ਹੋਵੇ। ਹਾਂਜੀ, ਇੱਕ ਹੁਣ ਨਵੀਂ ਸਟੱਡੀ ਕੀਤੀ ਉਹਨਾਂ ਨੇ, ਕਹਿੰਦੇ ਕਿ ਵਰਡ ਆਫ ਮਾਊਥ, ਜਿੱਦਾਂ ਅਸੀਂ ਕਹਿੰਦੇ ਲੋਕੀ ਗੱਲ ਕਰਦੇ ਇੱਕ ਦੂਸਰੇ ਨਾਲ, ਹਾਂਜੀ, ਜਿੱਦਾਂ ਹੁਣ ਬਾਬੇ ਪਾਪੂਲਰ ਹੋ ਜਾਂਦੇ ਆ ਜੀ, ਉਹਨਾਂ ਦੀ ਕਦੇ ਤੁਸੀਂ ਅਜੀਤ ਅਖਬਾਰ 'ਚ ਤਾਂ ਪੜ੍ਹਦੇ ਨਹੀਂ ਨਾ, ਤੁਸੀਂ ਟ੍ਰਿਬਿਊਨ 'ਚ ਪੜ੍ਹਦੇ ਆ। ਲੋਕਾਂ ਨੇ ਇੱਕ ਦੂਜੇ ਨੂੰ ਕਿਹਾ ਹੁੰਦਾ ਹੈ ਕਿ ਤੁਹਾਡਾ 100 ਬੰਦਾ ਜਾਣਦਾ ਹੁਣ ਤੁਹਾਨੂੰ, ਤੁਸੀਂ ਕਹਿਤਾ ਕਿ ਫਲਾਣੇ ਬੰਦੇ ਦੀ ਲੱਤ ਨਹੀਂ ਸੀ ਚੱਲਦੀ, ਬਾਬੇ ਨੇ ਹੱਥ ਲਾਇਆ ਤੇ ਉਹ ਉੱਥੋਂ ਦੌੜ ਕੇ ਹੀ ਘਰ ਨੂੰ ਗਿਆ। ਅੱਛਾ, ਕਿਸੇ ਨੇ ਵੈਰੀਫਾਈ ਤਾਂ ਕਰਨਾ ਨਹੀਂ, ਉਹਨਾਂ 100 ਬੰਦਿਆਂ ਨੇ, ਉਹਨਾਂ ਨੂੰ ਵੀ 100 ਬੰਦਾ ਜਾਣਦਾ ਹੋਵੇ, ਚਲੋ 50 ਬੰਦੇ ਵੀ ਜਾਣਦੇ ਹੋਣ, ਹਾਂਜੀ, ਉਹਨਾਂ ਨੇ ਗਾਹਾਂ ਦੱਸ ਦੇਣੀ ਹੈ ਵਰਡ ਆਫ ਮਾਊਥ। ਹੁਣ ਤੁਸੀਂ ਇੱਥੇ ਕੈਂਡੀਡੇਟ ਵਰਡ ਆਫ ਮਾਊਥ ਚਲਾ ਦੇਵੇ ਕੋਈ, ਸੋਸ਼ਲ ਮੀਡੀਆ ਅੱਜ ਕੱਲ੍ਹ ਬਹੁਤ ਕੁਝ ਕਰਦਾ ਜੀ, ਬਿਲਕੁਲ ਬਹੁਤ ਪਾਵਰਫੁਲ ਹੈ। ਕਈ ਲੋਕੀ ਇਹ ਤੇ ਵੈਰੀਫਿਕੇਸ਼ਨ ਤਾਂ ਕੋਈ ਨਹੀਂ, ਇੱਕ ਬੰਦਾ ਕਹਿ ਦੇਵੇ ਕਿ ਇਹ ਸਵੇਰ ਨੂੰ ਦੱਸਦਾ ਨਹੀਂ, ਇੰਨਾ ਦਿਆਨਤਦਾਰ ਬੰਦਾ ਹੈ ਕਿ ਹੋਮਲੈਸ ਬੰਦਿਆਂ ਨੂੰ ਜਾ ਕੇ ਬ੍ਰੇਕਫਾਸਟ ਖਿਲਾ ਕੇ ਆਉਂਦਾ। ਹੁਣ ਖਿਲਾਉਂਦਾ ਕਿ ਨਹੀਂ ਖਾਣਾ, ਖਰਿਆ ਉਹਨਾਂ ਦੇ ਕੰਬਲ ਕੋਲ ਨਹੀਂ ਜਾਂਦਾ ਹੁਣ ਜੀ, ਬਿਲਕੁਲ, ਪਰ ਉਹ ਵਰਡ ਆਫ ਮਾਊਥ ਚੱਲ ਗਿਆ ਜੀ। ਸੋ ਇਹ ਗੱਲਾਂ ਕਾਊਂਟ ਕਰਦੀਆਂ ਹੈ। 70 ਬੰਦਿਆਂ ਦੇ ਵਿੱਚੋਂ ਕਿਹੜਾ ਬੰਦਾ ਚੁਣਨਾ ਤੁਸੀਂ, ਉਹ ਨੇਮ ਰੈਕਗਨੀਸ਼ਨ, ਪ੍ਰੋਪੇਗੈਂਡਾ, ਕੈਂਪੇਨ, ਤੇ ਅੱਗੇ ਕਹਿੰਦੇ ਹੁੰਦੇ ਆ ਅੱਗੇ ਤੇਰੇ ਭਾਗ ਲੱਛੀਏ, ਤੇ ਅਕਤੂਬਰ ਦੇ ਵਿੱਚ ਪਤਾ ਲੱਗਣਾ ਵੈਸੇ ਤਾਂ। ਤੇ ਇਸ਼ੂ ਕਿਹੜੀਆਂ ਆ ਰਹੀਆਂ, ਇਸ਼ੂ ਪਹਿਲਾਂ ਨੰਬਰ 1 ਤਾਂ ਇਸ਼ੂ ਜਿਹੜੀ ਸਟੱਡੀਜ਼ ਸ਼ੋ ਕਰ ਰਹੀਆਂ ਉਹ ਇਹ ਆ ਕਿ ਜੇ ਕੋਈ ਸਿਵਿਕ ਸਲੇਟਸ ਚੇਂਜ ਕਰਨ ਦਾ ਸਮਾਂ ਆ ਨਾ, ਉਹ ਆ ਸਮਾਂ ਆ। ਹਾਂਜੀ, ਜਿਹੜੇ ਪੁਰਾਣੇ ਬੰਦੇ ਬੈਠੇ ਆ ਇਹਨਾਂ ਨੇ ਤਕਰੀਬਨ ਹਰਨਾ ਆ ਇਸ ਵੇਲੇ, ਕਿਉਂਕਿ ਨੰਬਰ 1 ਇਸ਼ੂ ਬਣ ਚੁੱਕੀ ਹੈ ਅਫੋਰਡੇਬਲ ਹਾਊਸਿੰਗ। ਹਾਂਜੀ, ਤੇ ਇਹਨਾਂ ਨੇ ਕੋਈ ਨਹੀਂ ਕੋਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਦੀ ਗੱਲ, ਜਿਹੜੇ ਪਰਮਿਟ ਵੀ ਦਿੰਦੇ ਆ ਉਹ ਇੰਨਾ ਲੰਬਾ ਸਮਾਂ ਕਰ ਦਿੱਤਾ ਔਰ ਇੰਨਾ ਔਖਾ ਕਰ ਦਿੱਤਾ, ਇੰਨੇ ਪੈਸੇ ਲੱਗਦੇ ਲੋਕਾਂ ਦੇ, ਹਾਂਜੀ, ਕਿ ਇਹ ਐਕਚੁਅਲੀ ਇੱਕ ਰੋੜਾ ਬਣ ਗਏ। ਹੁਣ ਜਿਹੜਾ ਸੋਲੂਸ਼ਨ ਬੰਦਾ ਪੇਸ਼ ਕਰੂਗਾ ਕਿ ਪਰਮਿਟ ਮਿਲਣਗੇ, ਟਾਈਮ ਸਿਰ ਮਿਲਣਗੇ, ਪੈਸੇ ਘੱਟ ਲੱਗਣਗੇ, ਉਹਦੀ ਗੱਲ ਜ਼ਰੂਰ ਸੁਣਨਗੇ ਲੋਕੀ। ਸੋ ਆ ਜਿਹੜੀਆਂ ਬੈਠੀਆਂ ਆ ਇਸ ਵੇਲੇ ਸਾਡੀਆਂ ਸਿਵਿਕ ਕੌਂਸਲ ਦੇ ਬੰਦੇ, ਮੇਅਰਸ ਬੈਠੇ ਆ, ਸਿਵਿਕ ਕੌਂਸਲਰ ਬੈਠੇ ਆ, ਉਹਨਾਂ ਨੇ ਜੇ ਹਰਨਾ ਤਾਂ ਇਸ ਇਸ਼ੂ ਤੇ ਹਰਨਾ, ਅਫੋਰਡੇਬਲ ਹਾਊਸਿੰਗ ਹੈ ਨਹੀਂ। ਹਾਂਜੀ, ਦੂਸਰੀ ਇਸ਼ੂ ਜਿਹੜੀ ਵੱਡੀ ਹੈਗੀ ਆ, ਹਾਲਾਂਕਿ ਲੋਕੀ ਕਾਰਾਂ ਲਈ ਫਿਰਦੇ ਆ ਪਰ ਦੁਖੀ ਆ ਵੈਸੇ ਬਹੁਤ ਜ਼ਿਆਦਾ, ਕਿਉਂਕਿ ਇੱਕ ਤਾਂ ਮਹਿੰਗੀਆਂ ਪੈਂਦੀਆਂ, ਇੰਸ਼ੋਰੈਂਸ ਦਾ ਆ ਗਿਆ, ਪੇਮੈਂਟ ਆ ਗਈ, ਫਿਰ ਉਹਦੀ ਕਾਰ ਦੀ ਕੁਝ ਨਾ ਕੋਈ ਖਰਾਬੀ ਆਈ ਰਹਿੰਦੀ ਹੈ। ਹਾਂਜੀ, ਫਿਰ ਤੁਸੀਂ ਚਲਾਉਨੇ ਆ ਘੰਟਾ ਕੰਮ ਤੇ ਜਾਣ ਨੂੰ ਲੱਗਦਾ, ਘੰਟਾ ਆਉਣ ਨੂੰ ਲੱਗਦਾ। ਸੋ ਪਬਲਿਕ ਟਰਾਂਸਪੋਰਟ ਜਿਹੜੀ ਆ ਸੈਕੰਡ ਇਸ਼ੂ ਆ ਸ਼ਹਿਰਾਂ ਦੇ ਵਿੱਚ। ਹਾਂਜੀ, ਬਿਲਕੁਲ ਹੀ ਨਿੱਕਾ ਜਿਹਾ ਪਿੰਡ ਹੋਵੇ ਤਾਂ ਉੱਥੇ ਸ਼ਾਇਦ ਇਹ ਇਸ਼ੂ ਨਾ ਹੋਣ, ਉਹਨਾਂ ਦੇ ਵੱਖਰੀਆਂ ਹੋਣ, ਪਰ ਇਹ 2 ਇਸ਼ੂ ਆ। ਤੀਸਰੀ ਇਸ਼ੂ ਹੈਗੀ ਆ ਕ੍ਰਾਈਮ ਜਿਹੜਾ ਆ ਉਹਦੇ ਤਰੀਕੇ ਵੀ ਬਦਲਦੇ ਰਹੇ ਆ। ਹਾਂਜੀ, ਤੇ ਉਹਦੇ ਨਾਲ ਕਿੱਦਾਂ ਟੈਕਲ ਕਰਨਾ ਤੁਸੀਂ, ਇਹ ਇੱਕ ਇਸ਼ੂ ਆ ਲੋਕਾਂ ਲਈ। ਹਾਲਾਂਕਿ ਕੋਈ ਵੀ ਸਿਟੀ ਜਿਹੜੀ ਦੁਨੀਆ ਦੇ ਵਿੱਚ ਇਦਾਂ ਹੀ ਹੈ ਨਹੀਂ ਜਿੱਥੇ ਕ੍ਰਾਈਮ ਨਾ ਹੁੰਦਾ ਹੋਵੇ। ਹਾਂਜੀ, ਕੋਈ ਨਾ ਕੋਈ ਤਾਂ ਬੰਦਾ ਲੁੱਟਣ ਵਾਲਾ ਮਿਲ ਹੀ ਜਾਂਦਾ ਤੁਹਾਨੂੰ ਜੀ, ਬਿਲਕੁਲ, ਤਰੀਕੇ ਨਾਲ ਲੁੱਟਦੇ ਆ। ਹੁਣ ਉਹਦੇ ਨਾਲ ਇਹ ਜਿਹੜਾ ਸੋਲੂਸ਼ਨ ਸੀ ਪੁਰਾਣਾ, ਇਹ ਵੀ ਪੁਰਾਣਾ ਹੀ ਘਿਸਿਆ ਪਿਟਿਆ ਰਿਕਾਰਡ ਆ ਕਿ ਅਸੀਂ ਪੁਲਿਸ ਬਜਟ ਵਧਾ ਦੇਂਗੇ। ਕੋਈ ਤੁਸੀਂ ਜੇ ਡੋਨਟ ਖਾਣ ਵਾਲੇ 4 ਹੋਰ ਵੀ ਹਾਇਰ ਕਰ ਲਏ ਤਾਂ ਉਹਦਾ ਕ੍ਰਾਈਮ ਕਿਦਾਂ ਘੱਟ ਹੋ ਜਾਣਾ, ਉਹਦਾ ਕੋਈ ਨਹੀਂ ਫਰਕ ਪੈਂਦਾ ਨਾ ਜੀ। ਇੱਕ ਥਾਂ ਤੇ ਹੈਲੀਫੈਕਸ ਦੇ ਵਿੱਚ ਇੱਕ ਵਾਰੀ ਸਟ੍ਰਾਈਕ ਹੋਈ ਸੀ ਪੁਲਿਸ ਦੀ, 2 ਹਫ਼ਤੇ ਸਟ੍ਰਾਈਕ ਤੇ ਰਹੇ ਤਾਂ ਉਹਨਾਂ ਦੇ ਐਕਚੁਅਲੀ ਕ੍ਰਾਈਮ ਰੇਟ ਘਟ ਗਿਆ ਉਦੋਂ
ਜਦੋਂ ਸਟ੍ਰਾਈਕ ਤੇ ਲੋਕੀ ਜ਼ਿਆਦਾ ਤੰਨ ਹੋ ਗਏ, ਚੌਕਸ ਹੋ ਗਏ ਨਾ ਲੋਕੀ ਜੀ। ਉਹ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪੁਲਿਸ ਫੋਰਸ ਹਟਾ ਦਿਓ। ਇੰਨੇ ਕੁ ਸਮੇਂ ਲਈ ਇਟਸ ਨਾਟ ਇਨਫ ਟੂ ਮਤਲਬ ਉਹਦਾ ਕੰਕਲੂਜਨ ਕੱਢਣਾ, ਸਿੱਟਾ ਕੱਢਣਾ ਕਿ ਨਹੀਂ ਪੁਲਿਸ ਨਹੀਂ ਚਾਹੀਦੀ। ਪੁਲਿਸ ਵੀ ਚਾਹੀਦੀ ਹੈ, ਹਾਂਜੀ, ਪਰ ਇਹ ਸੋਲੂਸ਼ਨ ਨਹੀਂ ਹੁੰਦਾ ਜੀ ਕਿ ਹੋਰ ਪੁਲਿਸ ਵਾਲੇ ਹਾਇਰ ਕਰ ਲਓ, ਹੋਰ ਪੁਲਿਸ ਵਾਲੇ ਹਾਇਰ ਕਰ ਲਓ। ਇਹ ਇੱਕ ਸੋਲੂਸ਼ਨ ਹੈਗਾ ਕਿ ਪੁਲਿਸ ਹੋਣੀ ਚਾਹੀਦੀ ਹੈ। ਪੁਲਿਸ ਕਿੱਦਾਂ ਇਫੈਕਟਿਵਲੀ ਕੰਮ ਕਰਦੀ ਹੈ। ਹਾਂਜੀ, ਪੁਲਿਸ ਦੇ ਨਾਲ ਕਮਿਊਨਿਟੀ ਨੂੰ ਵੀ ਕੰਮ ਕਰਨਾ ਪੈਂਦਾ ਹੈ ਜੀ। ਕੱਲੀ ਪੁਲਿਸ ਨਹੀਂ ਰੋਕ ਸਕਦੀ ਕ੍ਰਾਈਮ ਨੂੰ, ਹਾਂਜੀ, ਨਾਲ ਕਮਿਊਨਿਟੀ ਨੂੰ ਵੀ ਸਾਥ ਦੇਣਾ ਪੈਂਦਾ। ਤੇ ਫਿਰ ਹੋਰ ਇਸ਼ੂਜ਼ ਹੋਣੀਆਂ ਲੋਕਲ ਨੇਬਰਹੁੱਡ ਦੇ ਵਿੱਚ। ਹੁਣ ਸਕੂਲਾਂ ਦੀ ਇਸ਼ੂ ਬਣੀ ਹੈ ਸਰੀ ਦੇ ਵਿੱਚ, ਹਾਂਜੀ, ਜਿਹੜੇ ਸਕੂਲ ਬੋਰਡ ਨੂੰ ਲੋਕੀ ਵੋਟ ਪਾਉਣਗੇ, ਕਿਉਂਕਿ ਬੱਚੇ ਤੁਸੀਂ ਦੇਖੋ ਪਾਪੂਲੇਸ਼ਨ ਵਧੀ ਜਾਂਦੀ ਹੈ, ਸਕੂਲ ਉਨੇ ਕਈ ਹੈ। ਵੈਸੇ ਤਾਂ ਸਰੀ ਦੇ ਵਿੱਚ ਬਹੁਤ ਨਵੇਂ ਸਕੂਲ ਬਣੇ ਆ, ਅਗਲੇ ਪੁਰਾਣੇ ਢਾਹ ਕੇ ਇਹਨੂੰ ਨਵੇਂ ਬਣਾਏ ਆ, ਪਰ ਫਿਰ ਵੀ ਪਾਪੂਲੇਸ਼ਨ ਇੰਨੀ ਵੱਧ ਰਹੀ ਹੈ, ਉਹਦੇ ਹਿਸਾਬ ਦੇ ਨਾਲ ਇਹਨਾਂ ਦੇ ਕੋਲੋਂ ਸਕੂਲ ਅਪ ਟੂ ਡੇਟ ਕੀਤੇ ਨਹੀਂ ਜਾ ਰਹੇ, ਕਲਾਸਾਂ ਭਰੀਆਂ ਪਈਆਂ। ਸੋ ਇਹ ਸਾਰੀਆਂ ਇਸ਼ੂਜ਼ ਜਿਹੜੀਆਂ ਇਹ ਆਉਣੀਆਂ ਸਾਡੇ ਸਾਹਮਣੇ ਅਕਤੂਬਰ ਦੇ ਵਿੱਚ। ਕਿਹੜੀ ਸਲੇਟ ਲੋਕਾਂ ਨੂੰ ਅਟਰੈਕਟ ਕਰਦੀ ਹੈ ਜੀ, ਕਿੱਦਾਂ ਕਰਦੀ ਹੈ ਜੀ। ਹਰ ਇੱਕ ਵੱਖਰਾ ਵੱਖਰਾ ਢੰਗ ਅਪਣਾਉਂਦਾ ਨਾ। ਹੁਣ 4 ਸਟੇਟਾਂ ਮੋਹਰੇ ਆਈਆਂ ਤਾਂ ਬਾਕੀ ਦੇ ਤੁਹਾਨੂੰ ਪਤਾ ਇੱਥੇ ਬਹੁਤ ਰੀਅਲ ਸਟੇਟ ਨੂੰ ਆਦਤ ਆ ਵੀ ਆਪਣਾ ਨਾਂ ਪਾ ਦੇਣਾ ਮੇਅਰ ਲਈ, ਵੋਟਾਂ ਭਾਵੇਂ 7 ਪੈਣ ਉਹਨੂੰ। ਹਾਂਜੀ, ਬਿਲਕੁਲ। ਹੈਨਾ, ਉਹਨਾਂ ਨੇ ਸਾਡੇ ਕਦੀ ਦਰਜੀ ਖੜਾ ਹੋ ਗਿਆ, ਉਹਨੂੰ ਖੜਾ ਨਹੀਂ ਹੋਇਆ, ਉਹਨੂੰ ਨਾਲ ਦਿਆਂ ਨੇ ਖੜਾ ਕਰਾਤਾ ਸ਼ਰਾਬੀ ਪਿਲਾ ਕੇ। ਤੇ ਉਹਦੀ ਵੈਸੇ ਵੋਟ ਹੈ ਨਹੀਂ ਸੀ ਕੋਈ, ਉਹ ਜਿਹਦੇ ਕੱਛੇ ਸੀਤੇ ਹੋਣੇ ਉਹਨੇ ਸ਼ਾਇਦ ਪਾਰਟੀ ਪਾਉਣੀ ਹੋਵੇ, ਵਾਅਦਾ ਕੀਤਾ ਹੋਣਾ, ਪਰ ਉਹਦੀ ਇੱਕ ਵੋਟ ਨਿਕਲੀ। ਉਹਦੇ ਜਦੋਂ ਵੋਟ ਕਾਊਂਟ ਕਰਦੇ ਸੀ ਤਾਂ ਉਹਦੀ ਇੱਕ ਵੋਟ ਸੀ, ਤੇ ਉਹਨੇ ਸੋਚ ਲਿਆ ਵੀ ਮੇਰੀ ਵਾਈਫ ਨੇ ਪਾਤੀ ਹੋਣੀ, ਕਿਉਂਕਿ ਉਹਨੇ ਨਹੀਂ ਪਾਈ, ਆਪਣੀ ਵੋਟ ਨਹੀਂ ਪਾਈ ਉਹਨੇ ਆਪ। ਉਹਦੇ ਲਾਲਟਨ ਜਿਹੜਾ ਨਿਸ਼ਾਨ ਸੀ, ਚੋਣ ਨਿਸ਼ਾਨ, ਹਾਂਜੀ, ਤੇ ਉਹ ਕਮਲਾ ਸੀ ਥੋੜਾ ਜਿਹਾ, ਉਹ ਲਾਲਟਨ ਜਗਾ ਕੇ ਉੱਥੇ ਸਕੂਲ ਦੇ ਮੋਹਰੇ ਖੜਾ ਰਿਹਾ ਸਾਰਾ ਦਿਨ ਵੀ ਮੈਨੂੰ ਵੋਟ ਪਾਓ, ਮੈਨੂੰ ਵੋਟ ਪਾਓ। ਆਪਣੀ ਵੋਟ ਪਾਈ ਨਹੀਂ ਉਹਨੇ, ਤੇ ਉਹਦੀ ਲੋਕਾਂ ਹੀ ਸ਼ੱਕ ਕਰਦੇ ਸੀ ਕਿ ਵਾਈਫ ਨੇ ਪਾਈ। ਤੇ ਮੈਂ ਉਹਨਾਂ ਨੂੰ ਜਾਣਦਾ ਵੀ ਸੀ, ਮੈਂ ਉਹਨਾਂ ਨੂੰ ਪੁੱਛਿਆ ਭਾਬੀ ਜੀ ਤੁਸੀਂ ਸਾਨੂੰ ਹਾਂ ਕੀਤੀ? ਸਾਡੇ ਤਾਇਆ ਜੀ ਖੜੇ ਸੀ ਉੱਥੇ। ਹਾਂਜੀ, ਮੈਂ ਕਿਹਾ ਤੁਸੀਂ ਸਾਨੂੰ ਹਾਂ ਕੀਤੀ? ਕਹਿੰਦੀ ਜਿੱਥੇ ਮਰਜ਼ੀ ਜਾ ਕੇ ਸਹੁੰ ਚੁਕਾ ਲਈ, ਮੈਂ ਵੋਟ ਉਹਨੂੰ ਹੀ ਪਾਈ, ਇਹਨੂੰ ਨਹੀਂ ਪਾਈ। ਇਹਨੂੰ ਪਤਾ ਨਹੀਂ ਕਿਹੜਾ ਕਮਲਾ ਪਾ ਗਿਆ। ਉਹਨੇ ਆਪਣੇ ਆਪ ਨੂੰ ਨਹੀਂ ਪਾਈ, ਉਹਦੀ ਜਿੱਦਾਂ ਵਾਈਫ ਨੇ ਉਹਨੂੰ ਵੋਟ ਨਹੀਂ ਪਾਈ। ਹਾਂਜੀ, ਏਦਾਂ ਦੇ ਵੀ ਹੁੰਦੇ ਆ, ਕੋਈ ਨਾ ਕੋਈ ਵੀ ਜਿਨ੍ਹਾਂ ਦੇ ਘਰ ਦੇ ਵੀ ਨਹੀਂ ਵੋਟ ਪਾਉਂਦੇ। ਇੱਥੇ ਰੀਅਲ ਸਟੇਟ ਏਜੰਟ ਹੈਗੇ ਆ, ਇਹ ਸਾਰੀਆਂ ਸਿਟੀਜ਼ ਦੇ ਵਿੱਚ ਜਿਨ੍ਹਾਂ ਨੂੰ ਆਦਤ ਆ ਕਿ ਇਟ ਡਜ਼ਨਟ ਕਾਸਟ ਯੂ ਐਨੀਥਿੰਗ। ਯੈਸ, ਤੁਸੀਂ ਜਾ ਕੇ ਉੱਥੇ ਰਜਿਸਟਰ ਕਰ ਲਓ ਤੇ ਉਹਦਾ ਨਾਂ ਆ ਜਾਂਦਾ ਹੈ। ਜਦੋਂ ਪੇਪਰਾਂ ਨੇ, ਲੋਕਲ ਪੇਪਰ ਨੇ ਛਪਣਾ ਹੈ, ਨਾਂ ਮੇਅਰ ਦੇ ਕੈਂਡੀਡੇਟ ਕੌਣ ਹੈ ਉਹਨਾਂ ਦੇ ਵਿੱਚ ਉਹਦਾ ਵੀ ਨਾਂ ਆ ਜਾਣ। ਹਾਂਜੀ, ਤੇ ਉਹ ਸੋਚਦੇ ਕਿ ਚਲੋ ਲੋਕੀ ਨਾਂ ਤਾਂ ਪੜ੍ਹਨਗੇ ਨਾ, ਪਬਲਿਸਿਟੀ ਹੋ ਜਾਂਦੀ, ਅਗਲੀਆਂ ਨੂੰ ਘਰ ਜ਼ਿਆਦਾ ਵਿਕਣਗੇ। ਹਾਂਜੀ, ਪਰ ਲੋਕਾਂ ਇਹ ਉਲਟਾ ਵੀ ਅਸਰ ਪੈ ਜਾਂਦਾ ਨਾ ਜੀ। ਜਦੋਂ ਕਿਸੇ ਨੇ ਉਹ ਅਖਬਾਰ ਪੜ੍ਹ ਲਈ ਵੀ ਇਹਨੂੰ 3 ਵੋਟਾਂ ਮਿਲੀਆਂ ਸੀ। ਹਾਂਜੀ, ਵੈਸੇ 6 ਲੱਖ ਵੋਟ ਆ ਇੱਥੇ, ਮਤਲਬ 6 ਲੱਖ ਲੋਕੀ ਆ, 4 ਲੱਖ ਤੋਂ ਜ਼ਿਆਦਾ ਵੋਟਾਂ ਹੋਣੀਆਂ ਇੱਥੇ। ਹਾਂਜੀ, ਤੇ ਉਹ ਚੋਂ 3 ਵੋਟਾਂ ਮਿਲੀਆਂ, ਕਿਸੇ ਨੂੰ 2 ਮਿਲੀਆਂ ਜਾਂ 1 ਮਿਲੀ, ਉਹ ਫਿਰ ਹਾਸੇ ਵਾਲੀ ਗੱਲ ਵੀ ਬਣ ਜਾਂਦੀ। ਅਗਲੇ ਸੋਚਦੇ ਆ ਇਹਦੇ ਰਾਹੀਂ ਘਰ ਨਹੀਂ ਵੇਚਣਾ, ਇਹ ਕਮਲਾ ਆ ਜੀ। ਬਿਲਕੁਲ, ਇਹ ਵੀ ਰੈਪੂਟੇਸ਼ਨ ਹੀ ਬਣ ਜਾਂਦਾ ਵੈਸੇ। ਹਾਂਜੀ, ਹਾਂਜੀ, ਤੋਂ ਰੈਪੂਟੇਸ਼ਨ ਬਣਾਉਣਾ ਜਾਂ ਗਵਾਉਣਾ, ਕਈਆਂ ਦਾ ਇਹ ਵੀ ਬਿਜ਼ਨਸ ਬਣਿਆ ਹੈ। ਸੋ ਅਕਤੂਬਰ ਦੇ ਵਿੱਚ ਕੀ ਹੋਣਾ ਕੀ ਨਹੀਂ, ਇਹਦੀਆਂ ਕਿਆਸ ਰਹੀਆਂ, ਪਰ ਹਾਲੇ ਸਲੇਟਾਂ ਜਿਹੜੀਆਂ ਬਣ ਰਹੀਆਂ ਤਾਂ ਔਰ ਜਿਹੜੇ ਘਿਸੇ ਪਿੱਟੇ ਰੈਕਡ ਮੁੜ ਕੇ ਦੱਸੀ ਜਾਂਦੇ ਨਾ, ਮੈਨੂੰ ਲੋਕਾਂ ਨੇ ਅਪਰੋਚ ਕੀਤਾ, ਫਲਾਨਿਆਂ ਨੇ ਅਪਰੋਚ ਕੀਤਾ, ਇਹ ਛੱਡ ਦਿਓ, ਕੋਈ ਚੰਗੀ ਗੱਲ ਕਰਨੀ ਸਿੱਖੋ। ਜੀ ਬਿਲਕੁਲ। ਡਾਕਟਰ ਸਾਹਿਬ, ਖਬਰਾਂ ਦਾ ਸਿਲਸਿਲਾ ਜਾਰੀ ਰੱਖਦੇ ਆ। ਆਪਾਂ ਗੱਲ ਕਰਦੇ ਹਾਂ ਹੈਲਥ ਕੇਅਰ ਸਿਸਟਮ ਦੀ। ਹਰ ਰੋਜ਼ ਆਪਾਂ ਨੂੰ ਖਬਰਾਂ ਦੇ ਵਿੱਚ ਵੀ ਦੇਖਦੇ ਹਾਂ, ਆਪਾਂ ਰਿਪੋਰਟਸ ਵੀ ਆਉਂਦੀਆਂ ਨੇ, ਸਟੈਟਸ ਵੀ ਦੱਸਦੇ ਆ ਕਿ ਨਰਸਿਸ ਦੀ ਕਾਫੀ ਜ਼ਿਆਦਾ ਕਮੀ ਆ ਇੱਥੇ। ਪਰ ਜਿਹੜੀਆਂ ਹੁਣ ਫੋਰਨ ਟ੍ਰੇਨਡ ਨਰਸਿਸ ਹੈਗੀਆਂ ਨੇ, ਉਹਨਾਂ ਨੂੰ ਇਹ ਹਾਇਰ ਨਹੀਂ ਕਰਦੇ ਹੈਗੇ ਫੋਰਨ ਕ੍ਰੈਡੈਂਸ਼ੀਅਲਸ ਦੇ ਕਰਕੇ, ਜੋ ਵੀ ਇਹਨਾਂ ਦੇ ਪਹਿਲਾਂ ਰੂਲਸ ਬਣੇ ਨਰਸਿੰਗ ਐਸੋਸੀਏਸ਼ਨ ਦੇ ਕਰਕੇ। ਜੀ, ਤੁਸੀਂ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿੰਨੇ ਵੀ ਕੈਨੇਡਾ ਦੇ ਵਿੱਚ ਪ੍ਰੋਫੈਸ਼ਨਸ ਨੇ, ਚਾਹੇ ਨਰਸਿੰਗ ਹੈ, ਡਾਕਟਰਸ ਹੈ, ਪ੍ਰੋਫੈਸਰਸ ਹੈ, ਲਾਇਰਸ ਹੈ, ਅਕਾਊਂਟੈਂਟਸ ਨੇ,
ਇਹਨਾਂ ਦੀਆਂ ਆਪਣੀਆਂ ਜਥੇਬੰਦੀਆਂ ਬਣਾਈਆਂ ਹੋਈਆਂ ਜਿਹੜੀਆਂ ਕੰਟਰੋਲ ਕਰਦੀਆਂ, ਗੇਟਕੀਪਰ ਬਣੇ ਹੋਏ ਆ। ਹਾਂਜੀ, ਇਹ ਕੰਟਰੋਲ ਕਰਦੇ ਕਿ ਕਿਹਨੇ ਬੰਦੇ ਨੇ ਆ ਕੇ ਇੱਥੇ ਟੀਚਰ ਬਣਨਾ, ਕਿਸ ਬੰਦੇ ਨੇ ਇੱਥੇ ਲਾਅ ਕਰਨਾ ਪ੍ਰੈਕਟਿਸ, ਕਿਸ ਬੰਦੇ ਨੇ ਇੱਥੇ ਆ ਕੇ ਅਕਾਊਂਟੈਂਟ ਬਣਨਾ। ਤਾਂ ਫੋਰਨ ਵਾਲੇ ਜਿਹੜੇ ਬੰਦੇ ਪ੍ਰੋਫੈਸ਼ਨਲ ਆਉਂਦੇ ਆ ਉਹਨਾਂ ਲਈ ਇਹਨਾਂ ਨੇ ਜ਼ਿਆਦਾ ਹੀ ਬਣਾਏ ਆ। ਨਰਸਿੰਗ ਦੀ ਗੱਲ ਕਰਦੇ ਆ, ਇੱਕ ਔਰਤ ਆਈ ਫਿਨਲੈਂਡ ਤੋਂ ਆਈ ਆ, ਵੈਸੇ ਕੈਨੇਡਾ ਚੋਂ ਗਈ ਉਹ, ਛੋਟੀ ਹੁੰਦੀ ਕਿਤੇ ਗਈ ਆ ਫਿਨਲੈਂਡ। ਕੈਨੇਡਾ ਦੇ ਵਿੱਚ ਰਹਿੰਦੀ ਸੀ, ਇੰਗਲਿਸ਼ ਵੀ ਆਉਂਦੀ ਆ, ਫ੍ਰੈਂਚ ਵੀ ਆਉਂਦੀ ਆ ਉਹਨੂੰ। ਉਹਨੇ ਉੱਥੇ ਜਾ ਕੇ ਨਰਸਿੰਗ ਕਰ ਲਈ। ਉਹ ਪਹਿਲਾਂ ਕਹਿੰਦੀ ਵੀ ਜਿਹੜੇ ਰੂਲ ਆ ਇਹਨਾਂ ਦੇ ਉਹ ਇਹ ਆ ਕਿ ਉੱਥੋਂ ਸਾਨੂੰ ਸਾਰੇ ਡਾਕੂਮੈਂਟ ਭਜਾਓ ਓਰੀਜਨਲ ਜਿਹੜੇ। ਅੱਛਾ, ਫਿਰ ਇਹ ਈਮੇਲ ਤੇ ਨਹੀਂ ਲੈਂਦੇ, ਇਹ ਵੀ ਬਣਾਈ ਇਹਨਾਂ ਨੇ ਸਿਸਟਮ ਬਣਾਇਆ, ਇਹ ਉਹਨਾਂ ਨੂੰ ਮੇਲ ਕਰਨੇ ਪੈਂਦੇ। ਤਾਂ ਉਹ ਕਹਿੰਦੀ ਕਿ ਹਰ ਇੱਕ ਡਾਕੂਮੈਂਟ ਉੱਥੋਂ ਇਕੱਠਾ ਕੀਤਾ, ਕੋਈ ਬੰਦਾ ਉੱਥੇ ਚਾਹੀਦਾ ਜਾਂ ਉਹਨਾਂ ਨੂੰ ਲਿਖਦੇ ਆ, ਉੱਥੇ ਵੀ ਬਿਊਰੋਕ੍ਰੇਸੀ ਇਦਾਂ ਦੀ ਹੋਣੀ। ਹਾਂਜੀ, ਤੇ ਫਿਰ ਉਹ ਇਹਨਾਂ ਨੂੰ ਜਦੋਂ ਮਿਲ ਜਾਂਦੇ ਫਿਰ ਅਸੈਸਮੈਂਟ ਲਾਉਣ ਲਈ ਬਹੁਤ ਦੇਰ ਲਾਉਂਦੇ, ਕਿਉਂਕਿ ਗੇਟਕੀਪਰਸ ਜਿਹੜੀਆਂ ਇੱਥੇ ਦੀਆਂ ਨਰਸਾਂ ਉਹ ਨਹੀਂ ਚਾਹੁੰਦੀਆਂ ਕਿ ਬਾਹਰਲੀਆਂ ਨਰਸਾਂ ਆ ਕੇ ਸਾਡੇ ਨਾਲ ਕੰਪੀਟੀਸ਼ਨ ਕਰਨ। ਤੁਸੀਂ ਇਹ ਟਰਮ ਬਹੁਤ ਵਧੀਆ ਯੂਜ਼ ਕੀਤੀ ਹੈ, ਗੇਟਕੀਪਰ, ਇਹ ਬਿਲਕੁਲ ਸਹੀ ਆ। ਇਹਨਾਂ ਨੇ ਬੰਦ ਕਰਕੇ ਅੰਦਰ ਖੜੀਆਂ। ਹਾਂਜੀ, ਕੁੱਤੇ ਛੱਡੇ ਮੋਹਰੇ। ਤੇ ਇਹਨੇ ਉਸ ਤੋਂ ਬਾਅਦ ਫਿਰ ਉਹਨੂੰ ਫਿਰ ਕਹਿੰਦੇ ਆ ਕਿ ਤੂੰ ਇਸ ਗੱਲ ਦੀ ਅਪਗ੍ਰੇਡ ਕਰ, ਇਸ ਗੱਲ ਦੀ ਅਪਗ੍ਰੇਡ ਕਰ। ਉਹ ਕਰਦੀ ਆ, ਉਹ ਕਹਿੰਦੀ ਕੀਤਾ ਮੈਂ ਸਭ ਕੁਝ। ਤਾਂ ਫਿਰ ਜਿਹੜਾ ਉਹ ਕੈਨੇਡੀਅਨ ਨਰਸਾਂ ਨੂੰ ਵੀ ਵੈਸੇ ਲਿਖਣਾ ਪੈਂਦਾ, ਇੱਕ ਇਹਨਾਂ ਦਾ ਐਗਜ਼ਾਮ ਹੈ, ਤੇ ਉਹ ਲਿਖਿਆ ਉਹਨੇ। ਉਸ ਐਗਜ਼ਾਮ ਦੇ ਵਿੱਚੋਂ ਉਹ ਏਸ ਕਰ ਗਈ। ਤਾਂ ਫਿਰ ਕਿਉਂਕਿ ਉਹ ਫੋਰਨ ਦੀ ਪੜ੍ਹੀ ਹੋਈ ਆ, ਉਹਨੇ ਦੱਸਿਆ ਵੀ ਮੈਂ ਬਾਈਲਿੰਗੁਅਲ ਆ, ਇੰਗਲਿਸ਼ ਵੀ ਬੋਲਦੀ ਆ, ਫ੍ਰੈਂਚ ਵੀ ਬੋਲਦੀ ਆ। ਯਕੀਨ ਹੀ ਕੋਈ ਨਹੀਂ ਇਹਨਾਂ ਨੂੰ। ਉਹਨੂੰ ਕਹਿੰਦੇ ਕਿ ਇੰਗਲਿਸ਼ ਦਾ ਫੇਕ ਐਗਜ਼ਾਮ ਲਿਖ, ਤੇ ਉਹ ਹੈ ਕੈਨੇਡੀਅਨ, ਐਕਚੁਅਲੀ ਕੈਨੇਡੀਅਨ ਸਿਟੀਜ਼ਨ ਹੈ ਉਹ। ਤੇ ਉਹਨੇ ਫਿਰ ਇੰਗਲਿਸ਼ ਦਾ ਐਗਜ਼ਾਮ ਲਿਖਿਆ, ਪਾਸ ਹੋ ਗਈ, ਏਸ ਕੀਤਾ ਉਹਨੇ ਜੀ। ਤੇ ਫਿਰ ਕੀ ਕਰਦੇ ਆ, ਉਸ ਤੋਂ ਬਾਅਦ ਸਾਰਾ ਕੁਝ ਕਰਾ ਕੇ ਫਿਰ ਇੱਕ ਹੋਰ ਅਸੈਸਮੈਂਟ ਲੈਂਦੇ ਆ ਨਰਸਿੰਗ ਦੀ, ਸਿਰਫ ਤੇ ਸਿਰਫ ਫੋਰਨ ਕੰਡੈਂਸ਼ਨ ਵਾਲਿਆਂ ਦੀ। ਤੇ ਉਹ 2 ਸਾਲ ਹੋ ਗਿਆ, ਕਹਿੰਦੀ ਅਜੇ ਤਾਈਂ ਨਰਸ ਨਹੀਂ ਬਣਾਇਆ ਉਹਨੂੰ। ਤਾਂ ਰੌਲਾ ਪਾਉਂਦੇ ਆ, ਮਤਲਬ ਤੁਸੀਂ ਟੀਵੀ ਦੀਆਂ ਐਡਾਂ ਦੇਖ ਲਓ ਕਿ ਸਾਡੇ ਤੋਂ ਨਰਸਾਂ ਦੀ ਸ਼ਾਰਟੇਜ ਆ, ਸਾਡੇ ਤੋਂ ਨਰਸਾਂ ਦੀ ਸ਼ਾਰਟੇਜ ਆ। ਇੱਕ ਤੁਹਾਨੂੰ ਮੈਂ ਦੱਸਦਾ ਕਿ ਇੱਕ ਆਪਣੇ ਪੰਜਾਬੀ ਲੜਕੀ ਸੀ, ਉਹ ਇੰਡੀਆ ਦੇ ਵਿੱਚੋਂ B.Ed ਕਰਕੇ ਆਈ ਸੀ। ਹਾਂਜੀ, MA B.Ed ਕੀਤੀ ਸੀ ਉਹਨੇ, ਤੇ ਉਹ ਅੰਟੇਰੀਓ ਦੇ ਵਿੱਚ ਮੂਵ ਹੋ ਗਏ। ਅੰਟੇਰੀਓ ਵਾਲਿਆਂ ਨੇ ਅਸੈਸਮੈਂਟ ਕੀਤੀ, ਮਤਲਬ 1.5 ਸਾਲ ਲੱਗਾ ਹੋਣਾ ਉਹਨੂੰ ਪੇਪਰ ਇਕੱਠੇ ਕਰਦੇ ਨੇ। ਅਸੈਸਮੈਂਟ ਕੀਤੀ, ਉਹਨੇ ਕੋਰਸ ਕੀਤੇ ਕੁਛ ਜਿਹੜੇ ਉਹਨਾਂ ਨੇ ਰਿਕਮੈਂਡ ਕੀਤੇ, ਤਾਂ ਉਸ ਤੋਂ ਬਾਅਦ ਉਹਨੂੰ ਲਾਇਸੈਂਸ ਦੇ ਦਿੱਤਾ, ਪਰਮਿਟ, ਜਿਹੜਾ ਟੀਚਰਸ ਸਰਟੀਫਿਕੇਟ ਦੇ ਦਿੱਤਾ। ਅੱਛਾ, ਉਹ ਬਣ ਗਈ, ਉੱਥੇ ਟੀਚਰ ਬਣ ਗਈ, ਤੇ ਉਹਨਾਂ ਨੇ ਵੀ ਇੰਗਲਿਸ਼ ਟੈਸਟ ਲਿਆ। ਉਸ ਤੋਂ ਬਾਅਦ ਉਹ ਸਾਰੀ ਫੈਮਿਲੀ ਇੱਥੇ BC ਦੇ ਵਿੱਚ ਮੂਵ ਹੋਈ, 2-3 ਸਾਲ ਉੱਥੇ ਪੜ੍ਹਾਇਆ ਹੋਣਾ ਉਹਨੇ। ਤੇ ਇਹ ਜਿਹੜੇ BC ਕਾਲਜ ਆਫ ਟੀਚਰ ਹੁੰਦਾ ਸੀ ਪਹਿਲਾਂ, ਹੁਣ ਤਾਂ ਉਹ ਡਿਸਬੈਂਡ ਕਰਤਾ ਇਹਨਾਂ ਨੇ, ਮਿਨਿਸਟਰੀ ਆਫ ਐਜੂਕੇਸ਼ਨ ਨੇ ਲੈ ਲਿਆ ਉਹ। ਉਹਨਾਂ ਨੇ ਕਿਹਾ ਕਿ ਤੈਨੂੰ ਦੁਬਾਰਾ ਇੰਗਲਿਸ਼ ਦਾ ਐਗਜ਼ਾਮ ਲਿਖਣਾ ਪੈਂਦਾ, ਕਿਉਂਕਿ ਤੂੰ ਪਹਿਲਾਂ ਓਰੀਜਨਲ ਜਿਹੜੀ ਡਿਗਰੀ ਆ ਉਹ ਪੰਜਾਬ ਤੋਂ ਕੀਤੀ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਇਹਨਾਂ ਨੂੰ ਪੁੱਛਣਾ ਸੀ ਵੀ ਅੰਟੇਰੀਓ 'ਚ ਪੰਜਾਬੀ ਪੜ੍ਹਾਉਂਦੇ ਆ? ਅੰਟੇਰੀਓ ਦੇ ਸਕੂਲ ਵੀ ਤਾਂ ਇੰਗਲਿਸ਼ ਤੇ ਫ੍ਰੈਂਚ ਹੀ ਪੜ੍ਹਾਉਣ ਵਾਲੇ ਆ। ਹਾਂਜੀ, ਜੇ ਮੈਂ ਉੱਥੇ 3 ਸਾਲ ਪੜ੍ਹਾ ਕੇ ਆ ਗਈ ਆ ਤੇ ਇੱਥੇ ਤੁਹਾਨੂੰ ਕੀ ਦਿੱਕਤ ਪੈਂਦੀ ਹੈ? ਪਰ ਇਹਨਾਂ ਨੇ ਆਪਣੀ ਪ੍ਰੋਬਲਮ ਖੜੀ ਕਰ ਲਈ। ਇਹ ਵੀ ਗੇਟਕੀਪਰ ਹੈ ਨਾ। ਹਾਂਜੀ, ਇਹਨਾਂ ਨੇ ਆਪਣੇ ਕੁੱਤੇ ਛੱਡਦੇ ਉਹ ਵਿਚਾਰੀ ਆ ਕੇ ਉਹਨੂੰ ਦੁਬਾਰਾ ਫੇਰ ਇੰਗਲਿਸ਼ ਦਾ ਐਗਜ਼ਾਮ ਲਿਖਣਾ ਪਿਆ। ਪਾਸ ਕਰਨਾ ਉਹਦੇ ਲਈ ਪ੍ਰੋਬਲਮ ਨਹੀਂ ਸੀ, ਕਿਉਂਕਿ ਇੰਗਲਿਸ਼ ਦੀ ਟੀਚਰ ਸੀ ਐਕਚੁਅਲੀ। ਹਾਂਜੀ, ਤੇ ਪਰ ਇਹਨਾਂ ਨੇ ਹਰ ਇੱਕ ਜਗ੍ਹਾ ਤੇ ਉਹਨੂੰ ਡਿਲੇ ਕਰਨ ਦੀ ਕੋਸ਼ਿਸ਼ ਕੀਤੀ। ਡਾਕਟਰ ਆਉਂਦੇ ਆ ਉੱਥੇ 15 ਸਾਲ 20 ਸਾਲ ਸਰਜਨ ਬਣੇ ਹੁੰਦੇ ਉਹ ਬੰਦੇ, ਤਾਂ ਉਹਨਾਂ ਨੂੰ ਇੰਨਾ ਤੰਗ ਕਰਨਗੇ ਨਾ, ਆਹ ਐਗਜ਼ਾਮ ਲਿਖ, ਉਹਨਾਂ ਨੂੰ ਰੈਜ਼ੀਡੈਂਸੀ ਨਹੀਂ ਦਿੰਦੇ ਇੱਥੇ। ਪਹਿਲਾਂ ਆਉਂਦੇ ਆ, ਉਹ ਐਗਜ਼ਾਮ ਕਲੀਅਰ ਕਰ ਦਿੰਦੇ ਆ, ਫਿਰ ਰੈਜ਼ੀਡੈਂਸੀ ਨਹੀਂ, ਜੇ 1 ਸਾਲ ਦੇ ਵਿੱਚ ਰੈਜ਼ੀਡੈਂਸੀ ਨਹੀਂ ਮਿਲਦੀ ਤੇ ਫਿਰ ਦੂਸਰੇ ਸਾਲ ਫਿਰ ਐਗਜ਼ਾਮ ਕਲੀਅਰ ਕਰੋ। ਫਿਰ ਕਦੇ ਨਿਊਫੀਲੈਂਡ ਜਾਂਦੇ ਆ, ਕਦੇ ਉਹ ਸਸਕੈਚੁਅਨ ਜਾਂਦੇ ਆ, ਬਿਲਕੁਲ ਛੋਟੀ ਛੋਟੀ ਜਗ੍ਹਾ ਤੇ, ਉੱਥੇ ਫਿਰ ਆਪਣੇ ਰੈਜ਼ੀਡੈਂਸੀ ਦੇ ਪੂਰੇ ਕਰਕੇ ਆਉਂਦੇ ਸਮਾਂ, ਫਿਰ ਉਹ ਵੱਡੇ ਸ਼ਹਿਰਾਂ ਦੇ ਵਿੱਚ ਮੂਵ ਹੁੰਦੇ ਆ। ਤੁਸੀਂ ਪਹਿਲਾਂ ਹੀ ਕਹਿ ਲਓ
ਕਿ ਅਸੀਂ ਉਹਨਾਂ ਡਾਕਟਰ ਨੂੰ ਸੱਦਣਾ ਜਿਹੜੇ ਇਹਨਾਂ ਏਰੀਆ ਦੇ ਵਿੱਚ ਜਾਣ। ਲੋਕਾਂ ਨੇ ਆ ਜਾਣਾ। ਹਾਂਜੀ, ਲੋਕੀ ਬਹੁਤ ਆ, ਡਾਕਟਰ ਬਹੁਤ ਆ, ਲਾਇਰਸ ਬਹੁਤ ਪ੍ਰੋਫੈਸ਼ਨਲ ਹੈ ਜਿਹੜੇ ਇਹ ਇੱਥੇ ਜਿਹੜੀ ਜਦੋਂ ਅਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਉਹ ਵੈਲਕਮ ਆ ਜਿਹੜਾ ਕੁਛ ਨਹੀਂ ਪੜ੍ਹਿਆ ਆ, ਜਿਹਨੂੰ ਅੰਗਰੇਜ਼ੀ ਸਿੱਖਣ ਨੂੰ 70 ਸਾਲ ਲੱਗਣੇ, ਕਿਉਂਕਿ ਉਹ ਬੰਦੇ ਆ ਜਿਹੜੇ ਹਰ ਇੱਕ ਕੰਮ ਕਰਨ ਲਈ ਤਿਆਰ ਹੈ। ਹੁਣ ਛੱਤਾਂ ਤੇ ਜਾ ਕੇ ਦੇਖ ਲਓ ਜਿਹੜੇ ਬੰਦੇ ਕੰਮ ਕਰਦੇ ਆ, ਇਹਨਾਂ ਦੇ ਕੋਈ ਵਿੱਚ ਕੋਈ ਪ੍ਰੋਫੈਸ਼ਨਲ ਬੰਦਾ ਤਾਂ ਹੈ ਨਹੀਂ। ਵੈਸੇ ਪੜ੍ਹੇ ਲਿਖੇ ਵੀ ਹੈਗੇ ਉਹਨਾਂ ਦੇ ਵਿੱਚ, ਪਰ ਉਹ ਪਹਿਲੀ ਜਨਰੇਸ਼ਨ ਹੈ ਜਿਹੜੀ ਕੰਮ ਕਰਦੀ ਉੱਪਰ ਜਾ ਕੇ। ਨਹੀਂ ਇੱਥੇ ਵਾਲੇ ਕਿਸੇ ਬੱਚੇ ਨੂੰ ਕਹਿ ਕੇ ਦਿਖਾ ਲਓ ਵੀ ਛੱਤ ਤੇ ਚੜ੍ਹ ਜਾ ਕੰਮ ਕਰ, ਇਹ ਛੱਤ ਤੇ ਚੜ੍ਹ ਕੇ ਤੁਰ ਹੀ ਨਹੀਂ ਸਕਦੇ ਜੀ। ਇਹ ਪੰਜਾਬ ਤੋਂ ਆ ਕੇ ਜਾਂ ਯੂਕਰੇਨ ਤੋਂ ਆ ਕੇ ਕੰਮ ਕਰ ਲੈਂਦੇ, ਤਕੜਾ ਕੰਮ ਕਰਦੇ ਉਹ। ਸੋ ਜਿਹੜੇ ਐਕਚੁਅਲ ਲੇਬਰ ਫੋਰਸ ਹੈ ਉਹਨੂੰ ਕੋਈ ਦਿੱਕਤ ਨਹੀਂ ਹੈ। ਜੇ ਦਿੱਕਤ ਹੈ ਤਾਂ ਫੋਰਨ ਕ੍ਰੈਡੈਂਸ਼ੀਅਲ ਦੀ ਉਹਨਾਂ ਨੂੰ, ਜਿਨ੍ਹਾਂ ਦੇ ਕੋਲ ਕੋਈ ਪ੍ਰੋਫੈਸ਼ਨ ਹੈ। ਔਰ ਉਹ ਪ੍ਰੋਫੈਸ਼ਨ ਇਹ ਨਹੀਂ ਹੈ ਕਿ ਉਹ ਬੰਦੇ ਉਹਨਾਂ ਨੇ ਡਿਗਰੀ ਲੈ ਕੇ ਇੱਥੇ ਆ ਗਏ। ਕਈ ਬੰਦੇ ਉਸ ਪ੍ਰੋਫੈਸ਼ਨ ਦੇ ਵਿੱਚ ਕਈ ਸਾਲ ਕੰਮ ਕਰਦੇ ਰਹੇ। ਮੈਂ US ਨੂੰ ਜਾਣਾ ਸੀ ਤਾਂ ਮੇਰਾ ਐਂਟੀਜਨ ਟੈਸਟ ਅੱਜ ਕੱਲ ਆਨਲਾਈਨ ਕਰ ਦਿੰਦੇ ਆ। ਹਾਂਜੀ। ਉਹ ਜਿਸ ਬੰਦੇ ਨੇ ਮੇਰਾ ਟੈਸਟ ਵਾਚ ਕਰਨਾ ਸੀ ਮੈਨੂੰ ਨਾ, ਮੈਂ ਉਹਨਾਂ ਗੱਲਾਂ ਕਰਨ ਲੱਗ ਪਿਆ। ਮੈਂ ਕਿਹਾ ਤੂੰ ਕਦਾ ਲੈਬ ਦਾ ਅਸਿਸਟੈਂਟ ਰਹੀ ਆ, ਕੋਈ ਹੋਰ ਵੀ ਕੀਤਾ? ਉਹ ਕਹਿੰਦਾ ਮੈਂ ਵੈਨਜ਼ੂਏਲਾ ਤੋਂ ਡਾਕਟਰ ਸੀ ਉੱਥੇ, ਤੇ ਉੱਥੇ ਮੈਂ ਸਰਜਰੀਆਂ ਕਹਿੰਦਾ ਕਰਦਾ ਰਿਹਾ 15 ਸਾਲ। ਇੱਥੇ ਆਇਆ ਤਾਂ ਕਹਿੰਦਾ ਇਹਨਾਂ ਨੇ ਮੈਨੂੰ ਹਲੇ ਰੈਜ਼ੀਡੈਂਸੀ ਨਹੀਂ ਦਿੱਤੀ। ਕਹਿੰਦਾ ਫਿਰ ਮੈਂ ਰੋਟੀ ਤਾਂ ਖਾਣੀ ਆ ਨਾ ਜੀ। ਫਿਰ ਉਹਨੇ ਕੋਈ ਲੈਬ ਦਾ ਛੋਟਾ ਜਿਹਾ ਅਸਿਸਟੈਂਟ ਦਾ ਕੰਮ ਕੀਤਾ, ਕੋਰਸ ਕੀਤਾ, ਤਾਂ ਉਹਨੂੰ ਫਿਰ ਲੈਬ ਅਸਿਸਟੈਂਟ ਦੇ ਤੌਰ ਤੇ ਇੱਕ ਡਾਕਟਰ ਨੂੰ, ਇੱਕ ਸਰਜਨ ਨੂੰ ਉਹਨਾਂ ਨੇ ਰੱਖਿਆ ਹੈ ਉੱਥੇ। ਤੇ ਮੈਨੂੰ, ਮੈਂ ਕਿਹਾ ਵੀ ਮੈਂ ਤਾਂ ਹੋਰ ਕੁਝ ਨਹੀਂ ਕਰ ਸਕਦਾ, ਤੇਰੇ ਨਾਲ ਸਿੰਪਥੀ ਜ਼ਰੂਰ ਹੈ ਮੇਰੀ ਜੀ, ਵੀ ਦੇਸ਼ ਹੀ ਇਦਾਂ ਦਾ ਹੈ। ਪ੍ਰੋਫੈਸ਼ਨਲਜ਼ ਨਾਲ ਇਦਾਂ ਕਰਦੇ ਆ, ਗੇਟ ਕੀਪਰਸ ਜੀ। ਇਹ ਖੁਦ ਨਹੀਂ ਚਾਹੁੰਦੇ ਕਿ ਹੋਰ ਬੰਦੇ ਆ ਕੇ ਸਾਡੇ ਨਾਲ ਕੰਪੀਟੀਸ਼ਨ ਕਰਨ। ਹਾਂ, ਲੇਬਰ ਫੋਰਸ ਦੇ ਵਿੱਚ ਕੰਮ ਕਰਨਾ ਠੀਕ ਹੈ, ਉਹ 'ਚ ਕੋਈ ਪ੍ਰੋਬਲਮ ਨਹੀਂ, ਉਹ 'ਚ ਕੋਈ ਪ੍ਰੋਬਲਮ ਨਹੀਂ, ਕਿਉਂਕਿ ਇਹ ਕੈਨੇਡੀਅਨ ਉਹ ਕੰਮ ਕਰਨਾ ਨਹੀਂ ਚਾਹੁੰਦੇ। ਹੁਣ ਜਦੋਂ ਅਸੀਂ ਆਏ ਸੀ ਉਦੋਂ ਇੱਥੇ ਬੱਚੇ ਜਿਹੜੇ ਸੀ ਸਕੂਲਾਂ ਦੇ ਵਿੱਚੋਂ ਹਟਦੇ ਸੀ, ਛੁੱਟੀਆਂ ਹੁੰਦੀਆਂ ਸੀ, ਸਾਰੇ ਬੇਰੀ ਤੋੜਦੇ ਹੁੰਦੇ ਸੀ ਇੱਥੇ ਜਾ ਕੇ। ਹੁਣ ਵਾਲੇ ਬੱਚਿਆਂ ਨੂੰ ਕਹਿ ਕੇ ਦਿਖਾਓ, ਕੋਈ ਨਹੀਂ, ਇੱਥੇ ਦਾ ਜੰਮਿਆ ਕੋਈ ਨਹੀਂ ਤੋੜਨ ਜਾਂਦਾ ਉੱਥੇ, ਕਿਉਂਕਿ ਬੇਰੀ ਅਸੀਂ ਤੋੜਦੇ, ਸਾਨੂੰ ਥੋੜ੍ਹਾ ਜਿਹਾ ਸੌਖਾ ਲੱਗਦਾ ਸੀ, ਤੂੜੀ ਪਾਉਣ ਨਾਲ ਤਾਂ ਚੰਗਾ ਹੈ। ਸਖਤ ਕੰਮ ਕਰਨ ਵਾਲੇ ਸਾਰੇ ਉੱਥੋਂ, ਯੂਕਰੇਨ ਤੋਂ ਹੁਣ ਧੜ ਆ ਰਹੇ ਹਨ। ਹਾਂਜੀ। ਇੱਕ ਤਾਂ ਹਿਊਮੈਨਿਟੇਰੀਅਨ ਹੈ, ਦਿਖਾੜਦੇ ਆ ਅਸੀਂ ਹਿਊਮੈਨਿਟੇਰੀਅਨ। ਦੂਸਰਾ ਇਹਨਾਂ ਨੂੰ ਪਤਾ ਵੀ ਅੰਗਰੇਜ਼ੀ ਨਹੀਂ ਬੋਲਦੇ। ਕਮ ਸੇ ਕਮ ਪਹਿਲੀ ਜਨਰੇਸ਼ਨ ਤਾਂ ਉਹਨਾਂ ਦੀ ਇਦਾਂ ਦੀ ਹੋਣੀ ਹੈ ਜਿਹੜੀ ਹਰੇਕ ਹੀ ਕੰਮ ਕਰਨ ਨੂੰ ਤਿਆਰ ਹੈ। ਹਾਂਜੀ। ਤੇ ਉਹ ਲਈ ਖੁਸ਼ੀ ਆ ਇਹਨਾਂ ਨੂੰ। ਜੇ ਤਾਂ ਉਹਨਾਂ 'ਚੋਂ ਪ੍ਰੋਫੈਸ਼ਨਲ ਬੰਦੇ ਆਏ ਹੋਣੇ ਆ ਉਹਨਾਂ ਦੇ, ਉਹ ਦੁਖੀ ਹੋਣਗੇ ਜੀ, ਕਿਉਂਕਿ ਉਹਨਾਂ ਨੂੰ ਕ੍ਰੈਡੈਂਸ਼ੀਅਲ ਦੇਣੀਆਂ ਨੇ ਇਹਨਾਂ ਨੇ। ਜਿਹੜੇ ਪ੍ਰੋਫੈਸ਼ਨਲਸ ਆਉਂਦੇ ਡਾਕਟਰ ਸਾਹਿਬ, ਕਈ ਤਾਂ ਜਿੱਦਾਂ ਐਗਜ਼ਾਮ ਵੀ ਕਲੀਅਰ ਕਰਦੇ ਆ, ਫਿਰ ਥੱਕ ਜਾਂਦੇ ਆ, ਉਹਨਾਂ ਦੀ ਇੰਨੀ ਫਰਸਟ੍ਰੇਸ਼ਨ ਵੱਧ ਜਾਂਦੀ ਹੈ, ਫਿਰ ਆਪਾਂ ਉਹਨਾਂ ਨੂੰ ਜਦੋਂ ਦੇਖਦੇ ਆ ਫਿਰ ਉਹ ਆਮ ਲੇਬਰ ਜੌਬਸ ਹੀ ਕਰਦੇ ਹੁੰਦੇ ਆ। ਕੀ ਕਰੇ ਬੰਦਾ, ਇੱਥੇ ਰੋਟੀ ਤਾਂ ਖਾਣੀ ਨਾ। ਹਾਂਜੀ। ਰੋਟੀ ਖਾਣ ਲਈ ਤਾਂ ਕੁਛ ਨਾ ਕੁਛ ਕਰਨਾ ਪੈਂਦਾ ਜੀ। ਬਿਲਕੁਲ। ਅੱਛਾ, ਫਿਰ ਇਦਾਂ ਦਾ ਸਿਸਟਮ ਬਣ ਜਾਂਦਾ, ਤੁਸੀਂ 2 ਸਾਲ 3 ਸਾਲ ਉਹ ਕੰਮ ਕੀਤਾ ਨਾ ਜੀ, ਫਿਰ ਬੰਦੇ ਦਾ ਦਿਲ ਹੀ ਨਹੀਂ ਕਰਦਾ ਵੀ ਮੈਂ ਹੁਣ ਪਰਸੂ ਕਰਾਂ, ਬੰਦਾ ਗਿਵ ਅਪ ਕਰ ਦਿੰਦਾ ਅੰਦਰ। ਮੈਂ ਇੱਕ ਇੰਜੀਨੀਅਰ ਨੂੰ ਜਾਣਦਾ, ਇਲੈਕਟ੍ਰੀਕਲ ਇੰਜੀਨੀਅਰ ਸੀ, ਉਹਨੇ ਆ ਕੇ ਇੱਥੇ ਟੈਕਸੀ ਚਲਾਉਣੀ ਸ਼ੁਰੂ ਕਰਤੀ। ਜੋ 3 ਸਾਲ ਹੋ ਗਏ, ਮੈਂ ਫਿਰ ਵੀ ਕਿਹਾ, ਮੈਂ ਕਿਹਾ ਤੁਸੀਂ ਅਪਗ੍ਰੇਡ ਕਰ ਲਓ ਆਪਣੇ ਸਕਿੱਲ। ਉਹ ਕਹਿੰਦਾ ਕੈਸ਼ ਪੈਸੇ ਬਣੀ ਜਾਂਦੇ ਆ, ਹੁਣ ਮੈਨੂੰ ਇੰਜੀਨੀਅਰਿੰਗ ਭੁੱਲ ਵੀ ਗਈ ਆ। ਵੈਸੇ ਉਹ ਵੀ ਲੈਵਲ ਆ ਜਾਂਦਾ ਨਾ ਬੰਦੇ ਦਾ, ਤੁਸੀਂ ਕਿੰਨਾ ਕੁ ਚਿਰ ਮੇਨਟੇਨ ਕਰੋਗੇ ਆਪਣੇ ਆਪ ਨੂੰ। ਤੁਹਾਨੂੰ ਤਾਂ ਇਹੀ ਯਾਦ ਰਹਿੰਦਾ ਹੈ ਵੀ ਤੁਸੀਂ ਚੱਲ ਬਈ ਏਅਰਪੋਰਟ ਨੂੰ ਚੱਲ, ਏਅਰਪੋਰਟ ਤੋਂ ਵੀ ਚੱਲ ਡਾਊਨਟਾਊਨ, ਇੱਦਾਂ ਦੀਆਂ ਗੱਲਾਂ ਯਾਦ ਰਹਿੰਦੀਆਂ। ਇਲੈਕਟ੍ਰੀਕਲ ਇੰਜੀਨੀਅਰਿੰਗ ਭੁੱਲ ਜਾਂਦੀ ਹੈ ਜੀ। ਬਿਲਕੁਲ ਡਾਕਟਰ ਸਾਹਿਬ। ਡਾਕਟਰ ਸਾਹਿਬ, ਇੱਕ ਹੋਰ ਰਿਪੋਰਟ ਆਈ ਆ, ਉਹਦੇ ਅਨੁਸਾਰ ਜਿਹੜਾ ਰੈਡੀਮੇਡ ਫੂਡ ਹੈਗਾ ਉਹ ਕਾਫੀ ਜ਼ਿਆਦਾ ਸਸਤਾ ਪੈਂਦਾ ਲੋਕਾਂ ਨੂੰ ਐਜ਼ ਕੰਪੇਅਰ ਟੂ ਜਦੋਂ ਉਹ ਕੁੱਕ ਕਰਦੇ ਆ ਘਰ ਲਿਆ ਕੇ ਸਾਰੀ ਜਿਹੜੀ ਗਰੋਸਰੀ ਹੈਗੀ ਆ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਇਨਵੈਸਟੀਗੇਟਿਵ ਜਰਨਲਿਜ਼ਮ ਦੀ ਚੰਗੀ ਗੱਲ ਹੈ ਕਿ ਉਹਨਾਂ ਨੇ ਇੱਕ ਰਿਪੋਰਟ ਕੀਤੀ ਕਿ ਜਿਹਨੂੰ ਅਸੀਂ ਰੋਟਿਸਟਰੀ ਚਿਕਨ ਕਹਿੰਦੇ, ਇਹਨੂੰ ਜਿਹੜਾ ਅਵਨ ਦੇ ਵਿੱਚ ਵੀ ਬਣਾ ਦਿੰਦੇ ਆ। ਇਹਦੇ ਵਿੱਚ ਵੈਸੇ ਸੀਖ ਜਿਹੀ ਪਾਈ ਹੁੰਦੀ ਹੈ, ਆਲੇ ਦੁਆਲੇ ਅੱਗ ਲੱਗੀ ਹੁੰਦੀ ਹੈ, ਮਤਲਬ ਹੀਟ ਹੁੰਦੀ ਹੈ ਜੀ। ਸੋ ਸਾਰੇ ਪਾਸਿਓਂ ਈਵਨਲੀ ਕੁਕਡ ਹੁੰਦਾ ਉਹ ਜੀ, ਬਰਾਬਰ। ਤੇ ਉਹ ਜੇ ਤੁਸੀਂ ਸਟੋਰ ਦੇ ਵਿੱਚ ਜਾ ਕੇ ਦੇਖਦੇ ਆ, ਉਹ ਕੁਕਡ ਆ, ਉਹ ਰੈਡੀ ਟੂ ਈਟ ਜੀ। ਤੁਸੀਂ ਘਰ ਲਿਆ ਖਾਓ,
ਜੇ ਉਹ ਲੈਂਦੇ ਆ ਤਾਂ ਉਹ ਸਸਤਾ ਪੈਂਦਾ, ਹੋਲ ਚਿਕਨ ਹੁੰਦਾ ਉਹ। ਹਾਂਜੀ। ਤੇ ਜਿਹੜਾ ਕੱਚਾ ਆ ਚਿਕਨ ਮੁਰਗਾ ਉਹ ਮਹਿੰਗਾ ਪੈਂਦਾ ਜੀ। ਉੱਥੇ ਉਹਨਾਂ ਨੇ ਫਿਰ ਇੰਟਰਵਿਊ ਕੀਤਾ ਇੱਕ ਪ੍ਰੋਫੈਸਰ ਆਫ ਪੋਲਟਰੀ। ਕੈਨ ਯੂ ਇਮੇਜਿਨ ਵੀ ਪ੍ਰੋਫੈਸਰ ਇੱਕ ਮੁਰਗੀਆਂ ਦੀ ਹੋਵੇ ਕੋਈ ਆਰਕਨਸਾ ਦੇ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਹੋਣਾ ਹੈ, ਕੋਈ ਨਾ ਕੋਈ ਸੂਰਾਂ ਦਾ ਹੋਣਾ, ਕੋਈ ਨਾ ਕੋਈ ਮੱਝਾਂ ਦਾ ਹੋਣਾ। ਤੇ ਉਹ ਕਹਿੰਦੇ ਕਿ ਪਹਿਲੀ ਗੱਲ ਉਹਨਾਂ ਦਾ ਭਾਰ ਘੱਟ ਹੁੰਦਾ, ਕਿਉਂਕਿ ਜਿਹੜਾ ਮੀਟ ਹੈ ਤੁਹਾਨੂੰ ਮਿਲਦਾ ਨਾ ਇਹ ਤਾਂ ਵੇਟ ਦੇ ਨਾਲ ਮਿਲਦਾ। ਅਸੀਂ ਤਾਂ ਉਦਾਂ ਹੀ ਕਹਿੰਦੇ ਹਾਂ ਮੁਰਗਾ ਸਾਬਤ ਚੱਕ ਲੈਂਦਾ, ਉਹਦਾ ਕਿੰਨਾ ਵੇਟ ਹੈ ਉਹਦੇ ਹਿਸਾਬ ਨਾਲ ਪੈਸੇ ਚਾਰਜ ਕਰਦੇ। ਨੋਰਮਲ ਜਿਹੜਾ ਮੁਰਗਾ ਲੈਂਦੇ ਆ ਤੁਸੀਂ ਉਹ 1.6 kg ਦਾ ਮਿਲਦਾ ਹੈ, ਤਕਰੀਬਨ 2 ਕਿਲੋ ਹੋ ਜਾਂਦਾ ਜਿਹੜਾ ਕੱਚਾ ਹੁੰਦਾ। ਹਾਂਜੀ। ਤਾਂ ਜਿਹੜਾ ਇਹ ਰੋਟਿਸਰੀ ਚਿਕਨ ਹੈ ਜਿਹਨਾਂ ਰੈਪ ਕਰਕੇ ਰੱਖਿਆ ਹੁੰਦਾ ਰੈਡੀ ਟੂ ਈਟ, ਇਹ 1.2 ਦਾ ਹੁੰਦਾ। ਸੋ ਇੱਕ ਤਾਂ ਹੈਗੀ ਆ ਵੀ ਮਤਲਬ ਮੀਟ ਵਿੱਚ ਘੱਟ ਹੈ ਜੀ। ਦੂਸਰੀ ਗੱਲ ਹੈਗੀ ਮਾਰਕੀਟਿੰਗ ਦੀ। ਕੁਛ ਇੱਕ ਸਟੋਰਸ ਹੈਗੇ ਆ ਜਿਨ੍ਹਾਂ ਨੇ ਇਹ ਸੋਚਿਆ ਹੈ ਤੁਹਾਨੂੰ ਕਸਟਮਰ ਨੂੰ ਅਟਰੈਕਟ ਕਰਨ ਲਈ, ਆਪਣੇ ਸਟੋਰ ਦੇ ਵਿੱਚ ਲਿਆਉਣ ਲਈ ਨਾ, ਉਹ ਕਿਸੇ ਚੀਜ਼ ਕਈ ਚੀਜ਼ਾਂ ਰੱਖਦੇ ਆ ਜਿਨ੍ਹਾਂ ਤੇ ਕੋਈ ਪ੍ਰੋਫਿਟ ਨਹੀਂ ਬਣਾਉਂਦੇ ਉਹ। ਹੁਣ ਕਾਸਟਕੋ ਵਾਲੇ ਆ ਜਿਹੜੀ ਵੱਡੀ ਸਾਰੀ ਸਟੋਰ ਆ ਇੱਥੇ, ਹਾਂਜੀ, 106 ਮਿਲੀਅਨ ਮੁਰਗੇ ਵੇਚਦੇ ਆ ਸਾਲ ਦੇ। ਤੁਸੀਂ ਦੇਖੋ ਕਿੰਨੀ ਵੱਡੀ ਤਾਦਾਦ ਹੈ ਜੀ। ਇੱਕ ਤਾਂ ਨੰਬਰਾਂ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਵੈਸੇ ਹੀ ਪ੍ਰੋਫਿਟ ਮਿਲ ਜਾਂਦਾ। ਹਾਂਜੀ। ਦੂਸਰੀ ਗੱਲ ਉਹ ਕਹਿੰਦੇ ਕਿ ਸਾਨੂੰ ਬਚੇ ਚਾਹੇ ਨਾ ਬਚੇ, ਕੋਈ ਮੁਰਗਾ ਲੈਣਾ ਆਇਆ ਨਾ ਉਹਨੇ ਇਕੱਲਾ ਮੁਰਗਾ ਹੀ ਨਹੀਂ ਲੈ ਕੇ ਜਾਣਾ। ਮੇਰੇ ਵਰਗਾ ਹੋਊਗਾ ਸ਼ਾਇਦ ਕੋਈ ਵੀ ਇਕੱਲਾ ਹੀ ਮੁਰਗਾ ਲੈ ਕੇ ਨੱਠ ਗਿਆ ਜਿਹੜਾ ਬਣਿਆ ਹੈ ਮੁਰਗਾ ਉਹਨੇ ਉੱਥੇ ਖੜੇ ਨਹੀਂ ਸੋਚਣਾ ਵੀ ਹੁਣ ਕਿੱਥੇ ਜਾ ਕੇ ਪੋਟੇਟੋ ਸੈਲਡ ਬਣਾਉਂਦਾ ਰਹੂੰਗਾ ਘਰ। ਜਿਹੜਾ ਮੈਂ ਸੈਲਡ $1 ਦੀ ਘਰ 'ਚ ਆਪਣੇ ਆਪ ਬਣਾ ਸਕਦਾ, ਉਹਨੂੰ ਪਹਿਲਾਂ ਘੰਟਾ ਬਾਲੂੰਗਾ ਉਹਨੂੰ, ਫਿਰ ਉਹਨੂੰ ਉਹਦੀ ਸੈਲਡ ਬਣਾਉਂਗਾ। ਹੁਣ ਮੇਰੇ ਕੋਲ ਇੰਨਾ ਟਾਈਮ, ਇਹ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਕੋਲ ਟਾਈਮ ਹੈ ਨਹੀਂ। ਬਹੁਤੇ ਲੋਕਾਂ ਤੋਂ ਹੁਣ ਟਾਈਮ ਹੈ ਨਹੀਂ। ਹਾਂਜੀ। ਹੁਣ ਉਹਨਾਂ ਨੂੰ ਸੌਖੀ ਤਰੀਕਾ ਇਹ ਹੈ, ਵਧੀਆ ਚਿਕਨ ਮੀਟ ਵਧੀਆ ਆ, ਇਹਨੂੰ ਸਮਝਦੇ ਆ ਕਿ ਉਹ ਦੂਸਰਾ ਉਹ 'ਚੋਂ ਫੈਟ ਨਿਕਲਿਆ ਹੁੰਦਾ, ਕਿਉਂਕਿ ਰੋਟਿਸਰੀ ਚਿਕਨ ਜਿਹੜਾ ਉਹਦੇ ਆਲੇ ਦੁਆਲੇ ਹੀਟ ਹੁੰਦੀ ਹੈ, ਉਹ ਫੈਟ ਜਿਹੜਾ ਡਿਪ ਹੋ ਜਾਂਦਾ ਉਹਦਾ। ਹਾਂਜੀ। ਤਾਂ ਹੈਲਥੀ ਫੂਡ ਹੈ ਵੈਸੇ। ਯੈਸ। ਤੇ ਉਹ ਖਾਂਦੇ ਆ। ਹੁਣ ਉੱਥੋਂ ਤੁਸੀਂ ਨਾਲ ਹੀ ਚੱਕ ਕੇ ਸੈਲਡ ਲੈ ਲਈ, ਜਿਹੜੀ $1 ਦੀ ਘਰ ਬਣ ਸਕਦੀ ਹੈ ਉਹ $5 ਦੀ ਤੁਹਾਨੂੰ ਦੇਣੀ ਉਹਨਾਂ। ਹਾਂਜੀ। ਫਿਰ ਉਹਦੇ ਨਾਲ ਹੋਰ ਚੀਜ਼ਾਂ ਲੈ ਲਈਆਂ ਤੁਸੀਂ। ਫਿਰ ਇਕੱਲੀ ਚਿਕਨ ਦੀ ਗੱਲ ਨਹੀਂ ਹੈ, ਤੁਹਾਨੂੰ ਯਾਦ ਆ ਜਾਣਾ ਸਵੇਰ ਨੂੰ ਮੈਂ ਆਂਡੇ ਵੀ ਖਾਣੇ, ਹਾਂਜੀ, ਸਵੇਰ ਨੂੰ ਬੇਕਨ ਵੀ ਖਾਣਾ, ਸਵੇਰ ਨੂੰ ਸੌਸੇਜ ਵੀ ਖਾਣੇ। ਸੋ ਇਹ ਅਟਰੈਕਸ਼ਨ ਹੈ। ਜਿੱਦਾਂ ਪਹਿਲਾਂ ਸਾਡੇ ਤੁਸੀਂ ਜਦੋਂ 90s ਦੇ ਵਿੱਚ ਬਹੁਤ ਜ਼ਿਆਦਾ ਇੱਥੇ ਰੈਸਟੋਰੈਂਟ ਖੁੱਲ੍ਹੇ, ਉਦੋਂ ਸਮੋਸੇ ਇਹਨਾਂ ਨੇ 4 ਜਾਂ 5 ਸਮੋਸੇ ਲਾਏ ਹੁੰਦੇ ਸੀ $1 ਦੇ। $1 ਦੇ 5 ਸਮੋਸੇ, ਮੋਟੇ ਸਮੋਸੇ, ਜਿਹਨੂੰ ਦੇਖ ਕੇ ਬੰਦਾ ਕਹਿੰਦਾ ਸੀ ਮੈਂ ਨਹੀਂ ਖਾਣਾ। ਤੇ ਉਹ ਸਮੋਸੇ ਸਿਰਫ ਇਸੇ ਕਰਕੇ ਲਾਏ ਸੀ ਵੀ ਜਿਹੜਾ ਬੰਦਾ ਸਮੋਸੇ ਲੈਣਾ ਆਇਆ ਨਾ, ਉਹ ਬੰਦਾ ਫਿਰ ਬਰਫੀ ਵੀ ਖਰੀਦਦਾ, ਉਹ ਰਸਗੁੱਲੇ ਵੀ ਖਰੀਦਦਾ, ਜਿਸ ਚੋਂ ਉਹਦੀ ਛਿੱਲ ਆਉਂਦੇ ਜੀ। ਉਹਨਾਂ ਅਸਲੀ ਪ੍ਰੋਫਿਟ ਤਾਂ ਉਹਦੇ ਵਿੱਚੋਂ ਹੁੰਦਾ ਨਾ, ਉਹਨਾਂ ਨੇ ਕਾਸਟ ਤਾਂ ਕੱਢ ਹੀ ਲੈਣੀ ਹੁੰਦੀ ਹੈ। ਇੱਥੇ ਮਾਲਟਨ ਹੈ ਇੱਕ ਏਰੀਆ, ਉੱਥੇ ਇੰਟੀਰੀਅਰ ਦੇ ਵਿੱਚ ਮੈਂ ਕਿਸੇ ਬੰਦੇ ਨੂੰ ਜਾਣਦਾ ਸੀ, ਉਹਨੇ ਰੈਸਟੋਰੈਂਟ ਨਵਾਂ ਖੋਲ੍ਹਿਆ, ਉਹਨੇ ਉਹ ਵੀ 5 ਦਿੰਦਾ ਸੀ ਪਹਿਲਾਂ ਨਾ, 5 ਜਿਹੜੇ ਵੱਡੇ ਸਮੋਸੇ ਕਸਟਮਰਸ ਨੂੰ ਅਟਰੈਕਟ ਕਰਨ ਲਈ। ਉਹ ਕਹਿੰਦਾ ਕੋਈ ਬੰਦਾ ਆਇਆ, ਕਹਿੰਦਾ ਭਾਜੀ ਜੇ ਮੈਂ ਜ਼ਿਆਦਾ ਲੈਣੇ ਹੁਣ ਤਾਂ ਥੋੜ੍ਹੇ ਜਿਹੇ ਘੱਟ ਨਹੀਂ ਕਰ ਸਕਦੇ ਕਿਵੇਂ? ਉਹ ਕਹਿੰਦਾ ਭਰਾਵਾ ਇਹ ਤੇ ਸਾਨੂੰ ਕੁਛ ਨਹੀਂ ਬਚਦਾ, ਤੁਸੀਂ ਦੇਖੋ 5 ਸਮੋਸਿਆਂ 'ਚ ਕਿੰਨੇ ਆਲੂ ਪੈਂਦੇ ਆ। ਫਿਰ ਅਸੀਂ ਪਿੱਛੇ ਲੇਡੀਜ਼ ਰੱਖੀਆਂ ਜਿਹੜੀਆਂ ਕੰਮ ਕਰਦੀਆਂ ਆ, ਕਹਿੰਦਾ ਏਦਾਂ ਕਰ ਆਲੂ ਵੀ ਮੈਂ ਤੈਨੂੰ ਕੋਲੋਂ ਦੇ ਦਿੰਦਾ ਤਾਂ ਲੇਡੀਜ਼ ਵੀ ਸਾਡੀਆਂ ਲੈ ਜਾ, ਇੱਥੋਂ ਬਣਾ ਲਾ ਘਰ ਜਾ ਕੇ। ਕਹਿੰਦਾ ਵੀ ਸ਼ਰਮ ਲਾਈ ਲੋਕਾਂ ਨੇ, $1 ਦੇ 5 ਦਿੰਨੇ ਅਸੀਂ ਜੀ, ਵੀ ਇਹ ਤੋਂ ਸਸਤਾ ਦੱਸੋ ਕੀ ਕਰ ਲਵਾਂ। ਹਾਂਜੀ। ਇਹ ਤੋਂ ਸਸਤਾ ਤਾਂ ਇਹ ਹੀ ਹੈ ਵੀ ਤੁਹਾਡੇ ਘਰ ਜਾ ਕੇ ਬਣਾ ਕੇ ਆਈਏ ਅਸੀਂ। ਸੋ ਇਹ ਇੱਕ ਤਰੀਕਾ ਹੈ ਇਹ ਮਾਰਕੀਟਿੰਗ ਦਾ ਕਿ ਉਹ ਇਹ ਸਾਰੇ ਚੀਜ਼ਾਂ ਕਰਦੇ ਆ। ਹਰ ਇੱਕ ਨੇ ਕੋਈ ਨਾ ਕੋਈ ਇੱਕ ਆਈਟਮ ਲਾਈ ਹੁੰਦੀ ਹੈ ਜਿਹੜੀ ਕਿ ਅਟਰੈਕਟ ਕਰਦੀ ਹੈ, ਜਿਹੜੀ ਅੰਦਰ ਖਿੱਚਦੀ ਹੈ ਤੁਹਾਨੂੰ। ਉਹ ਫਲਾਇਰਸ ਜਦੋਂ ਲੋਕੀ ਚੈੱਕ ਕਰਦੇ ਆ ਨਾ, ਉਹ ਇੱਕ ਆਈਟਮ ਦੀ ਕਰਕੇ ਉਹ ਸਟੋਰ ਤੇ ਚਲੇ ਜਾਂਦੇ ਤੇ ਫਿਰ ਜਾ ਕੇ ਸਟੋਰ ਤੇ ਆਪਾਂ ਘੁੰਮਣ ਲੱਗ ਜਾਂਦੇ ਆ, ਹੋਰ ਚੀਜ਼ਾਂ ਦੇਖਣ ਲੱਗ ਜਾਂਦੇ ਆ। ਜੀ ਕੋਈ ਮੇਰੇ ਵਰਗਾ ਹੋਊਗਾ, ਇੱਕ ਅੱਧਾ ਬੰਦਾ ਹੋਣਾ ਜਿਹੜਾ ਸਿਰਫ ਇੱਕ ਹੀ ਚੀਜ਼ ਚੱਕਣ ਜਾਂਦਾ ਉੱਥੇ,
ਤੁਸੀਂ ਪਹਿਲਾਂ ਹੀ ਜਿਹੜੀ ਚੀਜ਼ ਲੈਣ ਦਾ ਮਨ ਮੇਰੀ ਬਣਾਇਆ। ਤਾਂ ਲਿਸਟ ਲਾਈ ਹੁੰਦੀ ਹੈ, ਮੈਂ ਦੇਖਦਾ ਹੁੰਦਾ ਵੀ ਆਹ ਚੀਜ਼ ਚੱਕਣੀ ਹੈ। ਮੈਨੂੰ ਜਨਰਲੀ ਤਾਂ ਇੱਕ ਹੀ ਚੀਜ਼ ਲਈ ਭੇਜਦੇ ਹੁੰਦੇ ਆ ਵੀ ਆਉਂਦਾ ਹੋਇਆ ਦੁੱਧ ਚੱਕ ਲਈ, ਆਉਂਦਾ ਹੋਇਆ ਬਟਰ ਚੱਕ ਲਈ, ਆਉਂਦਾ ਹੋਇਆ ਆਹ ਚੱਕ ਲਈ। ਹਾਂਜੀ। ਤੇ ਉਹ ਮੈਂ ਸਿੱਧਾ ਹੀ ਉੱਥੇ ਹੀ ਜਾਂਦਾ ਹੁੰਦਾ, ਉੱਥੇ ਚੱਕੀ ਤਾਂ ਤੁਰ ਪਿਆ। ਬਾਕੀ ਤੁਸੀਂ ਆਲੇ ਦੁਆਲੇ ਸਟੋਰ 'ਚ ਬਿਲਕੁਲ ਨਹੀਂ ਬਿਲਕੁਲ ਮੇਰਾ ਇਹ ਸ਼ੌਕ ਨਹੀਂ ਹੈ ਕਿ ਸਟੋਰ 'ਚ ਘੁੰਮਾਂ, ਪਰ ਇਦਾਂ ਦੇ ਬੰਦੇ ਮਾਰਕੀਟਿੰਗ ਦੇ ਵਿੱਚ ਬਹੁਤ ਘੱਟ ਹੈ। ਹਾਂਜੀ। ਬਹੁਤ ਬੰਦੇ ਤਾਂ ਇਦਾਂ ਹੈ ਵੀ ਇੱਕ ਚੀਜ਼ ਦੇਖਣ ਜਾਣਾ ਹੈ, ਉਹਨਾਂ ਨੇ 100 ਚੀਜ਼ ਨੂੰ ਦੇਖਣਾ ਹੁੰਦਾ। ਹਾਂਜੀ, ਬੰਦਾ ਸੋਚਦਾ ਕਿ ਹੁਣ ਮੈਂ ਸਟੋਰ 'ਚ ਆਇਆ ਤਾਂ ਹੈ, ਚਲੋ ਘੁੰਮ ਕੇ ਦੇਖ ਲੈਂਦੇ, ਕੀ ਪਤਾ ਕੋਈ ਹੋਰ ਚੀਜ਼ ਵੀ ਵਧੀਆ ਮੈਨੂੰ ਲੱਗੇ। ਕਈ ਚੀਜ਼ਾਂ ਜਿਹੜੀਆਂ ਅਨਨੈਸੈਸਰੀ ਹੁੰਦੀਆਂ, ਹਾਂਜੀ, ਜਿਹੜੀਆਂ ਲੈਣੀਆਂ ਲੋੜ ਨਹੀਂ ਤੁਹਾਨੂੰ। ਜੀ। ਅੱਛਾ, ਤੁਸੀਂ ਦੇਖਦੇ ਆ ਉੱਥੇ ਸਟੋਰ ਦੇ ਵਿੱਚ ਤੁਹਾਨੂੰ ਉਹ ਚੰਗੀਆਂ ਲੱਗਦੀਆਂ, ਹੋ ਸਕਦਾ ਤੁਸੀਂ ਖਾਣੀ ਹੋਵੇ ਜਾਂ ਨਾ ਖਾਣੀ ਹੋਵੇ, ਯੂਜ਼ ਕਰਨੀ ਹੋਵੇ ਚਾਹੇ ਨਾ ਕਰਨੀ ਹੋਵੇ, ਉਹ ਅੱਖਾਂ ਦੀ ਅਟਰੈਕਸ਼ਨ ਉਹਨਾਂ ਨੇ ਇਦਾਂ ਲਾਈ ਹੁੰਦੀ ਆ। ਜਿੱਦਾਂ ਕੋਈ ਸਟੋਰ ਵਾਲਾ ਮੈਨੂੰ ਦੱਸਦਾ ਸੀ, ਕਹਿੰਦਾ ਉਹਦਾ ਕਾਰਨਰ ਸਟੋਰ ਸੀ ਜਿਹੜੇ 7-11 ਜਿਹੇ ਹੁੰਦੇ ਆ। ਹਾਂਜੀ। ਉਹ ਬਿਲਕੁਲ ਜਿੱਥੇ ਟੈਲ ਆ ਨਾ, ਜਿੱਥੇ ਤੁਹਾਡੇ ਪੇ ਕਰਦੇ ਤੁਸੀਂ, ਉਹਦੇ ਲਾਗੇ ਇੱਕ ਰੈਕ ਲਾਇਆ, ਉਹ ਤੇ ਉਹ ਆਈਟਮ ਰੱਖੀਆਂ ਆ ਜਿਹੜੀਆਂ ਹਾਲ ਦੇਖ ਕੇ ਬੰਦਾ ਕਹਿੰਦਾ, ਜਾਂ ਚਿਪਸ ਰੱਖੇ ਆ, ਟੌਫੀਸ ਰੱਖੀਆਂ, ਜਿੱਦਾਂ ਚਾਕਲੇਟ ਰੱਖੀ ਆ, ਉਹ ਬੰਦਾ ਇਦਾਂ ਪੇ ਕਰਦਾ ਦੇਖਦਾ, ਕਹਿੰਦਾ ਆਹ ਦੋ ਮੈਨੂੰ ਆ ਵੀ ਦੇ ਦੇ। ਹਾਂਜੀ। ਉਹ ਇਹ ਮਾਰਕੀਟਿੰਗ ਸਟ੍ਰੈਟਜੀ ਹੈ ਨਾ ਜੀ। ਉਹ ਕਹਿੰਦਾ ਇਹ ਮਤਲਬ ਪਹਿਲਾਂ ਤਾਂ ਲਾਇਆ ਨਹੀਂ ਸੀ, ਫਿਰ ਉਹਨੇ ਮਾਰਕੀਟਿੰਗ ਸਟ੍ਰੈਟਜੀ ਵਾਲਾ ਬੰਦਾ ਲੈ ਕੇ ਆਂਦਾ, ਜਿਹਨੇ ਉਹਨੂੰ ਦੱਸਿਆ ਵੀ ਏਦਾਂ ਵੇਚੀਦਾ ਹੁੰਦਾ ਜੀ। ਜਿਹੜੀਆਂ ਚੀਜ਼ਾਂ ਚੰਗੀਆਂ ਹੁੰਦੀਆਂ ਆ ਉਹਨਾਂ ਨੂੰ ਮੋਹਰੇ ਰੱਖੀ ਹੁੰਦਾ ਵੀ ਜਿੱਥੇ ਕਸਟਮਰ ਨੂੰ ਦਿਸਦਾ ਹੋਵੇ। ਇਹ ਨਾ ਹੋਵੇ ਵੀ ਤੁਸੀਂ ਬੀਨਸ ਦਾ ਢੇਰ ਲਾ ਕੇ ਰੱਖਿਆ ਹੈ ਜਿਹਦੇ ਤੁਹਾਨੂੰ 2 ਸੈਂਟ ਬਚਣੇ ਆ, ਤੁਸੀਂ ਉਹ ਆਈਟਮ ਰੱਖੋ ਜੇ ਤੇ ਤੁਹਾਨੂੰ ਜ਼ਿਆਦਾ ਪੈਸੇ ਬਚਣੇ ਜੀ, ਔਰ ਅਟਰੈਕਟ ਕਰ ਜਾਂਦੀ ਬੰਦਿਆਂ ਨੂੰ ਜੀ। ਤਾਂ ਇਹ ਰੋਟਿਸਟਰੀ ਚਿਕਨ ਜਿਹੜਾ ਆ ਇਹ ਅਟਰੈਕਸ਼ਨ ਹੈ ਜੀ। ਐਕਚੁਅਲੀ ਤੁਸੀਂ ਬਿਲਕੁਲ ਸਹੀ ਕਿਹਾ। ਜਦੋਂ ਤੁਸੀਂ ਐਂਟਰ ਵੀ ਕਰਦੇ ਹੋ ਨਾ ਕਿਸੇ ਸਟੋਰ ਦੇ ਵਿੱਚ ਜਿੱਥੇ ਆਪਾਂ ਫੂਡ ਬਾਏ ਕਰਦੇ ਆ, ਜਿਵੇਂ ਤੁਸੀਂ ਕਾਸਕੋ ਦੀ ਵੀ ਐਗਜ਼ਾਮਪਲ ਦਿੱਤੀ ਸੀ, ਲੋਕੀ ਸਾਰੀ ਸ਼ਾਪਿੰਗ ਕਰਦੇ ਸਭ ਤੋਂ ਪਹਿਲਾਂ ਸੋਚਦੇ ਨੇ ਕਿ ਸਭ ਤੋਂ ਪਹਿਲਾਂ ਤਾਂ ਇਹੀ ਬਾਏ ਕੀਤਾ ਜਾਵੇ। ਹੁਣ ਜਿਹੜਾ ਬੰਦਾ ਸ਼ਾਪਿੰਗ ਕਰਦਾ ਫਿਰਦਾ ਆ, ਪਹਿਲਾਂ ਤਾਂ ਕੰਮ ਤੋਂ ਆਇਆ, ਹਾਂਜੀ, ਭੁੱਖ ਲੱਗੀ, ਉਹਨੂੰ ਭੁੱਖ ਲੱਗੀ ਹੈ। ਜੇ ਕਹਿੰਦੇ ਹੁੰਦੇ ਨਾ ਭੁੱਖੇ ਬੰਦੇ ਨੂੰ ਆਰਡਰ ਨਾ ਕਰਨ ਦਿਓ। ਰੈਸਟੋਰੈਂਟ ਜਾ ਕੇ ਜਿਹੜਾ ਭੁੱਖਾ ਬੰਦਾ ਹੋ ਉਹਨੇ ਸਾਰੀ ਚੀਜ਼ਾਂ ਆਰਡਰ ਕਰ ਲੈਣੀ, ਖਾ ਹੋਣ ਚਾਹੇ ਨਾ ਹੋਣ। ਹਾਂਜੀ। ਤੇ ਇਹਦੇ ਵਿੱਚ ਹੁੰਦਾ ਕੋਈ ਬੰਦਾ 10 ਘੰਟੇ ਲਾ ਕੇ ਆਇਆ, ਕਾਸਕੋ ਜਾ ਵੜਿਆ, ਸਭ ਤੋਂ ਪਹਿਲਾਂ ਉਹ ਖਾਣ ਵਾਲੀ ਚੀਜ਼ ਚੱਕੂਗਾ ਜੀ। ਬਿਲਕੁਲ। ਤੇ ਉਹ ਇਹ ਹੁੰਦਾ ਵੀ ਜਾ ਕੇ ਜਾਂਦਾ ਹੀ ਚਿਕਨ ਖਾਣ ਲੱਗ ਪਊਗਾ, ਔਰ ਹੈਲਥੀ ਹੈ, ਕੋਈ ਮਾੜੀ ਗੱਲ ਨਹੀਂ ਉਹ ਜੀ। ਜੀ ਬਿਲਕੁਲ। ਡਾਕਟਰ ਸਾਹਿਬ, US ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਕੁਝ ਅੰਕੜੇ ਜਾਰੀ ਕੀਤੇ ਆ। ਉਹਨਾਂ ਦੇ ਅਨੁਸਾਰ US ਨੇ 5000 ਤੋਂ ਵੱਧ ਯੂਕਰੇਨੀਆਂ ਨੂੰ ਹਿਰਾਸਤ ਵਿੱਚ ਲਿਆ। ਇਸ ਪੂਰੀ ਖਬਰ ਬਾਰੇ ਦੱਸੋ। ਦੇਖੋ, ਪਹਿਲੀ ਗੱਲ ਉਹਨਾਂ ਦੀ ਲੜਾਈ ਦੇ ਵਿੱਚ 5 ਮਿਲੀਅਨ ਅੱਜ ਤਾਈਂ ਜਿਹੜੇ ਅੱਜ UN ਦੇ ਫਿਗਰਸ ਦਿੱਤੇ ਆ, 50 ਲੱਖ ਲੋਕ ਰੈਫਿਊਜੀਜ਼ ਬਣ ਗਏ, 42 ਲੱਖ ਲੋਕ ਦੀ ਪਾਪੂਲੇਸ਼ਨ ਹੈ, ਮਤਲਬ 5 ਲੱਖ ਬਹੁਤ ਵੱਡੀ ਪਾਪੂਲੇਸ਼ਨ ਹੈ। ਹਾਂਜੀ। ਤਾਂ ਉਹਨਾਂ ਦੇ ਵਿੱਚੋਂ ਅਮਰੀਕਾ ਵਾਲਿਆਂ ਨੇ ਕਿਹਾ ਸੀ ਅਸੀਂ 1 ਲੱਖ ਬੰਦੇ ਰੈਫਿਊਜੀ ਲਵਾਂਗੇ। ਇਹਨਾਂ ਨੂੰ ਵੀ ਉਹੀ ਗੱਲ ਹੈ ਨਾ ਵੀ ਉਹ ਜਿਹੜੀ ਲੇਬਰ ਕਰਨਗੇ ਇੱਥੇ ਆ ਕੇ ਜੀ। ਪਰ ਜਿਹੜੀ ਬਾਰਡਰ ਪੁਲਿਸ ਆ ਉਹ ਤਾਂ ਨਹੀਂ ਸੋਚਦੀ ਨਾ ਕੁਛ, ਜੇ ਉਹਨਾਂ ਦੇ ਕੋਲ ਪੇਪਰ ਪ੍ਰੋਪਰ ਨਹੀਂ ਆ ਉਹ ਫੜ ਕੇ ਅੰਦਰ ਦੇ ਦਿੰਦੇ। ਹਾਂਜੀ। ਜ਼ਿਆਦਾ ਇਹ ਕਰਦੇ ਆ ਮੈਕਸੀਕਨਸ ਦੇ ਨਾਲ, ਉਹਨਾਂ ਨੂੰ ਫੜ ਕੇ ਉਹਨੇ ਤਾਦਾਦ ਨਾਲ ਅੰਦਰ ਕਰ ਰਹੇ ਆ ਜਿੰਨੇ ਟਰੰਪ ਦੇ ਅੰਦਰ ਹੁੰਦੇ ਸੀ। ਇਹ ਕੋਈ ਘਟੇ ਨਹੀਂ। ਇਹ ਪਹਿਲਾਂ ਜੋ ਬਾਈਡਨ ਨੇ ਉਹਨਾਂ ਨੂੰ ਆਲੋਚਨਾ ਕੀਤੀ ਸੀ ਕਿ ਬੰਦਿਆਂ ਨੂੰ ਫੜ ਕੇ ਜੇਲ੍ਹ 'ਚ ਦੇਈ ਜਾਂਦੇ। ਜਿਹੜੀ ਬਾਰਡਰ ਪੁਲਿਸ ਆ ਉੱਥੇ ਉਹ ਅਜੇ ਵੀ ਦਿੰਦੀ ਹੈ। ਦੂਸਰਾ, ਇਹਨਾਂ ਨੂੰ ਫਿਰ ਕੱਢ ਕੇ ਤਾਂ ਰੈਫਿਊਜੀ ਪ੍ਰੋਟੈਕਸ਼ਨ ਲਈ ਉਹਨਾਂ ਨੇ ਦਿੱਤਾ ਅਸਾਈਲਮ ਸੀਕਰ ਦਾ ਸਟੇਟਸ। ਉਹਦੇ ਵਿੱਚੋਂ ਹੁਣ ਇੰਪਲੋਇਰ ਬੜਾ ਫਾਇਦਾ ਉਠਾਉਂਦੇ ਆ ਕਿ ਹਾਲੇ ਕੱਚੇ ਆ ਤਾਂ ਇਹਨਾਂ ਤੋਂ ਚੰਗਾ ਕੰਮ ਕਰਾਓ, ਸਖਤ ਕੰਮ ਕਰਾਓ, ਪੈਸੇ ਥੋੜ੍ਹੇ ਦਿਓ। ਮੈਂ ਹੁਣੇ ਕੈਲੀਫੋਰਨੀਆ ਗਿਆ ਸੀ, ਉੱਥੇ ਜਿਹੜੇ ਫਾਰਮਰਸ ਆ ਉਹ ਬੜੇ ਖੁਸ਼ ਹੁੰਦੇ ਆ ਜਦੋਂ ਰੈਫਿਊਜੀ ਆਉਂਦੇ ਆ ਉੱਥੋਂ ਮੈਕਸੀਕੋ ਤੋਂ, ਕਿਉਂਕਿ ਉਹ ਬੰਦੇ ਉਹ ਕਹਿੰਦੇ ਸਾਡੇ ਜਿਹੜੇ ਆਪਣੇ ਬੰਦੇ ਆ ਨਾ ਇਹ ਕੰਮ ਨਹੀਂ ਕਰਦੇ ਫਾਰਮ ਦੇ ਵਿੱਚ, ਬਹੁਤ ਮਤਲਬ ਉੱਥੇ ਧੁੱਪ ਬੜੀ ਹੁੰਦੀ ਹੈ ਤੇ ਸਖਤ ਕੰਮ ਹੈ, ਫਾਰਮ ਦਾ ਕੰਮ ਸੌਖਾ ਨਹੀਂ ਹੈ। ਉਹ ਜਿਹੜੇ ਵਿਚਾਰੇ ਕੱਚੇ ਆ ਉਹ ਘੱਟ ਮਤਲਬ ਵੇਜਸ ਤੇ ਜ਼ਿਆਦਾ ਕੰਮ ਕਰਦੇ ਆ। ਹਾਂਜੀ। ਸੋ ਉਹ ਇੱਕ ਪਾਸੇ ਇਹ ਲੌਬੀ ਬਣੀ ਹੈ, ਸਾਡੇ ਵੀ ਇਹ ਲੌਬੀ ਹੈਗੀ। ਸਾਡੇ ਵੈਸੇ
ਇਹਨਾਂ ਨੇ ਕਿਹਾ ਤਾਂ ਸੀ ਵੀ ਜਿੰਨੇ ਮਰਜ਼ੀ ਆ ਜਾਣ, ਹਾਲੇ ਤਾਂ ਇਹਨਾਂ ਨੇ 44,000 ਐਪਲੀਕੈਂਟਸ ਨੂੰ ਅਪਰੂਵ ਕੀਤਾ ਹੈ। ਟੋਟਲ ਕਹਿੰਦੇ ਵੀ 60,000 ਆਇਆ ਸਾਡੇ। ਉਹ ਤਾਂ ਪਾਪੂਲੇਸ਼ਨ ਦੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਹੈ। ਹਾਂਜੀ, ਕਿਉਂਕਿ ਸਾਡੀ ਪਾਪੂਲੇਸ਼ਨ ਨਾਲੋਂ ਅਮਰੀਕਾ ਵਾਲਿਆਂ ਦੀ ਤਕਰੀਬਨ 10 ਗੁਣਾ ਵੱਧ ਪਾਪੂਲੇਸ਼ਨ ਜੀ। ਸੋ ਉਹਨਾਂ ਨੂੰ ਇਸ ਹਿਸਾਬ ਨਾਲ 6 ਲੱਖ ਬੰਦਾ ਲੈਣਾ ਚਾਹੀਦਾ ਸੀ ਹੁਣ ਨੂੰ ਜੀ, ਪਰ ਅਜੇ ਤਾਈਂ ਉਹ ਨਹੀਂ ਕੰਮ ਕੀਤਾ ਉਹਨਾਂ ਨੇ। ਪਰ ਲੋਕਾਂ ਦੀ ਲੜਾਈ ਲੱਗੀ ਆ। ਇੱਕ ਤਾਂ ਇਹਨਾਂ ਨੂੰ ਮੌਜ ਲੱਗੀ ਆ ਕਿ ਸਾਡੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ, ਸਾਨੂੰ ਜਿਹੜੇ ਕੰਜ਼ਿਊਮਰ ਆ ਉਹੀ ਰੌਲਾ ਪਾਉਂਦੇ ਆ, ਜਿਹੜੀਆਂ ਕੰਪਨੀਆਂ ਉਹ ਤਾਂ ਖੁਸ਼ ਹਨ ਕਿ ਸਾਡੀਆਂ ਜਿਹੜੀਆਂ ਕਮੋਡਿਟੀਜ਼ ਆ ਉਹਨਾਂ ਦੀ ਪ੍ਰਾਈਸ ਵੱਧ ਗਈ ਹੈ। ਹੁਣ ਜਿਹੜੇ ਪੈਟਰੋਲ ਵੇਚਦੇ ਉਹ ਤਾਂ ਖੁਸ਼ ਆ, ਹਾਂਜੀ, ਦੂਸਰੇ ਸਾਡੇ ਵਰਗੇ ਤੰਗ ਤੁਰੇ ਫਿਰਦੇ। ਇਸ ਕਰਕੇ ਕੰਪਨੀਆਂ ਇਹਨਾਂ ਨੂੰ ਕਾਂਗਰਸ ਦੀਆਂ ਇਲੈਕਸ਼ਨ ਹੋਣ ਲੱਗੀਆਂ ਜ਼ਿਆਦਾ ਪੈਸੇ ਦੇਣਗੀਆਂ। ਪੈਸੇ ਵੀ ਤਾਂ ਉਹੀ ਦਿੰਦੇ ਆ, ਅਸੀਂ ਤਾਂ ਦਿੰਦੇ ਹੀ ਨਹੀਂ। ਹਾਲਾਂਕਿ ਜੇ ਆਮ ਲੋਕੀ 10, 20, 25, 30, 50 ਦੇਣ ਲੱਗ ਪੈਣ, ਕੋਈ ਬਹੁਤੀ ਵੱਡੀ ਰਕਮ ਨਹੀਂ ਆ, ਫਿਰ ਕੈਂਡੀਡੇਟਸ ਇਹਨਾਂ ਤੋਂ ਲੈਣੇ ਹਟ ਜਾਣ। ਹੁਣ ਉਹ ਜਾਂਦੇ ਆ ਕੰਪਨੀਆਂ ਦੇ ਕੋਲ, ਉਹ ਸਿੱਧੀ 2 ਲੱਖ ਦੀ ਚੈੱਕ ਫੜਾਉਂਦੇ ਆ। ਤੇ 2 ਲੱਖ ਦੀ ਚੈੱਕ ਜੇ ਤੁਸੀਂ ਬਾਕੀ ਆਮ ਵੋਟਰਾਂ ਤੋਂ ਇਕੱਠੀ ਕਰਨੀ ਹੋਵੇ ਤੇ ਹੋਣੀ ਨਹੀਂ। ਜੇ ਬਾਬਾ ਹੋਵੇ ਤਾਂ ਸ਼ਾਇਦ ਮਿਲ ਸਕਦੇ ਆ, ਆਮ ਬੰਦਿਆਂ ਨੇ ਪੈਸੇ ਨਹੀਂ ਦੇਣੇ। ਇਹ ਇਹਨਾਂ ਦੀ ਆਮ ਬੰਦਿਆਂ ਦੀ ਘਾਟ ਹੈ ਜੀ। ਤੁਸੀਂ ਰੌਲਾ ਪਾਉਂਦੇ ਆ ਕਿ ਸਾਨੂੰ ਪੋਲਿਟਿਕਸ ਦੇ ਵਿੱਚ ਪੁੱਛਦਾ ਨਹੀਂ। ਪੁੱਛੂਗਾ ਤਾਂ ਉਹੀ ਜਿਹਨੂੰ ਜਿਹੜੇ ਲੋਕਾਂ ਨੇ ਪੈਸੇ ਦਿੱਤੇ। ਤੇ ਉਹ ਜਿਨ੍ਹਾਂ ਨੇ ਪੈਸੇ ਦਿੱਤੇ ਆ ਉਹ ਇਸ ਗੱਲ ਕਰਕੇ ਵੀ ਖੁਸ਼ ਹੈ ਕਿ ਰਿਫਿਊਜੀਜ਼ ਆ ਰਹੇ ਆ ਔਰ ਉਹ ਸਸਤੇ ਵੇਜਸ ਤੇ ਕੰਮ ਕਰਨਗੇ ਔਰ ਸਖਤ ਕੰਮ ਕਰਨਗੇ ਜੀ। ਹੁਣ ਜਿਹੜੇ ਯੂਕਰੇਨ ਦੇ ਬੰਦੇ ਤਗੜੇ ਬੰਦੇ ਆ, ਹਾਂਜੀ, ਤੇ ਇਹ ਹਰ ਤਰ੍ਹਾਂ ਦਾ ਕੰਮ ਕਰ ਸਕਦੇ ਆ। ਇਹ ਚਾਹੁੰਦੇ, ਉਹੀ ਗੱਲ ਚਾਹੁੰਦੇ ਹੁੰਦੇ ਉਹ ਕਿ ਕਿਸੇ ਦੇ ਘਰ ਲੱਗੀ ਅੱਗ ਹੁਣ ਸਾਡੇ ਲਈ ਬਸੰਤਰ ਆ। ਹਾਂਜੀ। ਤੇ ਅਮਰੀਕਾ ਦੇ ਇੱਕ ਗੱਲ ਉਹਨਾਂ ਨੇ ਨਹੀਂ ਛੱਡੀ ਕਿ ਜੇ ਕੋਈ ਜਿੱਦਾਂ ਵੀ ਚਾਹੇ ਲੈਂਡ ਬਾਰਡਰ ਕ੍ਰਾਸ ਕਰਕੇ ਆ ਜਾਵੇ, ਚਾਹੇ ਉਹ ਏਅਰਪੋਰਟ ਤੇ ਆ ਜਾਵੇ, ਚਾਹੇ ਉਹ ਸਮੁੰਦਰੀ ਜਹਾਜ਼ ਰਾਹੀਂ ਆ ਜਾਵੇ, ਉਹਨੂੰ ਫੜ ਕੇ ਪਹਿਲਾਂ ਜ਼ਰੂਰ ਅੰਦਰ ਕਰਦੇ। ਤੇ ਇਹ ਯੂਕਰੇਨੀਅਨ ਬੰਦਿਆਂ ਨੂੰ ਵੀ ਪਤਾ ਲੱਗ ਗਿਆ। ਹੁਣ ਜਿਹੜੇ ਕਹਿੰਦੇ ਉਹਨਾਂ ਨੂੰ ਨਾ ਵੈਪਨ ਦੇਣੇ, ਤੁਸੀਂ ਲੜੋ ਉਹਨਾਂ ਦੇ ਨਾਲ, ਲੜਾਈ ਪਾਉਂਦੇ ਆ, ਇਹੀ ਬੰਦੇ ਆਉਂਦਿਆਂ ਨੂੰ ਫੜ ਲੈਂਦੇ ਆ ਜੀ। ਦੋਹਰੀ ਦੰਡ ਮਾਪਿਆ। ਹਾਂਜੀ। ਉਸ ਤੋਂ ਬਾਅਦ ਉਹਨਾਂ ਨੂੰ ਦਿੰਦੇ ਆ ਰੈਫਿਊਜੀ ਸਟੇਟਸ। 18 ਮਹੀਨੇ ਤੁਸੀਂ ਆਹ ਸਟੇਟਸ ਹੈਗਾ, ਤੁਸੀਂ ਜਾ ਕੇ ਸਖਤ ਮਿਹਨਤ ਕਰੋ, ਪੈਸੇ ਕੱਟ ਲਓ ਜੀ। ਬਿਲਕੁਲ ਡਾਕਟਰ ਸਾਹਿਬ, ਵੈਸੇ US ਪ੍ਰੈਜ਼ੀਡੈਂਟ ਜਿਹੜੇ ਜੋ ਬਾਈਡਨ ਨੇ, ਆਪਾਂ ਦੇਖ ਲਓ ਪਿਛਲੇ ਪ੍ਰੋਗਰਾਮਸ ਦੇ ਵਿੱਚ ਵੀ ਗੱਲਬਾਤ ਕਰਦੇ ਆਏ ਆ ਕਿ ਜਿਹੜੀ ਇਹਨਾਂ ਦੀ ਅਪਰੂਵਲ ਰੇਟਿੰਗ ਹੈਗੀ ਆ ਉਹ ਇੰਨੀ ਜ਼ਿਆਦਾ ਡਾਊਨ ਜਾਂਦੀ ਰਹੀ ਕਿ ਪੂਅਰ ਬਹੁਤ ਜ਼ਿਆਦਾ ਹੋ ਗਈ ਹੈ ਨਾ। ਤੇ ਉਹਦੇ ਬਾਵਜੂਦ ਵੀ ਉਹ 2024 ਵਿੱਚ ਚੋਣ ਲੜਨ ਦਾ ਇਰਾਦਾ ਰੱਖਦੇ ਆ। ਕੀ ਸੋਚਦੇ ਤੁਸੀਂ? ਡੋਨਾਲਡ ਟਰੰਪ ਦੀ ਗੱਲ ਠੀਕ ਹੀ ਆ। ਕਹਿੰਦਾ ਮੈਂ ਇੱਕ ਹੀ ਬੰਦਾ ਦੇਖਿਆ ਜਿਹੜਾ ਖੜਾ ਹੀ ਸੁੱਤਾ ਆ। ਉਹ ਉਮਰ ਦੇ ਹਿਸਾਬ ਦੇ ਨਾਲ ਤਾਂ ਕੋਈ ਬਹੁਤਾ ਫਰਕ ਨਹੀਂ ਉਹਨਾਂ ਦਾ, ਪਰ ਡੋਨਾਲਡ ਟਰੰਪ ਜਿਹੜੇ ਅਜੇ ਤਕੜੇ ਆ ਬਹੁਤ ਸਰੀਰਕ ਤੌਰ ਤੇ ਜੋ ਬਾਈਡਨ ਏਦਾਂ ਲੱਗਦਾ ਜਿੱਦਾਂ ਬੈਟਰੀਜ਼ ਪਾਈਆਂ ਹੁੰਦੀਆਂ ਉਹਨੂੰ ਕੋਈ ਸੁਰਤ ਨਹੀਂ ਹੁੰਦੀ, ਕੀ ਤੁਰ ਨਹੀਂ ਹੁੰਦਾ, ਡਿੱਗ ਪੈਂਦੇ ਆ। ਪਰ ਤਾਕਤ ਵਾਲੀ ਕੁਰਸੀ ਛੱਡਣ ਨੂੰ ਦਿਲ ਨਹੀਂ ਕਰਦਾ ਕਿਸੇ ਦਾ। ਕੁਰਸੀ ਦੇ ਵਿੱਚ ਨਸ਼ਾ ਹੀ ਇਹੋ ਜਿਹਾ। ਕੁਰਸੀ ਦੇ ਵਿੱਚ ਜਿਹੜਾ ਨਸ਼ਾ ਹੈ ਨਾ, ਉਹਦੇ ਨਾਲ ਇੱਕ ਤੁਹਾਨੂੰ ਇੱਕ ਵਾਰੀ ਸਟੱਡੀ ਕੀਤੀ ਚਿੰਪੈਂਜ਼ੀ ਤੇ, ਉਹ ਸਟੱਡੀ ਆ ਵੈਸੇ ਤਾਂ ਉਹ ਹਿਊਮਨ ਤੇ ਵੀ ਲਾਗੂ ਕਰਦੇ ਆ। ਜਦੋਂ ਤੁਸੀਂ ਇੱਕ ਬਲੱਡ ਸੈਰੋਟੋਨਿਨ ਲੈਵਲ ਹੁੰਦਾ ਸਾਡਾ, ਜਿਹਦੇ ਬੰਦੇ ਦੇ ਵਿੱਚ ਜ਼ਿਆਦਾ ਹੋਵੇ ਨਾ, ਉਹ ਬੰਦੇ ਨੂੰ ਡਿਪਰੈਸ਼ਨ ਨਹੀਂ ਹੁੰਦਾ ਕਦੇ। ਸੋ ਉਹਨਾਂ ਦਾ ਜਿਹੜੇ ਚਿੰਪੈਂਜ਼ੀ ਨੂੰ ਕੋਈ ਲੀਡਰਸ਼ਿਪ ਰੋਲ ਮਿਲ ਗਿਆ, ਉਹਨਾਂ ਦਾ ਬਲੱਡ ਸੈਰੋਟੋਨਿਨ ਲੈਵਲ ਵੱਧ ਗਿਆ। ਸੋ ਇਸ ਕਰਕੇ ਪੋਲੀਟੀਸ਼ੀਅਨ ਜਿਹੜਾ ਬੰਦਾ ਚੇਅਰ ਲੈ ਲੈਂਦਾ ਨਾ, ਉਹਦਾ ਬਲੱਡ ਸੈਰੋਟੋਨਿਨ ਲੈਵਲ ਵੱਧ ਜਾਂਦਾ ਹੈ। ਤੇ ਖਾਸ ਤੌਰ ਤੇ ਜੋ ਬਾਈਡਨ ਨੂੰ ਇਸ ਵੇਲੇ ਜ਼ਰੂਰਤ ਆ। ਦੇਖ ਲਓ ਕਿੱਦਾਂ ਲੱਤਾਂ ਘਸੀੜ ਕੇ ਪਏ ਆ। ਇੰਡੀਆ ਦੇ ਵਿੱਚ ਤੁਸੀਂ ਦੇਖੋ ਚੌਹਾਨ ਸਾਹਿਬ ਆ, ਉਹਨਾਂ ਤੋਂ ਬੋਲ ਨਹੀਂ ਹੁੰਦਾ, ਉਹ ਛੱਡਦੇ ਕੁਰਸੀ ਕਦੇ। ਕੁਰਸੀ ਛੱਡਣ ਤੋਂ ਉਹਨਾਂ ਨੂੰ ਜਿੱਦਾਂ ਖਿੱਚਣਾ ਪੈਂਦਾ। ਹਾਂਜੀ। ਫੇਰ ਵੀ ਕੁਰਸੀ ਨੂੰ ਨਾਲ ਹੀ ਲੈ ਆਉਂਦੇ ਹੋ ਜੀ। ਬਿਲਕੁਲ। ਤੇ ਇਹ ਉਹਨਾਂ ਨੇ ਕਹਾਈ ਵੀ ਬਰਾਕ ਓਬਾਮਾ ਤੋਂ ਗੱਲ ਵੀ ਆਪ ਨਹੀਂ ਕਹਿਣੀ, ਉਹ ਬਰਾਕ ਓਬਾਮਾ ਨੇ ਕਹਿਤਾ ਵੀ ਇਹਨਾਂ ਨੇ ਖੜਨਾ ਹੈ। ਕਿਉਂਕਿ ਹੁਣ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਕਿਆਸਰਾਈਆਂ ਲਾ ਰਹੇ ਸੀ ਲੋਕ ਕਿ ਇਹਨਾਂ ਦੀ ਪਾਪੂਲੈਰਿਟੀ ਥੱਲੇ ਜਾ ਰਹੀ ਹੈ ਤੇ ਇਹ ਚੰਗੇ ਉਮੀਦਵਾਰ ਨਹੀਂ ਹੈ ਜਿਹੜੇ ਟਰੰਪ ਨੂੰ ਹਰਾ ਸਕਣ ਜੀ। ਟਰੰਪ ਨੂੰ ਕੋਸ਼ਿਸ਼ ਤਾਂ ਅਜੇ ਵੀ ਇਹਨਾਂ ਦੀ ਹੈ
ਕਾਂਗਰਸ ਦੀਆਂ ਹੀਅਰਿੰਗ ਚੱਲਦੀਆਂ ਸੀ, ਕੋਰਟ ਹੀਅਰਿੰਗ ਚੱਲਦੀਆਂ ਕਿ ਜਿਹੜੇ ਜਨਵਰੀ 6 2021 ਦੇ ਵਿੱਚ ਹੋਏ ਰਾਈਟਸ ਉੱਥੇ ਵਾਸ਼ਿੰਗਟਨ DC 'ਚ, ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਕ੍ਰਿਮੀਨਲ ਚਾਰਜ ਲਾ ਕੇ ਉਹਨਾਂ ਨੂੰ ਫਸਾਇਆ ਜਾਵੇ। ਪਰ ਅਜੇ ਤਾਈਂ ਕੋਈ ਐਵੀਡੈਂਸ ਇੱਦਾਂ ਦਾ ਮਿਲਿਆ ਨਹੀਂ ਜਿਹੜਾ ਡਾਇਰੈਕਟਲੀ ਉਹਨਾਂ ਨੂੰ ਐਸੋਸੀਏਟ ਕਰਨ ਜੀ। ਸੋ ਲੱਗਦਾ ਇੱਦਾਂ ਆ ਵੀ 2024 ਦੇ ਵਿੱਚ ਡੋਨਲਡ ਟਰੰਪ ਤਾਂ, ਹਾਲਾਂਕਿ ਉਹਨਾਂ ਨੇ ਅਨਾਉਂਸ ਨਹੀਂ ਕੀਤਾ, ਕਈ ਵਾਰੀ ਅਨਾਉਂਸ ਕਰ ਦਿੰਦੇ, ਉਹ ਵੀ ਇੱਦਾਂ ਦੀ ਹੈ ਨਾ, ਜੀ ਟਵੀਟ ਕਰ ਦਿੰਦੇ, ਉਹ ਹੁਣ ਟਵੀਟ ਕਰਾਉਂਦੇ ਆ ਲੋਕਾਂ ਤੋਂ ਜੀ ਕਿ ਕਦੇ ਕਹਿ ਦਿੰਦੇ ਆ ਕਿ ਮੈਂ ਇਲੈਕਸ਼ਨ ਲੜਨੀ ਹੈ, ਕਦੇ ਕਹਿੰਦੇ ਨਹੀਂ ਲੜਨੀ। ਉਹਨਾਂ ਨੇ ਡੈਫੀਨਿਟ ਨਹੀਂ ਹਾਲੇ ਕਰ ਕੀਤੀ, ਪਰ ਲੱਗਦਾ ਇੱਦਾਂ ਆ ਵੀ ਉਹਨਾਂ ਨੇ ਇਲੈਕਸ਼ਨ ਲੜਨੀ ਆ, ਉਹਨਾਂ ਨੇ ਜਿੱਤਣੀ ਵੀ ਆ ਜੀ, ਉਹਨਾਂ ਨੇ ਨੋਮੀਨੇਸ਼ਨ ਜਿੱਤ ਜਾਣੀ ਹੈ। ਤੇ ਉਹਨਾਂ ਦੇ ਡੈਮੋਕ੍ਰੈਟਿਕ ਪਾਰਟੀ ਵਾਲੇ ਸੋਚਦੇ ਸੀ ਕਿ ਜੇ ਐਤਕੀ ਹਿਲਰੀ ਕਲਿੰਟਨ ਵਗੈਰਾ ਜਾਂ ਹੋਰ ਕੋਈ ਤਕੜਾ ਕੈਂਡੀਡੇਟ ਹੋਵੇ ਤਾਂ ਕਮਲਾ ਹੈਰਿਸ ਵੀ ਤਕੜੀ ਕੈਂਡੀਡੇਟ ਹੈ, ਹਾਂਜੀ, ਇੱਦਾਂ ਦਾ ਹੋਵੇ ਜਿਹੜੀ ਮਤਲਬ ਖੜਾ ਨਾ ਸੁੱਤਾ ਹੋਵੇ, ਤਾਂ ਉਹ ਜਿੱਤ ਸਕਦਾ। ਜਿੱਤ ਸਕਦਾ ਜਾਂ ਨਹੀਂ ਜਿੱਤ ਸਕਦਾ ਇਹ ਕਿਆਸ ਰਾਹੀਂ ਲਾ ਰਹੇ ਨਾ। ਸੋ ਇਸ ਵੇਲੇ ਜੋ ਬਾਈਡਨ ਨੇ ਇਹ ਕਹਿਣਾ, ਦੂਸਰੇ ਜਿਹੜੇ ਸੰਭਾਵੀ ਕੈਂਡੀਡੇਟਸ ਆ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ। ਉਹ ਸੋਚਦੇ ਜੀ ਅਸੀਂ ਨੋਮੀਨੇਸ਼ਨ ਲੜਾਂਗੇ, ਅਸੀਂ ਨੋਮੀਨੇਸ਼ਨ ਲੜਾਂਗੇ। ਇੱਕ ਸਿਟਿੰਗ ਪ੍ਰੈਜ਼ੀਡੈਂਟ ਨੂੰ ਨੋਮੀਨੇਸ਼ਨ ਦੇ ਵਿੱਚ ਹਰਾਉਣਾ ਬਹੁਤ ਔਖਾ ਹੈ ਜੀ, ਕਿਉਂਕਿ ਉਹਨਾਂ ਦੇ ਕੋਲ, ਇੱਕ ਪ੍ਰੈਜ਼ੀਡੈਂਟ ਦੇ ਕੋਲ ਨਾ ਆਪਣੀ ਟਰਮ ਦੇ ਵਿੱਚ ਕੋਈ 10,000 ਅਪੁਆਇੰਟਮੈਂਟਸ ਆ ਜਿਹੜੀਆਂ ਐਗਜ਼ੈਕਟਿਵ ਲੈਵਲ ਦੀਆਂ, ਜੱਜਸ, ਅੰਬੈਸਡਰਸ, ਹੋਰ ਕਰਾਊਨ ਜਿਹੜੀਆਂ ਸਟੇਟ ਕਾਰਪੋਰੇਸ਼ਨਸ ਆ ਉਹਨਾਂ ਦੇ ਹੈੱਡ ਲਾਉਣੇ, ਚੰਗੀਆਂ ਮਤਲਬ ਚੰਗੀ ਪੇ ਵਾਲੀਆਂ ਜਿਹੜੀਆਂ ਵੱਡੀਆਂ ਜੋ ਚੰਗੀ ਪਾਵਰ ਵਾਲੀਆਂ। ਹੁਣ ਤੁਸੀਂ ਦੇਖੋ 10,000 ਬੰਦਾ ਜਿਹੜਾ ਪਾਵਰਫੁਲ ਬੰਦਾ ਹੋਵੇ ਉਹਨੇ ਗਾਹਾਂ ਲਿੰਕ ਹੋਣੇ ਉਹਨਾਂ ਦੇ ਜੀ, ਕਿਉਂਕਿ ਇਹ ਜੌਬ ਵੀ ਤਾਂ ਉਹਨੂੰ ਦਿੰਦੇ ਜਿਹੜਾ ਬੰਦਾ ਪੋਲੀਟੀਕਲੀ ਐਕਟਿਵ ਹੈ ਜੀ। ਕਿਸੇ ਨੂੰ ਬੇਸਮੈਂਟ 'ਚ ਚੱਕ ਕੇ ਉੱਦਾਂ ਹੀ ਤਾਂ ਬਿਠਾ ਨਹੀਂ ਦਿੰਦੇ, ਉਹਨੂੰ ਇਹ ਦੇਖਦੇ ਬੇਸਮੈਂਟ 'ਚ ਬੈਠਾ ਬੰਦਾ ਗੱਲ ਤਾਂ ਕਰਦਾ, 1000 ਬੰਦਾ ਇਹਦੇ ਕੋਲ ਹੈਗਾ, ਹਾਂਜੀ, ਫਿਰ ਉਹਨੂੰ ਦਿੰਦੇ ਅਪਾਇੰਟਮੈਂਟ। ਤੇ ਇਸ ਕਰਕੇ ਜੋ ਬਾਈਡਨ, ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਖੁਸ਼ ਹੋਣੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਸੌਖਾ ਹੀ ਆ। ਜੋ ਬਾਈਡਨ ਤੇ ਤਾਂ ਉਹ ਬਹੁਤ ਤੰਜ ਕੱਸਦੇ ਆ, ਹਾਂਜੀ, ਤਾਂ ਉਹਨਾਂ ਨੂੰ ਖੁਸ਼ੀ ਹੋਈ ਹੋਣੀ ਆ ਵੀ ਜੋ ਬਾਈਡਨ ਨਹੀਂ ਹੋਣਾ ਆ, ਅਗਲੀ ਵਾਰ ਨੂੰ ਹਰਾਉਣਾ ਕੋਈ ਔਖੀ ਗੱਲ ਨਹੀਂ ਹੈ, ਹਾਂਜੀ। ਇਹਨਾਂ ਦੀ ਪਾਪੂਲੈਰਿਟੀ ਘਟ ਰਹੀ ਆ, ਉਹਨਾਂ ਦੀ ਪਾਪੂਲੈਰਿਟੀ ਵੱਧ ਰਹੀ ਹੈ ਜੀ, ਤਾਂ ਇਹ ਇੱਕ ਚੰਗਾ ਸੰਕੇਤ ਹੈ ਕਿ ਉਹ ਜਿੱਤ ਜਾਣਗੇ। ਇੱਕ ਨਵੀਂ ਰਿਪੋਰਟ ਆਈ ਆ, ਉਹਦੇ ਅਨੁਸਾਰ ਜਿਹੜੀ ਸਿਆਟਲ ਪੁਲਿਸ ਵਾਲੇ ਆ ਨਾ, ਉਹਨਾਂ ਨੇ ਤਾਕਤ ਦੀ ਵਰਤੋਂ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਹੇਠਲੇ ਲੈਵਲ ਤੇ ਲੈ ਜਾਂਦੀ ਆ, ਪਰੰਤੂ ਜਦੋਂ ਗੱਲ ਬਲੈਕ ਦੀ ਹੁੰਦੀ ਆ ਤਾਂ ਫਿਰ ਉਹਨਾਂ ਦੇ ਵਿੱਚ ਫਰਕ ਬਹੁਤ ਕਰਦੇ ਆ। ਮੂਲ ਅਮਰੀਕਾ ਵਾਲੇ ਜਿਹੜੇ ਵਾਸੀ ਹੈਗੇ ਆ ਉਹਨਾਂ ਦੇ ਵਿੱਚ ਤੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਵਤੀਰਾ ਉਹ ਕਾਫੀ ਜ਼ਿਆਦਾ ਪੱਖਪਾਤੀ ਹੁੰਦਾ। ਇਸ ਬਾਰੇ 'ਚ ਤੁਸੀਂ ਕੀ ਸੋਚਦੇ ਹੋ? ਦੇਖੋ, ਇੱਥੇ ਸਿਆਟਲ ਉਹ ਸਿਟੀ ਆ ਜਿੱਥੇ ਬਲੈਕ ਪਾਪੂਲੇਸ਼ਨ ਬਹੁਤ ਘੱਟ ਹੈ। ਕੁਛ ਸਿਟੀਜ਼ ਆ ਜਿਵੇਂ ਸ਼ਿਕਾਗੋ ਚਲ ਜਾਓ, ਤੁਸੀਂ ਨਿਊਯਾਰਕ ਚਲ ਜਾਓ, ਉੱਥੇ ਕਾਲਿਆਂ ਦੀ ਪਾਪੂਲੇਸ਼ਨ ਕਾਫੀ ਆ। ਵੈਸੇ ਨੈਸ਼ਨਲੀ ਇਹਨਾਂ ਦੀ ਪਾਪੂਲੇਸ਼ਨ 13% ਹੈ, ਸਿਐਟਲ ਦੇ ਵਿੱਚ ਸਿਰਫ 7% ਹੈ। ਤੇ ਜਿਨ੍ਹਾਂ ਦੇ ਨਾਲ ਫੋਰਸ ਯੂਜ਼ ਕਰਦੇ ਆ ਟੋਟਲੀ, ਉਹਨਾਂ ਦੇ ਵਿੱਚ 36% ਬਲੈਕ ਅਮਰੀਕਨਸ ਹੈ, ਹਾਂਜੀ। ਇੱਕ ਉੱਥੇ ਆਰਗੇਨਾਈਜੇਸ਼ਨ ਬਣਾਈ ਆ ਬਲੈਕ ਲਾਈਵਜ਼ ਮੈਟਰ ਜੀ, ਜਿਹੜੀ ਹਾਈਲਾਈਟ ਕਰਦੀ ਆ ਇੱਕ ਬੰਦੇ ਨੂੰ ਮਿਨੀਸੋਟਾ ਦੇ ਵਿੱਚ ਹੀ ਪਿੱਛੇ ਜਾਏ, ਪੁਲਿਸ ਨੇ ਕਿਹਾ ਵੀ ਹੱਥ ਖੜੇ ਕਰਨ ਨੂੰ ਪਹਿਲਾਂ ਕਹਿੰਦੇ ਹੁੰਦੇ ਨਾ, ਹਾਂਜੀ, ਹੱਥ ਖੜੇ ਕਰ। ਉਹਨੇ ਹੱਥ ਖੜਾ ਕੀਤਾ, ਇਹਦਾ ਤਾਂ ਨੂੰ ਹੱਥ ਕੀਤੇ ਤੇ ਉਹਨਾਂ ਨੇ ਗੋਲੀ ਚਲਾਤੀ, ਬੰਦਾ ਮਾਰਤਾ। ਉਹ ਕਹਿੰਦੇ ਉਹਦੀ ਜਿਹੜੀ ਉਂਗਲੀ ਆ ਉਹ ਏਦਾਂ ਲੱਗਦੀ ਸੀ ਵੀ ਜਿੱਦਾਂ ਗਨ ਫੜੀ ਹੁੰਦੀ। ਦੱਸੋ ਕੀ ਕਰੋਗੇ ਤੁਸੀਂ? ਉਹਦੀ ਉਂਗਲੀ ਏਦਾਂ ਲੱਗਦੀ ਸੀ, ਉਹਦੀ ਉਂਗਲੀ ਏਦਾਂ ਲੱਗਦੀ ਸੀ ਜਿੱਦਾਂ ਵੀ ਗਨ ਫੜੀ ਆ ਉਹਨੇ ਹੱਥ 'ਚ। ਜੇ ਗਨ ਫੜੀ ਹੁੰਦੀ ਤਾਂ ਉਹ ਤੁਹਾਡੇ ਮਾਰਦਾ ਪਹਿਲਾਂ ਜੀ, ਉਹਨੇ ਹੱਥਾਂ ਨੂੰ ਜ਼ਰੂਰ ਕਰਨੇ ਸੀ ਜੀ, ਹੱਥ ਇੱਧਰ ਨੂੰ ਕਰਕੇ ਮਾਰਦਾ ਉਹ ਤੁਹਾਡੇ। ਅੱਛਾ, ਫਿਰ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪਿੱਛੇ ਜਾਏ ਇੱਕ ਪ੍ਰੋਫੈਸਰ ਸੀ ਕਾਲਾ। ਹਾਰਵਰਡ ਜਿਹੜੀ ਆ ਦੁਨੀਆ ਦੀ ਨੰਬਰ 1 ਯੂਨੀਵਰਸਿਟੀ ਆ, ਹਾਂਜੀ। ਉਹ ਆਪਣੇ ਘਰ ਆਇਆ, ਕਿਤੇ ਬਾਹਰ ਗਿਆ ਹੋਣਾ, ਤੇ ਚਾਬੀਆਂ ਉਹਦੇ ਕੋਲ ਨਾ। ਹੁਣ ਕਈ ਬੰਦਿਆਂ ਨੂੰ ਵੈਸੇ ਵਿੰਡੋ ਖੋਲ੍ਹਣੀ ਆਉਂਦੀ ਹੈ ਬਾਹਰੋਂ, ਹਾਂਜੀ, ਤੁਸੀਂ ਬਾਹਰੋਂ ਖੋਲ ਸਕਦੇ ਹੋ, ਹਾਂਜੀ। ਤੇ ਇੱਥੇ ਦੀਆਂ ਵਿੰਡੋਜ਼ ਵੀ ਜੀ, ਉਹਨੂੰ ਇੱਕ ਤਰੀਕਾ ਸੀਗਾ, ਉਹਦੀ ਕੋਈ ਇੱਕ ਵਿੰਡੋ ਸੀਗੀ ਜਿਹੜੀ ਉਹਦੀ ਬੈਡਰੂਮ ਵਾਲੀ ਜਿਹੜੀ ਖੋਲ ਸਕਦਾ ਸੀ ਜਾਂ ਖੁੱਲੀ ਹੋਣੀ ਪਹਿਲਾਂ। ਉਹਨ ਜਾ ਕੇ ਇੱਕ ਪਾਸੇ ਦੀ
ਤਾਂ ਉਸ ਵਿੰਡੋ ਥਾਣੀ ਵੜ ਕੇ ਅੰਦਰੋਂ ਵੀ ਖੋਲ ਲੈਣਾ ਮੈਂ ਦਰਵਾਜ਼ਾ। ਤੇ ਉਹਦੇ ਨੇਬਰਸ ਨੇ ਕਿਸੇ ਨੇ ਉਹਨਾਂ ਨੂੰ ਤਾਂ ਪਤਾ ਨਹੀਂ ਵੀ ਕੌਣ ਬੰਦਾ ਵੜ ਰਿਹਾ ਨਾ ਅੰਦਰ, ਉਹਨਾਂ ਨੇ ਫੋਨ ਕਿਸੇ ਨੇ ਕਰਤਾ ਹੋਣਾ ਵੀ ਕੋਈ ਬੰਦਾ ਬ੍ਰੇਕ ਇਨ ਕਰ ਰਿਹਾ। ਉਹ ਜਦ ਪੁਲਿਸ ਆ ਗਈ ਇੱਕਦਮ ਤਾਂ ਉਹਨੇ ਬੰਦੇ ਨੇ ਦੱਸਿਆ ਵੀ ਇਹ ਮੇਰਾ ਹੀ ਘਰ ਆ। ਇੱਕ ਤਾਂ ਉਹ ਸੋਹਣਾ ਘਰ ਸੀ, ਉਹਨਾਂ ਨੂੰ ਯਕੀਨ ਨਹੀਂ ਸੀ ਆਉਂਦਾ ਵੀ ਕਾਲੇ ਦਾ ਘਰ ਆ, ਪ੍ਰੋਫੈਸਰ ਦਾ ਘਰ ਸੀ ਉਹ। ਤਾਂ ਉਹ ਕਹਿੰਦਾ ਉਹਨੇ ਕਿਹਾ ਵੀ ਮੇਰੀਆਂ ਆਈਡੀਜ਼ ਦੇਖ ਲਓ, ਮੈਂ ਹਾਰਵਰਡ 'ਚ ਪੜ੍ਹਾਉਣਾ ਹੈ, ਮੇਰੀ ਫੈਕਲਟੀ ਆਈਡੀ ਦੇਖ ਲਓ। ਕਹਿੰਦਾ ਉਹਨਾਂ ਨੇ ਗੱਲ ਹੀ ਨਹੀਂ ਸੁਣੀ, ਉਹਨਾਂ ਨੇ ਘਸੁੰਨ ਮਾਰਨ ਲੱਗ ਪਏ ਉਹਨੂੰ ਫੜ ਕੇ ਤਾਂ ਕਾਰ 'ਚ ਸੱਟ ਲਿਆ ਤੇ ਉਹਨੂੰ ਲੈ ਗਏ। ਉੱਥੇ ਪੁਲਿਸ ਸਟੇਸ਼ਨ ਜਾ ਕੇ ਫਿਰ ਜਦੋਂ ਆਈਡੀ ਚੈੱਕ ਕਰਦੇ ਆ, ਫਿਰ ਉਹਨਾਂ ਨੇ ਦੇਖਿਆ ਤੇ ਇਹਦਾ ਵਾਕਿਆ ਹੀ ਪ੍ਰੋਫੈਸਰ ਹੈ। ਫਿਰ ਉਹਨਾਂ ਨੇ ਛੱਡ ਦਿੱਤਾ। ਉਸ ਬੰਦੇ ਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਵੀ ਜੇ ਮੇਰੇ ਨਾਲ ਇਦਾਂ ਕਰ ਸਕਦੇ ਤਾਂ ਦੂਜਿਆਂ ਬੰਦਿਆਂ ਨਾਲ ਕੀ ਕਰਦੇ ਹੋਣੇ। ਜੀ ਬਿਲਕੁਲ, ਗੱਲ ਸੁਣੀ ਤੋਂ ਬਿਨਾਂ ਹੀ ਦੇਖ ਲਓ ਤੁਸੀਂ ਫੈਸਲਾ ਕਰ ਲਿਆ ਉਹਨਾਂ ਨੇ। ਬਿਨਾਂ ਹੀ ਤੁਸੀਂ ਜੇ ਗਏ ਆ ਕੋਈ ਬੰਦੇ ਨੂੰ ਫੜਿਆ ਆ, ਉਹ ਬੰਦਾ ਕਹਿ ਰਿਹਾ ਮੇਰਾ ਘਰ ਆ, ਉਹਦੀ ਕਮ ਸੇ ਕਮ ਆਈਡੀ ਤਾਂ ਦੇਖ ਲਓ ਜੀ। ਤੁਸੀਂ ਦੇਖ ਲਿਆ ਵੀ ਇਹਦੇ ਕੋਲ ਕੋਈ ਹਥਿਆਰ ਨਹੀਂ ਆ, ਕੁਛ ਨਹੀਂ ਆ। ਉਹ ਦੱਸ ਰਿਹਾ ਮੈਂ ਬਾਹਰ ਗਿਆ ਸੀ, ਮੇਰੇ ਤੋਂ ਚਾਬੀ ਹੈ ਨਹੀਂ ਸੀ, ਚਾਬੀ ਮੈਂ ਭੁੱਲ ਗਿਆ ਕਿਤੇ। ਫਿਰ ਇੱਕ ਪਿੱਛੇ ਜਾਈ ਇੱਕ ਨਰਸਿੰਗ ਸਟੂਡੈਂਟ ਸੀ, ਉਹ ਵੈਸੇ ਉਹ ਮੈਡੀਕਲ ਫੀਲਡ 'ਚ ਕੰਮ ਕਰਦੀ ਸੀ ਕੁੜੀ। ਉਹਦੇ ਘਰ ਗਏ ਨਾ ਅਪਾਰਟਮੈਂਟ ਦੇ ਵਿੱਚ, ਤਾਂ ਉਹਦੀ ਅਪਾਰਟਮੈਂਟ ਦਾ ਐਡਰੈਸ ਜਿਹੜਾ ਦਿੱਤਾ ਸੀ ਕਿਸੇ ਨੇ, ਉਹਦੇ ਬॉयਫ੍ਰੈਂਡ ਕਿਸੇ ਜ਼ਮਾਨੇ 'ਚ ਉਹਦਾ ਬॉयਫ੍ਰੈਂਡ ਹੁੰਦਾ ਸੀ ਉਹ, ਤੇ ਉਹ ਡਰੱਗ ਡੀਲਿੰਗ ਦੇ ਵਿੱਚ ਕਰਦਾ ਸੀ ਬੰਦਾ। ਤੇ ਉਹਦਾ ਐਡਰੈਸ ਜਿਹੜਾ ਉਹ ਕੁੜੀ ਵਾਲਾ ਐਡਰੈਸ ਦਿੱਤਾ ਸੀ। ਉਹਨਾਂ ਨੇ ਜਾ ਕੇ ਉਹਦੇ ਰੇਡ ਕਰ ਦਿੱਤੀ ਘਰ ਦੇ ਵਿੱਚ, ਉਹਦੀ ਦਰਵਾਜ਼ਾ ਤੋੜ ਦਿੱਤਾ ਉਹਨਾਂ ਨੇ। ਸਰਚ ਵਾਰੰਟ ਸੀਗੇ ਉਹਨਾਂ ਦੇ, ਦਰਵਾਜ਼ਾ ਤੋੜਤਾ ਤਾਂ ਉਹ ਪਿੱਛੋਂ ਅੰਦਰੋਂ ਨੱਠੀ ਆਈ ਵਿਚਾਰੀ ਵੀ ਕੀ ਹੋਇਆ ਸਾਡੇ, ਗੋਲੀਆਂ ਮਾਰ ਕੇ ਤਾਂ ਦਰਵਾਜ਼ਾ ਤੋੜਿਆ ਉਹਨਾਂ ਨੇ। ਤੇ ਉਹਨਾਂ ਨੇ ਫਟਾਫਟ ਗੋਲੀ ਚਲਾਤੀ। ਉਹਦੇ ਕੋਲ ਕੁਛ ਨਹੀਂ ਸੀ, ਉਹ ਕਹਿੰਦੀ ਮੈਂ ਨਾਈਟੀ 'ਚ ਪਾਈ ਸੀ, ਮੈਂ ਸੁੱਤੀ ਪਈ ਸੀ, ਔਰ ਇੱਕਦਮ ਬੰਦਾ ਜਾਗਦਾ ਤਾਂ ਦੇਖਦਾ ਕਿ ਮੇਰੇ ਘਰ 'ਚ ਗੋਲੀਆਂ ਚਲਾਉਣ ਡਏ ਆ, ਕੀ ਹੋ ਗਿਆ। ਹਾਂਜੀ। ਤਾਂ ਉਹਨੂੰ ਉੱਥੇ ਮਾਰਤਾ। ਉਹਨੀਆਂ 20 ਸਾਲਾਂ ਦੀ ਕੁੜੀ ਸੀ। ਇੱਕ ਤਾਂ ਗੱਲ ਹੋ ਸਕਦਾ ਵੀ ਇੱਕ ਰੇਸ ਦੇ ਵਿੱਚ ਐਥਨੀਸਿਟੀ ਦੇ ਬੰਦੇ ਹੋ ਸਕਦਾ ਕ੍ਰਾਈਮ ਵੀ ਕਰਦੇ ਹੋਣ, ਬਾਕੀ ਵੀ ਕਰਦੇ ਆ, ਪਰ ਉਹਨਾਂ ਨੂੰ ਇਹ ਕਰਕੇ ਬੰਦਿਆਂ ਨੂੰ ਜਿਹੜਾ ਕਾਲੇ ਬੰਦੇ ਜਿਹੜੇ ਆ ਉਹਨਾਂ ਨੂੰ ਪੁੱਛਿਆ ਜਾਵੇ ਨਾ ਵੀ ਤੁਹਾਨੂੰ ਪੁਲਿਸ ਰੋਕ ਲੈਂਦੀ ਆ ਕਿਸੇ ਕ੍ਰਾਈਮ ਕਰਕੇ, ਉਹ ਕਹਿੰਦੇ ਕ੍ਰਾਈਮ ਕੀਤਾ ਹੋਵੇ ਚਾਹੇ ਨਾ ਕੀਤਾ ਹੋਵੇ ਸਾਨੂੰ ਉਦਾਂ ਹੀ ਰੋਕ ਲੈਂਦੇ ਆ। ਹਾਂਜੀ। ਸਾਡੇ ਇੱਥੇ ਟੋਰਾਂਟੋ ਦੇ ਵਿੱਚ, ਸਾਡੇ ਵੀ ਕੈਨੇਡਾ ਦੇ ਵਿੱਚ ਇੱਕ ਰੋਜ਼ਡੇਲ ਦਾ ਇਲਾਕਾ ਆ ਜਿਹੜਾ ਥੋੜਾ ਜਿਹਾ ਅਮੀਰ ਇਲਾਕਾ ਹੈ। ਯੰਗ ਸਟਰੀਟ ਤੋਂ ਨਾਰਥ ਨੂੰ ਜਾਓ ਤਾਂ ਰੋਜ਼ਡੇਲ ਆ। ਉੱਥੇ ਕਾਲਾ ਕੋਈ ਬੰਦਾ ਮਰਸੀਡੀਜ਼ ਲੈ ਕੇ ਫਿਰਦਾ ਸੀ ਤੇ ਉਹਨੂੰ ਪੁਲਿਸ ਨੇ ਘੇਰ ਲਿਆ ਤੇ ਉਹਦੀ ਮਰਸੀਡੀਜ਼ ਜਦੋਂ ਸਰਚ ਕੀਤੀ ਨਾ ਤਾਂ ਉਹਦੇ ਵਿੱਚੋਂ ਸ਼ਾਇਦ ਥੋੜੀ ਜਿਹੀ ਡਰੱਗ ਮਿਲੀ ਜਿਹੜੀ ਉਹਦੀ ਕੰਸੰਪਸ਼ਨ ਲੈਵਲ ਦੀ ਸੀਗੀ, ਜਿੱਦਾਂ 10 ਗ੍ਰਾਮ ਤਾਂ ਤੁਸੀਂ ਰੱਖ ਸਕਦੇ ਆ ਅੱਜ ਕੱਲ੍ਹ ਮੈਰਵਾਨਾ। ਹਾਂਜੀ। ਥੋੜਾ ਜਿਹਾ ਮੈਰਵਾਨਾ ਸੀ ਉਹਦਾ, ਤਾਂ ਉਹਦੇ ਤੇ ਉਹ ਚਾਰਜ ਲਾਤੇ। ਤੇ ਉਹ ਜੱਜ ਫਿਰ ਪੁੱਛਦਾ ਉਹਨਾਂ ਨੂੰ, ਪੁਲਿਸ ਵਾਲਿਆਂ ਨੂੰ, ਕਿ ਇਹਨੇ ਕੀ ਕੀਤਾ ਸੀ ਵੀ ਤੁਸੀਂ ਇਹਨੂੰ ਕਿਉਂ ਰੋਕਿਆ। ਕਿਉਂਕਿ ਰੋਕਣ ਲਈ ਕੈਨੇਡਾ ਦੇ ਵਿੱਚ ਕੋਈ ਕ੍ਰਾਈਮ ਕਰਨਾ ਚਾਹੀਦਾ ਤੁਹਾਨੂੰ। ਹਾਂਜੀ। ਤੁਸੀਂ ਜੇ ਰੋਕਣਾ, ਤੁਸੀਂ ਹੋ ਸਕਦਾ ਸਪੀਡਿੰਗ ਕਰਦੇ ਹੋ ਸਕਦਾ ਤੁਸੀਂ ਸਟਾਪ ਸਾਈਨ ਤੇ ਨਹੀਂ ਖੜੇ, ਲਾਈਟਾਂ ਤੇ ਨਹੀਂ ਖੜੇ। ਉਹ ਕਹਿੰਦੇ ਸਿਰਫ ਤੁਸੀਂ, ਉਹ ਕਹਿੰਦੇ ਪੁਲਿਸ ਵਾਲੇ ਕਹਿੰਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀ। ਉਹ ਕਹਿੰਦਾ ਵੀ ਤੁਸੀਂ ਇਹ ਕਰਕੇ ਰੋਕ ਲਿਆ ਵੀ ਕਾਲਾ ਆ, ਵੀ ਕਾਲਾ ਰੋਜ਼ਡੇਲ ਦੇ ਵਿੱਚ ਤੁਰਿਆ ਫਿਰ। ਤਾਂ ਉਹਨੂੰ ਚੱਕ ਕੇ ਉਹ ਕਹਿੰਦਾ ਡਰੱਗ ਸੀਗੇ ਜਾਂ ਨਹੀਂ ਸੀਗੇ ਇਹ ਇਸ਼ੂ ਨਹੀਂ ਹੈ, ਇਹ ਐਵੀਡੈਂਸ ਨਹੀਂ ਹੈ। ਜੇ ਤੁਸੀਂ ਇਲੀਗਲ ਤੌਰ ਤੇ ਕਿਸੇ ਨੂੰ ਗ੍ਰਿਫਤਾਰ ਕੀਤਾ ਹੈ ਉਹ ਤਾਂ ਅਗਲੀ ਗੱਲ ਹੈ ਨਾ ਜੱਜਸ ਤਾਈਂ। ਇੱਥੇ ਤਾਂ ਗ੍ਰਿਫਤਾਰ ਹੀ ਕੀਤਾ ਸੀ, ਜੇ ਉਹ ਕਿਤੇ ਹੁੰਦਾ ਸ਼ਿਕਾਗੋ 'ਚ ਤਾਂ ਉਹਦੇ ਗੋਲੀ ਮਾਰ ਦੇਣੀ ਸੀ। ਹਾਂਜੀ। ਤੇ ਜਿਹਨੂੰ ਗੋਲੀ ਮਾਰਤੀ ਉਹ ਤੋਂ ਬਾਅਦ ਦੇ ਵਿੱਚ ਤੁਸੀਂ ਪੁਲਿਸ ਨੂੰ ਜੋ ਮਰਜ਼ੀ ਕਰੀ ਚੱਲੋ ਜੀ। ਤੇ ਬਲੈਕ ਲਾਈਵਜ਼ ਮੈਟਰ ਜਿਹੜੀ ਆਰਗੇਨਾਈਜੇਸ਼ਨ ਹੈ ਨਾ, ਉਹਨਾਂ ਦਾ ਇਹੀ ਮੁੱਦਾ ਆ, ਇਹੀ ਗੱਲ ਨੂੰ ਸਮਝਾ ਰਿਹਾ ਲੋਕਾਂ ਨੂੰ ਕਿ ਜਿੱਦਾਂ ਬਾਕੀਆਂ ਲੋਕਾਂ ਦੀਆਂ ਲਾਈਵਜ਼ ਆ, ਜ਼ਿੰਦਗੀਆਂ ਆ, ਉਹ ਮੈਟਰ ਕਰਦੀਆਂ, ਇਦਾਂ ਹੀ ਕਾਲੇ ਲੋਕਾਂ ਦੀ ਜ਼ਿੰਦਗੀ ਆ ਜੀ। ਤੇ ਸਿਆਟਲ 'ਚ ਕਾਫੀ ਡਿਸਕਸ਼ਨ ਹੋਈ ਹੈ। ਹਾਂਜੀ, ਵੈਸੇ ਆਪਾਂ ਇੱਕ ਰਿਪੋਰਟ ਵੀ ਡਿਸਕਸ ਕੀਤੀ ਸੀ ਨਾ ਕਾਫੀ ਦਿਨ ਪਹਿਲਾਂ ਕਿ ਜਿਹੜੇ ਬਲੈਕ ਅਮਰੀਕਨਸ ਹੈਗੇ ਉਹਨਾਂ ਦਾ ਪੁਲਿਸ ਦੇ ਵਿੱਚ ਵਿਸ਼ਵਾਸ ਨਹੀਂ ਹੈਗਾ।
ਡਰ ਲੱਗਦਾ ਉਹਨਾਂ ਨੂੰ ਪੁਲਿਸ ਤੋਂ। ਇਸੇ ਕਰਕੇ ਹੈ ਨਾ, ਉਹ ਕਿਸੇ ਚਾਹੇ ਕੋਈ ਡਾਕਟਰ ਹੋਵੇ, ਕੋਈ ਪ੍ਰੋਫੈਸਰ ਹੋਵੇ, ਕੋਈ ਲਾਇਰ ਹੋਵੇ, ਉਹਨੂੰ ਫੜ ਕੇ ਉਦਾਂ ਹੀ ਟ੍ਰੀਟ ਕਰਦੇ ਆ ਵੀ ਇਹ ਕਾਮਨ ਕ੍ਰਿਮੀਨਲ ਹੈ। ਹਾਂਜੀ ਡਾਕਟਰ ਸਾਹਿਬ, ਟਾਈਮ ਹੋ ਚੁੱਕਿਆ ਜੀ ਅੱਜ ਦੇ ਵਿਚਾਰ ਦਾ, ਤੇ ਹੁਣ ਆਪਣੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਵੀ ਦੱਸ ਦਿਓ। ਕਹਿੰਦੇ ਹੁੰਦੇ ਵੀ ਵੱਡੇ ਜਾਣ ਨਾਲੋਂ ਕੁੱਤੇ ਨੂੰ ਭੌਂਕਣ ਦੇਣਾ ਚਾਹੀਦਾ। ਜੀ ਬਿਲਕੁਲ, ਤੇ ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਸਾਡੀ ਮੁਲਾਕਾਤ ਹੋਏਗੀ ਜੀ ਹੁਣ ਕੱਲ ਸਵੇਰੇ ਠੀਕ 7 ਵਜੇ ਵਾਲੀਆਂ ਖਬਰਾਂ ਤੋਂ ਬਾਅਦ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਤੁਹਾਡੀ ਫੀਡਬੈਕ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਆ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 6045929191 ਤੇ 6045929191 ਹੈ ਸਾਡੇ ਸਟੂਡੀਓ ਦਾ ਫੋਨ ਨੰਬਰ। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਮੈਸੇਜ ਕਰ ਸਕਦੇ ਹੋ। ਫੇਸਬੁੱਕ ਪੇਜ ਹੈ ਰੇਡੀਓ ਇੰਡੀਆ 1110 ਦੇ ਨਾਂ ਹੇਠ, ਟਵਿੱਟਰ ਹੈ @radioindia1110 ਦੇ, ਇੰਸਟਾਗ੍ਰਾਮ ਵੀ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਇਸ ਤੋਂ ਇਲਾਵਾ ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ info@radioindia.ca info@radioindia.ca। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਹੈਵ ਅ ਗ੍ਰੇਟ ਡੇ।